ਤੇ ਨਾਲ ਦੀ ਨਾਲ ਫਿਰ ਜਦੋਂ ਇਹ ਜਿਮ ਦੀ ਗੱਲ ਹੁੰਦੀ ਹੈ ਤਾਂ ਫਿਰ ਸਾਡੇ ਕੋਲ ਇੱਕ ਸਵਾਲ ਉੱਠਦਾ ਕਿ ਸਾਡਾ ਟ੍ਰੇਨਰ ਕਿਹੋ ਜਿਹਾ ਹੋਵੇ। ਸੋਨੇ ਦੇ ਮੈਡਲ ਤੁਹਾਡੇ ਘਰ ਲੱਗੇ ਹੋਏ ਨੇ, ਸੋਨੇ ਦੇ ਵਿੱਚ ਤੁਸੀਂ ਖੇਲੇ ਹੋ, ਫਿਰ ਤੁਸੀਂ ਸੋਨਾ ਛੱਡ ਕੇ ਲੋਹੇ ਨਾਲ ਮੱਥਾ ਮਾਰਨਾ ਸ਼ੁਰੂ ਕਰ ਦਿੱਤਾ ਉਹ ਵੀ ਜਿਮ ਦੇ ਵਿੱਚ। ਇਹ ਪਹਿਲਾਂ ਤਾਂ ਇਹ ਕੁੰਡੀ ਖੋਲੀ। ਤੁਹਾਡੇ ਕਹਿਣ ਦਾ ਮਤਲਬ ਵੀ ਇਕੱਲਾ ਗੋਲਡ ਆ ਜੀ, ਇਹ ਇਕੱਲਾ ਗੋਲਡ ਕੰਧਾਂ ਤੇ ਟੰਗਿਆ ਰਹਿ ਜਾਂਦਾ ਜੀ। ਜੀ ਇਹ ਕਹਿ ਤਾਂ ਜੀ ਗੋਲਡ ਹੈ, ਗੋਲਡ ਮੈਡਲ, ਫਸਟ ਨੂੰ ਗੋਲਡ ਮੈਡਲ, ਸੈਕੰਡ ਨੂੰ ਸਿਲਵਰ, ਇਹ ਇਕੱਲੇ ਹੀ ਬਸ ਮੈਡਲ ਹੀ ਰਹਿ ਜਾਂਦੇ ਜੀ। ਮੈਡਲ ਨਾਲ ਤੁਹਾਨੂੰ ਪਤਾ ਘਰ ਨਹੀਂ ਚੱਲਦੇ ਜੀ। ਵੀ ਅੱਜ ਕੱਲ ਤੁਹਾਨੂੰ ਪਤਾ ਅੱਜ ਦੇ ਟਾਈਮ 'ਚ ਆਪਾਂ ਮੈਡਲਾਂ ਨਾਲ ਰੋਟੀ ਖਾ ਲਾਂਗੇ ਜਾਂ ਮੈਡਲਾਂ ਨਾਲ ਘਰ ਚੱਲ ਪੈਣਗੇ। ਮਿਹਨਤ ਤਾਂ ਕਰਨੀ ਪੈਣੀ ਹੈ ਜੀ। ਮੈਂ ਤਾਂ ਕਹਿੰਦਾ ਵੀ ਕੰਪੀਟੀਸ਼ਨ ਕੋਈ ਆ ਜਿਹੜੇ ਵਧੀਆ ਕਰਾ ਰਿਹਾ, ਬਾਕੀ ਤਾਂ ਇਹ ਬਿਜ਼ਨਸ ਹੀ ਆਈ ਕੰਪੀਟੀਸ਼ਨ ਵਾਲੇ ਤੇ ਨਾ ਤੇ 2-2000 ਰੁਪਇਆ ਫੀਸ ਲੈ ਲੈਂਦੇ, ਇਕੱਲਾ ਮੈਡਲ ਦੇ ਕੇ ਤੋੜ ਦਿੰਦੇ ਆ। ਤੇ ਅੱਜ ਤੱਕ ਮੈਂ ਕੰਪੀਟੀਸ਼ਨ ਖੇਡੇ ਆ ਜੀ ਵੀ ਸਾਰਿਆਂ 'ਚ ਮੈਂ ਪਹਿਲਾ ਹੀ ਪੋਜੀਸ਼ਨ ਆਈ ਮੇਰੀ ਵੀ ਅੱਜ ਤੱਕ ਘੱਟ ਮੈਂ 200-250 ਕੰਪੀਟੀਸ਼ਨ ਖੇਡਦੇ ਹੋਣਗੇ ਜੀ। ਸੋ ਜੇ ਮੈਂ ਇਹ ਪੁੱਛਾਂ ਕਿ ਫਿਟਨੈਸ ਹੈ ਕੀ ਆ, ਉਹਦੀ ਪਰਿਭਾਸ਼ਾ ਕੀ ਆ? ਡੰਬਲ ਚੱਕ ਲੈ, ਡੋਲੇ ਬਣਾਉਣੇ ਆ, ਇਹ ਪਰਿਭਾਸ਼ਾ ਕਿਸੇ ਨੂੰ ਪਤਾ ਹੀ ਨਹੀਂ ਗਾ ਵੀ ਫਿਟਨੈਸ ਕੀ ਆ। ਫਿਟਨੈਸ ਤੁਹਾਨੂੰ ਪਤਾ ਹੀ ਆਪਣੇ ਮਾਈਂਡ ਦੀ ਗੇਮ ਆ ਸਾਰੀ। ਐਕਸਰਸਾਈਜ਼ ਮੈਂ ਤੁਹਾਨੂੰ ਐਕਸਰਸਾਈਜ਼ ਲਾਉਣ ਨੂੰ ਦੱਸਦਾ ਤੇ ਧਿਆਨ ਤੁਹਾਡਾ ਰੀਲਾਂ ਦਾ ਜੀ। ਅੱਜ ਕੱਲ ਮੈਂ ਇਹੀ ਦੇਖਦਾ ਹੀ ਕਹਿ ਦਈਦਾ ਬਾਈਸੈਪ ਲਾਉਣੇ ਜਾਂ ਕੁਛ ਲਾਉਣਾ, ਕੋਈ ਐਕਸਰਸਾਈਜ਼ ਦੱਸ ਦੋ, ਬੰਦੇ ਦਾ ਮਾਈਂਡ ਤਾਂ ਘਰੇ ਹੁੰਦਾ ਹੈ ਵੀ ਮੈਂ 버ਗਰ ਖਾਣਾ, ਪੀਜ਼ਾ ਖਾਣਾ। ਫੂਡ ਦੇ ਉੱਪਰ ਬਹੁਤ ਕੁਝ, ਆਹ ਖਾ ਲਓ, ਆਹ ਨਾ ਖਾਓ, ਤੁਸੀਂ ਦੁੱਧ ਛੱਡ ਦਿਓ, ਘੀ ਛੱਡ ਦਿਓ, ਤੁਸੀਂ ਮੀਟ ਆਂਡਾ ਨਹੀਂ ਖਾਂਦੇ, ਤੁਸੀਂ ਜਿਮ 'ਚ ਕੀ ਕਰਨ ਜਾਣਾ। ਤਾਰਾ ਸਿੰਘ ਜੀ ਮਾਣਯੋਗ ਦੁਨੀਆ 'ਚ ਨਹੀਂ ਹੈਗੇ, ਲੇਕਿਨ ਉਹ ਵੈਜੀਟੇਰੀਅਨ ਵੀ ਸੀਗੇ। ਤੇ ਬਾਈ ਤੁਸੀਂ ਦੇਖ ਲਓ, ਉਹ ਕਿਤੇ ਪਾਊਡਰ ਦੇ ਡੱਬੇ ਖਾਂਦੇ, ਉਹ ਦੁੱਧ ਘਿਓ ਹੀ ਪੀਂਦੇ ਸੀ, ਲੱਸੀ ਪੀਂਦੇ ਸੀ ਬਾਈ। ਕਈ ਟ੍ਰੇਨਰਾਂ ਨੇ ਧੰਦਾ ਹੀ ਬਣਾ ਲਿਆ ਬਾਈ। ਹੁਣ ਮੰਨ ਲਓ ਤੁਸੀਂ ਮੇਰੇ ਕੋਲੇ ਆ ਗਏ, ਤੁਸੀਂ ਆ ਕੇ ਮੈਂ ਤੁਹਾਨੂੰ ਕਹਤਾ ਦੁੱਧ ਛੱਡ ਦਿਓ, ਲੱਸੀ ਛੱਡ ਦਿਓ, ਆਹ ਡੱਬਾ ਲੈ ਲਓ ਮੇਰੇ ਤੋਂ, ਇਹਦੇ 'ਚ ਹੀ ਸਾਰਾ ਕੁਝ ਤੁਹਾਡਾ ਪੂਰਾ ਹੋ ਜਾਣਾ। ਜਦੋਂ ਤੁਹਾਨੂੰ ਪਤਾ ਹੀ ਨਹੀਂ ਬਾਈ, ਤੁਸੀਂ ਦੁੱਧ ਘਿਓ ਛੱਡ ਕੇ ਡੱਬੇ ਤੇ ਹੀ ਹੋਵੋਗੇ। ਜਦੋਂ ਕਹਿਣਾ ਤੁਸੀਂ ਕਹਿਣਾ ਮੇਰੇ ਕੋਚ ਨੇ ਦੱਸਿਆ ਮੈਨੂੰ ਵੀ ਪ੍ਰੋਟੀਨ ਦਾ ਬਾਈ ਮੰਨ ਲਓ ਆਪਣੀ ਘਰ ਦੀ ਖੁਰਾਕ 'ਚੋਂ ਵੀ ਪ੍ਰੋਟੀਨ ਪੂਰਾ ਹੋ ਸਕਦਾ ਜੇ ਆਪਾਂ ਕਰਨਾ ਹੋਵੇ। ਜਦੋਂ ਆਪਾਂ ਮਾਈਂਡ ਹੀ ਡੱਬੇ ਤੇ ਸਾਰਾ ਕਰ ਲਿਆ ਵੀ ਡੱਬੇ ਨਹੀਂ ਬਣਨਾ ਮੇਰਾ, ਉਹ ਫਿਰ ਬੰਦੇ ਨੂੰ ਹੁਣ ਕਿਵੇਂ ਸਮਝਾਵੇ ਬਾਈ। ਵੀ ਸੋਚ ਕਹਿ ਲਓ ਲੋਕਾਂ ਦੀ ਵੀ ਆਂਡੇ ਮੀਟ ਤੋਂ ਬਿਨਾਂ ਸਰੀਰ ਬਣਨਾ ਹੀ ਨਹੀਂ। ਕਈ ਕਹਿ ਦਿੰਦੇ ਵੀ ਜੇ ਤੂੰ ਆਂਡਾ ਮੀਟ ਨਹੀਂ ਖਾਂਦਾ ਫਿਰ ਤੇਰਾ ਸਰੀਰ ਬਣਨਾ ਨਹੀਂ। ਨਹੀਂ ਬਾਈ, ਮੈਂ ਕਹਿੰਦਾ ਬਣਦਾ ਹੀ ਜੇ ਤੁਸੀਂ ਮਿਹਨਤ ਤਾਂ ਲਾਓ ਬਾਈ। ਜਿਹੜਾ ਬੰਦਾ ਜਿਮ ਲਾਉਂਦਾ ਉਹਨੂੰ ਕੌਫੀ ਪੀਣੀ ਚਾਹੀਦੀ ਹੈ ਕਿ ਨਹੀਂ ਪੀਣੀ ਚਾਹੀਦੀ, ਹਾਂ ਜਾਂ ਨਾ? ਹਾਂ, ਫਿਰ ਦੋ ਨਹੀਂ ਬਾਈ, ਸਾਡੇ ਤਾਂ ਇੱਥੇ 8-8 9-9 ਪਾਊਚ ਪੀਂਦੇ ਲੋਕ ਕਾਫੀ ਦੇ ਜੀ। ਉਹ ਆਪਦੇ ਸਰੀਰ ਨਾਲ ਬਾਈ ਧੱਕਾ ਹੀ ਹੋ ਗਿਆ। ਦੋਸਤੋ, ਇੰਡੋਸ ਪੋਡਕਾਸਟ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਬਹੁਤ ਹੀ ਅਹਿਮ ਵਿਸ਼ਾ ਜਿਸ ਦੀ ਚਰਚਾ ਦਾ ਬਹੁਤ ਹੈ ਪਰ ਜਾਣਕਾਰੀ ਨਾ ਦੇ ਬਰਾਬਰ, ਫਿਟਨੈਸ ਯਾਨੀ ਕਿ ਤੰਦਰੁਸਤੀ। ਤੇ ਜਦੋਂ ਫਿਟਨੈਸ ਦੀ ਗੱਲ ਕਰਦੇ ਆ ਤਾਂ ਸਾਡੇ ਜ਼ਿਹਨ ਦੇ ਵਿੱਚ ਫਿਰ ਜਿਮ, ਉਹਦਾ ਲੋਹਾ ਤੇ ਉਹਦੀਆਂ ਮਸ਼ੀਨਾਂ ਜ਼ਿਹਨ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ। ਤੇ ਨਾਲ ਦੀ ਨਾਲ ਫਿਰ ਜਦੋਂ ਇਹ ਜਿਮ ਦੀ ਗੱਲ ਹੁੰਦੀ ਹੈ ਤਾਂ ਫਿਰ ਸਾਡੇ ਕੋਲ ਇੱਕ ਸਵਾਲ ਉੱਠਦਾ ਕਿ ਸਾਡਾ ਟ੍ਰੇਨਰ ਕਿਹੋ ਜਿਹਾ ਹੋਵੇ, ਜਾਂ ਕਹਿ ਲਓ ਕਿ ਜਿਮ ਟ੍ਰੇਨਰ ਜਾਂ ਜਿਹੜੀਆਂ ਤੁਹਾਨੂੰ ਕਸਰਤਾਂ ਵਗੈਰਾ ਜਾਂ ਲੋਹਾ ਵਗੈਰਾ ਚੁਕਾਉਂਦਾ ਉਹ ਵਧੀਆ ਹੋਣਾ ਚਾਹੀਦਾ। ਇਸ ਤਰ੍ਹਾਂ ਸਵਾਲ ਗੂੰਜਦੇ ਨੇ। ਇੱਕ ਸਧਾਰਨ ਇਨਸਾਨ ਜਾਂ ਖਿਡਾਰੀ ਲਈ ਤੰਦਰੁਸਤੀ ਦਾ ਕੀ ਮਾਇਨਾ, ਕਿਵੇਂ ਸਾਡੀ ਸੋਚ, ਸਾਡਾ ਖਾਣ ਪੀਣ, ਸਾਡਾ ਰਹਿਣ ਸਹਿਣ, ਨੀਂਦ, ਵਰਕਆਊਟ ਆਦਤਾਂ ਤੇ ਜਿਹੜੇ ਅਸੀਂ ਸਪਲੀਮੈਂਟ ਵਗੈਰਾ ਲੈਂਦੇ ਆ, ਇਹ ਸਾਡੀ ਫਿਟਨੈਸ ਨੂੰ ਕਿਵੇਂ ਨਿਰਧਾਰਿਤ ਕਰਦੇ ਆ। ਇਹ ਸਾਰੀਆਂ ਗੰਢਾਂ ਤੇ ਸਾਰੇ ਭਰਮ ਭੁਲੇਖੇ ਅੱਜ ਖੁੱਲਣਗੇ। ਸਾਡੇ ਨਾਲ ਹੈ ਜੀ ਅਵਾਰਡ ਵਿਨਰਸ, ਪ੍ਰਸਿੱਧ ਜਿਮ ਟ੍ਰੇਨਰ ਤੇ ਫਿਟਨੈਸ ਕੋਚ ਕਿਰਪਾਲ ਸਿੰਘ ਪਾਲੇ ਜੀ, ਪੰਜਾਬ ਤੋਂ ਸਾਡੇ ਨਾਲ ਜੁੜੇ ਨੇ। ਧੰਨਵਾਦ ਕਰਦੇ ਹਾਂ। ਮੈਂ ਮੇਜ਼ਬਾਨ ਹਰਜੀਤ ਸਾੜਾ। ਸਿੱਧੇ ਤੇ ਬੇਵਾਕ ਸਵਾਲ ਹੋਣਗੇ ਬਿਨਾਂ ਕਿਸੇ ਪਰਦੇ ਤੋਂ, ਸੋ ਅੰਤ ਤੱਕ ਬਣੇ ਰਹੋ ਇਸ ਵੀਡੀਓ ਦੇ ਨਾਲ, ਕਿਉਂਕਿ ਇਹੋ ਜਿਹਾ ਪੋਡਕਾਸਟ ਨਾ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਕਦੀ ਹੁੰਦਾ ਹੈ ਤੇ ਨਾ ਹੀ ਇਹ ਲਈ ਜ਼ਿਹਨ ਬਣਾਇਆ ਜਾਂਦਾ। ਲੇਕਿਨ ਅਸੀਂ ਕੋਸ਼ਿਸ਼ ਕੀਤੀ ਆ ਕਿ ਸਿੱਧੇ ਸਪਾਟ ਸਵਾਲਾਂ ਦੇ ਨਾਲ ਉਸ ਪ੍ਰਸਿੱਧ ਟ੍ਰੇਨਰ ਦੇ ਕੋਲੋਂ ਆਪਾਂ ਉਹ ਗੱਲਾਂ ਬਾਤਾਂ ਜਾਣੀਆਂ, ਵਿੱਚ ਦੀਆਂ ਗੱਲਾਂ ਜਾਣੀਆਂ ਜੋ ਇਹਨਾਂ ਜਿੰਮਾਂ ਦੇ ਵਿੱਚ ਹੁੰਦੀਆਂ ਨੇ, ਜਾਂ ਸਾਡੀ ਤੰਦਰੁਸਤੀ ਜਿਹਨੂੰ ਆਪਾਂ ਫਿਟਨੈਸ ਕਹਿੰਦੇ ਆ, ਉਹਦੇ ਲਈ ਕੀ ਕੰਮ ਹੋ ਰਿਹਾ, ਜਾਂ ਚੰਗੇ ਹੋ ਰਿਹਾ ਜਾਂ ਮਾੜੇ ਹੋ ਰਿਹਾ ਆ। ਸੋ ਮੈਂ ਹਰਜੀਤ ਸਾੜਾ, ਸਵਾਗਤ ਹੈ ਪਾਲੀ ਜੀ ਤੁਹਾਡਾ। ਤੁਸੀਂ ਸਮਾਂ ਕੱਢਿਆ, ਧੰਨਵਾਦ। ਧੰਨਵਾਦ ਬਾਈ, ਤੁਹਾਡਾ ਧੰਨਵਾਦ ਹੈ ਜਿਹੜਾ ਮਾੜੇ ਜਿਹੇ ਬੰਦੇ ਨੂੰ ਮੂਹਰੇ ਲੈ ਕੇ ਆਏ ਆ ਤੁਸੀਂ। ਜੀ ਜੀ ਜੀ।
ਨਹੀਂ ਅੱਜ ਕੱਲ ਕੋਈ ਬਾਈ ਸਪੋਰਟ ਨਹੀਂ ਕਰਦਾ ਜੀ। ਤੁਹਾਡਾ ਇੱਕ ਵਾਰੀ ਫਿਰ ਧੰਨਵਾਦ ਬਾਈ, ਤੁਹਾਡੇ ਚੈਨਲ ਦਾ, ਇੰਡੋ ਟੀਵੀ ਦਾ ਜੀ ਬਹੁਤ ਬਹੁਤ ਧੰਨਵਾਦ ਬਾਈ। ਪਾਲੀ ਜੀ ਸਵਾਲ ਬਹੁਤ ਮੈਂ ਕਹਿ ਲਓ ਕਿ ਸਿੱਧੇ ਕਰਨੇ ਨੇ, ਠੀਕ ਹਾਂਜੀ ਹੈ ਬਾਈ। ਜੀ। ਮੈਂ ਕੋਸ਼ਿਸ਼ ਹਾਂਜੀ। ਕਰਾਂਗਾ ਕਿ ਤੁਸੀਂ ਕਿਉਂਕਿ ਬੜੇ ਪ੍ਰਸਿੱਧ ਕੋਚ ਹੋ, ਟ੍ਰੇਨਰ ਹੋ, ਤੁਹਾਨੂੰ ਤਜਰਬਾ ਹੈ, ਤੁਸੀਂ ਕਹਿ ਲਓ ਕਿ ਇੰਨੇ ਸਾਲਾਂ ਦਾ ਲੋਹਾ ਕੁੱਟਿਆ। ਮੇਰਾ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੀ ਥੋੜਾ ਜਿਹਾ ਹਿਸਟਰੀ ਦੇ ਵਿੱਚ ਜਾਵਾਂ ਕਿ ਕਿਸ ਤਰ੍ਹਾਂ ਤੁਸੀਂ ਇਸ ਫੀਲਡ ਦੇ ਵਿੱਚ ਆਏ ਆ, ਇੱਕ ਮੈਂ ਸਿੱਧੇ ਸਪਾਟ ਜਿਹੇ ਸਵਾਲ ਤੋਂ ਸ਼ੁਰੂ ਕਰਦਾ। ਸਵਾਲ ਇਹ ਹੈ ਜੀ ਕਿ ਦੇਖੋ ਤੁਸੀਂ ਮੈਡਲ ਬੜੇ ਜਿੱਤੇ ਨੇ, ਤੁਸੀਂ ਰਾਸ਼ਟਰੀ ਪੱਧਰ ਤੇ ਵੀ ਗਏ ਹੋ, ਅੰਤਰਰਾਸ਼ਟਰੀ ਪੱਧਰ ਤੇ ਵੀ ਗਏ ਹੋ, ਤੇ ਪੰਜਾਬ ਦੇ ਵਿੱਚ ਵੀ ਤੁਸੀਂ ਕਾਫੀ ਨਾਮਣਾ ਖੱਟਿਆ। ਸੋਨੇ ਦੇ ਮੈਡਲ ਤੁਹਾਡੇ ਘਰ ਲੱਗੇ ਹੋਏ ਨੇ, ਸੋਨੇ ਦੇ ਵਿੱਚ ਤੁਸੀਂ ਖੇਲੇ ਹੋ, ਫਿਰ ਤੁਸੀਂ ਸੋਨਾ ਛੱਡ ਕੇ ਲੋਹੇ ਨਾਲ ਮੱਥਾ ਮਾਰਨਾ ਸ਼ੁਰੂ ਕਰ ਦਿੱਤਾ, ਉਹ ਵੀ ਜਿਮ ਦੇ ਵਿੱਚ। ਇਹ ਪਹਿਲਾਂ ਤਾਂ ਇਹ ਕੁੰਡੀ ਖੋਲੋ ਜੀ। ਇਹ ਬਾਈ ਪਹਿਲਾਂ ਤਾਂ ਤੁਹਾਡਾ ਹੀ ਧੰਨਵਾਦ, ਮੈਂ ਕਿਰਪਾਲ ਸਿੰਘ ਪਾਲੀ, ਜੀ ਤੇ ਤੁਹਾਡੇ ਚੈਨਲ ਦਾ ਬਾਈ ਬਹੁਤ ਬਹੁਤ ਧੰਨਵਾਦ ਜੀ, ਜਿਹੜਾ ਮੈਨੂੰ ਅੱਗੇ ਲੈ ਕੇ ਆਇਆ। ਇਹ ਬਾਈ ਤੁਹਾਡੇ ਕਹਿਣ ਦਾ ਮਤਲਬ ਹੀ ਇਕੱਲਾ ਗੋਲਡ ਆ ਜੀ, ਇਹ ਇਕੱਲਾ ਗੋਲਡ ਕੰਧਾਂ ਤੇ ਟੰਗਿਆ ਰਹਿ ਜਾਂਦਾ ਜੀ। ਜੀ ਇਹ ਕਹਿ ਤਾਂ ਜੀ ਗੋਲਡ ਆ, ਗੋਲਡ ਮੈਡਲ, ਫਸਟ ਨੂੰ ਗੋਲਡ ਮੈਡਲ, ਸੈਕੰਡ ਨੂੰ ਸਿਲਵਰ, ਇਹ ਇਕੱਲੇ ਹੀ ਬਸ ਮੈਡਲ ਹੀ ਰਹਿ ਜਾਂਦੇ ਜੀ। ਮੈਡਲ ਨਾਲ ਤੁਹਾਨੂੰ ਪਤਾ ਘਰ ਨਹੀਂ ਚੱਲਦੇ ਜੀ। ਜੀ ਪਰ ਕਹਿੰਦੇ ਗੋਲਡ ਜਦੋਂ ਮਿਲਦਾ ਉਹਦਾ ਨਸ਼ਾ ਹੀ ਇਹੋ ਜਿਹਾ ਹੁੰਦਾ ਕਿ ਸਾਰਾ ਕੁਝ ਭੁੱਲ ਜਾਂਦਾ, ਤੇ ਮਤਲਬ ਕਿ ਜਿਹੜੀ ਜ਼ਮੀਨੀ ਹਕੀਕਤ ਦੇ ਉੱਪਰ ਫਿਰ ਗੋਲਡ ਘਰ ਨਹੀਂ ਚਲਾਉਂਦੇ। ਨਹੀਂ ਹਾਂਜੀ, ਇਹੀ ਤਾਂ ਤੁਹਾਨੂੰ ਮੈਂ ਕਿਹਾ ਜੀ ਵੀ ਅੱਜ ਕੱਲ ਤੁਹਾਨੂੰ ਪਤਾ ਅੱਜ ਦੇ ਟਾਈਮ 'ਚ ਆਪਾਂ ਮੈਡਲਾਂ ਨਾਲ ਰੋਟੀ ਖਾ ਲਾਂਗੇ ਜਾਂ ਮੈਡਲਾਂ ਨਾਲ ਘਰ ਚੱਲ ਪੈਣਗੇ, ਮਿਹਨਤ ਤਾਂ ਕਰਨੀ ਪੈਣੀ ਹੈ ਜੀ। ਜੀ ਇਹ ਤਾਂ ਇਕੱਲੇ ਬਸ ਹੀ ਤੁਹਾਨੂੰ ਪਤਾ ਹੀ, ਮੈਂ ਤਾਂ ਕਹਿੰਦਾ ਵੀ ਕੰਪੀਟੀਸ਼ਨ ਕੋਈ ਆ ਜਿਹੜੇ ਵਧੀਆ ਕਰਾ ਰਿਹਾ, ਬਾਕੀ ਤਾਂ ਇਹ ਬਿਜ਼ਨਸ ਹੀ ਆਈ ਕੰਪੀਟੀਸ਼ਨ ਵਾਲੇ ਜੀ। ਫੀਸ ਦੇ ਨਾਂ ਤੇ 2-2000 ਰੁਪਇਆ ਫੀਸ ਲੈ ਲੈਂਦੇ, ਇਕੱਲਾ ਮੈਡਲ ਦੇ ਕੇ ਤੋਰ ਦਿੰਦੇ ਆ ਜੀ। ਹੁਣ ਤੁਸੀਂ ਆਪ ਦੱਸੋ ਮੈਡਲ ਪੈਣਗੇ ਜੀ। ਜੀ ਤੇ ਪਾਲੀ ਸਵਾਲਾਂ ਦਾ ਮੈਂ ਸਿਲਸਿਲਾ ਲਗਾਤਾਰ ਕਰਦਾ ਰਹਾਂਗਾ। ਮੈਨੂੰ ਲੱਗਦਾ ਵੀ ਜਿੰਨਾ ਕਿ ਤੁਸੀਂ ਜਿਮ ਦੇ ਵਿੱਚ ਟ੍ਰੇਨਿੰਗ ਦਿੰਦੇ ਹੋ ਸਾਰੇ ਆਪਣੇ ਨੌਜਵਾਨਾਂ ਨੂੰ, ਲੜਕੇ ਲੜਕੀਆਂ ਨੂੰ, ਉੱਥੇ ਜ਼ਰੂਰ ਸਾਹ ਮਿਲ ਜਾਣਾ ਹੋਣਾ, ਪਰ ਮੈਂ ਸਾਹ ਨਹੀਂ ਆਉਣ ਦੇਣਾ ਤੁਹਾਨੂੰ, ਸੋ ਉਹਦੇ ਲਈ ਪਹਿਲੇ ਮਾਫੀ ਮੰਗਦਾ। ਸਵਾਲਾਂ ਦੇ ਸਿਲਸਿਲੇ ਤੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਮੈਂ ਤੁਹਾਡਾ ਪਿਛੋਕੜ ਜਾਣ ਲਵਾਂ ਤੁਹਾਡੇ ਮੂੰਹ ਤੋਂ ਕਿ ਕਿਸ ਤਰ੍ਹਾਂ ਤੁਸੀਂ ਸ਼ੁਰੂਆਤ ਕੀਤੀ ਹੈ। ਮੇਰੇ ਖਿਆਲ ਤੁਸੀਂ 2007 ਦੇ ਵਿੱਚ ਜਿਮ ਦੇ ਨਾਲ ਜ਼ਿਹਨ ਬਣਾਇਆ ਕਿ ਮੈਂ ਜਿਮ ਦੇ ਵਿੱਚ ਜਾਣਾ ਹੈ। 2007 ਤੋਂ ਮੈਂ ਸ਼ੁਰੂ ਕੀਤਾ ਸੀਗਾ ਜੀ। ਇਹ ਮੈਂ ਮਾਮਾ ਜੀ ਨੂੰ ਦੇਖ ਕੇ ਸ਼ੁਰੂ ਕੀਤਾ ਸੀਗਾ ਜੀ। ਉਹ ਮੈਨੂੰ ਘਰੋਂ ਹੀ ਪ੍ਰੇਰਨਾ ਮਿਲੀ ਹੈ ਜੀ। ਮੇਰੇ ਮਾਮਾ ਜੀ ਨੂੰ ਦੇਖ ਕੇ ਮੈਂ ਜਿਮ ਜਾਣਾ ਸ਼ੁਰੂ ਕੀਤਾ ਜੀ। ਕਹਿੰਦੇ ਬੜੀਆਂ ਪ੍ਰਾਪਤੀਆਂ ਤੁਸੀਂ ਕੀਤੀਆਂ। ਇਹ ਤਾਂ ਬਾਈ ਮਿਹਨਤ ਆਈ ਜਾਂ ਮੇਰੇ ਮਾਂ ਪਿਓ ਦਾ ਹੀ, ਕਿਉਂ ਮੈਂ ਆਪਦੇ ਪਿਓ ਕਰਕੇ ਇੱਥੋਂ ਤੱਕ ਪਹੁੰਚਿਆ ਹੀ ਨਹੀਂ, ਮੈਂ ਇੱਥੋਂ ਤੱਕ ਨਹੀਂ ਪਹੁੰਚ ਸਕਦਾ ਸੀਗਾ ਜੀ। ਵੀ ਪਿਓ ਨੇ ਪਹੁੰਚਾਇਆ ਜੀ। ਅੱਜ ਵੀ ਮੈਂ ਜੋ ਆਪਦੇ ਪਿਓ ਕਰਕੇ ਆਈ, ਜੋ 2007 ਤੋਂ ਮੈਂ ਖੇਡਣ ਲੱਗਿਆ ਜੀ, ਤੇ ਅੱਜ ਤੱਕ ਮੈਂ ਕੰਪੀਟੀਸ਼ਨ ਖੇਡਿਆ ਜੀ। ਵੀ ਸਾਰਿਆਂ 'ਚ ਮੈਂ ਪਹਿਲਾ ਹੀ ਪੋਜੀਸ਼ਨ ਆਈ ਮੇਰੀ, ਵੀ ਅੱਜ ਤੱਕ ਘੱਟ ਮੈਂ 200-250 ਕੰਪੀਟੀਸ਼ਨ ਖੇਡਦੇ ਹੋਣਗੇ ਜੀ। ਤੇ ਪਰ ਉਹ ਜਿਹੜੀ ਪਹਿਲੀ ਪੋਜੀਸ਼ਨ ਆਈ, ਉਹ ਪਹਿਲੀ ਜ਼ਿਆਦਾ ਅਖਬਾਰਾਂ 'ਚ ਰਹਿ ਗਈ, ਜਾਂ ਮੇਰੇ ਇਕੱਲੇ ਕੰਧ ਤੇ ਜਿਹੜੇ ਮੈਡਲ ਆਈ ਜਾਂ ਟਰੋਫੀਆਂ ਉਹੀ ਰਹਿ ਗਈ ਜੀ। ਉਹਦਾ ਮੈਨੂੰ ਕੁਝ ਮਿਲਿਆ ਤਾਂ ਨਹੀਂ। ਉਹ ਤੁਹਾਨੂੰ ਵੀ ਪਤਾ ਬਾਈ ਕੀ ਦਿੰਦੇ ਆ ਜੀ। ਇਹ ਲਾਈਨ ਬਹੁਤ ਮਹਿੰਗੀ ਆ ਬਾਈ, ਬਾਡੀ ਬਿਲਡਿੰਗ ਕਰਨੀ ਬਹੁਤ ਔਖੀ ਹੈ ਜੀ। ਤੇ ਕਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਰਹੀਆਂ ਪੰਜਾਬ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਹੈ ਤੁਸੀਂ? ਉਦੋਂ ਤਾਂ ਤੁਸੀਂ ਸਿਖਾਉਂਦੇ ਨਹੀਂ ਹੋਵੋਗੇ। ਹਾਂਜੀ ਬਾਈ, ਮੈਂ ਹੀ ਮਾਸਟਰ ਮੋਗਾ ਰਿਹਾ 2010 ਜੀ। ਇੱਥੋਂ ਮੈਂ ਸ਼ੁਰੂਆਤ ਕੀਤੀ ਹੈ ਜੀ। ਫਿਰ ਅੱਗੇ ਦੀ 2013 'ਚ ਮੈਂ ਮਾਸਟਰ ਪੰਜਾਬ ਬਣ ਗਿਆ ਸੀਗਾ ਜੀ। ਫਿਰ ਮੈਂ ਮਾਸਟਰ ਖੇਡਿਆ, ਉੱਥੇ ਮੈਂ ਚੌਥੇ ਸਥਾਨ ਤੇ ਸੀਗਾ ਜੀ। ਫਿਰ ਮੈਂ 2017 'ਚ ਵੀ ਮਿਸਟਰ ਸਿੰਗਾਪੁਰ ਗਿਆ ਜੀ, ਮਿਸਟਰ ਏਸ਼ੀਆ ਖੇਡਣ। ਉੱਥੋਂ ਵੀ ਮੈਂ ਪਹਿਲਾਂ ਆਇਆ ਸੀਗਾ ਜੀ। ਤੇ ਅੱਗੇ ਚੱਲਦੇ ਜਾਂਦੇ ਹੁਣ ਵੀ ਮੇਰਾ 23 ਤਰੀਕ ਨੂੰ ਕੰਪੀਟੀਸ਼ਨ ਆਈ ਲਵਲੀ ਯੂਨੀਵਰਸਿਟੀ ਜੀ, ਤੇ ਉਹਦੀ ਤਿਆਰੀ ਕਰ ਰਿਹਾ। ਤੁਹਾਨੂੰ ਪਤਾ ਹੀ ਆਪਦੇ, ਮੈਂ ਜਿਹੜੀ ਆਪਣੀ ਜੋਬ ਆ ਜੀ, ਉਹਦੀ ਤਨਖਾਹ ਤੋਂ ਬਿਨਾਂ ਵੀ ਘਰੋਂ ਪੈਸੇ ਲੈਣੇ ਪੈਂਦੇ ਮੈਨੂੰ। ਤੁਸੀਂ ਆਪ ਦੇਖ ਲਓ ਜੀ ਵੀ ਇਹ ਲਾਈਨ ਕਿੱਡੀ ਮਹਿੰਗੀ ਹੈ ਜੀ। ਤੁਸੀਂ ਲਵਲੀ ਯੂਨੀਵਰਸਿਟੀ ਦੀ ਗੱਲ ਕੀਤੀ ਹੈ, ਉਹ ਤਾਂ ਮੇਰੇ ਖਿਆਲ ਇੱਕ ਓਪਨ ਕੰਪੀਟੀਸ਼ਨ ਹੋਏਗਾ, ਉੱਥੇ ਤਾਂ ਫਿਰ ਬਾਹਰੋਂ ਵੀ ਆ ਸਕਦੇ ਨੇ ਜਿਮ ਦੇ ਸ਼ੌਕੀਨ। ਬਹੁਤ ਜ਼ਿਆਦਾ ਵੱਡੇ ਪਲੇਅਰ ਆਏ, ਬਹੁਤ ਤਕੜਾ ਕੰਪੀਟੀਸ਼ਨ ਹੋ ਰਿਹਾ ਹੈ ਵੀ ਪ੍ਰਾਈਜ਼ ਵਗੈਰਾ ਵੀ ਬਹੁਤ ਵਧੀਆ ਰੱਖਿਆ ਜੀ। ਵੀ ਇਹੀ ਤੁਹਾਨੂੰ ਮੈਂ ਕਹਿਣਾ ਵੀ ਕੋਈ ਕੰਪੀਟੀਸ਼ਨ ਹੁੰਦਾ ਜਿੱਥੇ ਪਲੇਅਰ ਦਾ ਮੁੱਲ ਪੈਂਦਾ ਜੀ। ਵੀ ਏਦਾਂ ਦੇ ਕੰਪੀਟੀਸ਼ਨ ਹੋਣੇ ਚਾਹੀਦੇ ਆ ਜੀ। ਬਿਲਕੁਲ। ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਤੁਹਾਡੇ ਨਾਲ ਛੋਟਾ ਜਿਹਾ ਸਵਾਲ ਕਰ ਲਾਂ। ਤੁਸੀਂ ਐਜ਼ ਏ ਜਿਮ ਟ੍ਰੇਨਰ, ਐਜ਼ ਏ ਕੋਚ, ਤੁਸੀਂ ਨੌਜਵਾਨ ਲੜਕੇ ਲੜਕੀਆਂ ਨੂੰ ਟ੍ਰੇਨਿੰਗ ਦਿੰਦੇ ਹੋ, ਉਹਨਾਂ ਨੂੰ ਸਿਖਾਉਂਦੇ ਹੋ ਕਿ ਤੁਸੀਂ ਕਸਰਤ ਲੋਹੇ ਨਾਲ ਮੱਥਾ ਕਿੱਦਾਂ ਮਾਰਨਾ ਆ। ਇਹ ਤੁਸੀਂ ਕਦੋਂ ਤੋਂ ਸ਼ੁਰੂਆਤ ਕੀਤੀ ਹੈ ਤੇ ਕਿਹੜੇ ਜਗ੍ਹਾ ਦੇ ਉੱਪਰ ਤੁਹਾਡਾ ਜਿਮ ਹੈ ਤੇ ਤੁਸੀਂ ਕਿਹੜੇ ਨਾਂ ਦੇ ਨਾਲ ਕੰਮ ਕਰਦੇ ਹੋ?
ਮੈਂ ਹੀ ਸ਼ੁਰੂਆਤ ਤਾਂ 2007 ਦੇ ਸ਼ੁਰੂ ਕਰਤਾ ਸੀਗਾ ਜੀ, ਨਾਲ ਹੀ ਮੈਂ ਕੋਚ ਲੱਗ ਗਿਆ ਸੀਗਾ ਜੀ। ਅੱਛਾ ਜੀ। ਹਾਂਜੀ, ਵੀ ਮੈਂ 2007 ਤੋਂ ਲੈ ਕੇ ਅੱਜ ਤੱਕ ਟ੍ਰੇਨਰ ਹੀ ਲੱਗਾ ਹੋਇਆ ਸਲੀਨਾ ਜਿਮ ਜਗਰਾਉਂ ਆ ਜੀ। ਅੱਛਾ ਜੀ। ਤੇ ਉੱਥੇ ਮੈਂ ਟ੍ਰੇਨਰ ਦੀ ਜੌਬ ਕਰਦਾ ਜੀ। ਜੀ ਬਿਲਕੁਲ। ਤੇ ਮੁੰਡੇ ਸਾਰੇ ਮੁੰਡਿਆਂ ਨੂੰ, ਗਰਲਸ ਨੂੰ ਟ੍ਰੇਨਿੰਗ ਕਰਾਉਣਾ ਜੀ ਮੈਂ। ਜੀ। ਪਹਿਲਾ ਸਵਾਲ ਹੁਣ ਮੈਂ ਲੈ ਕੇ ਚੱਲਦਾ, ਹੌਲੀ-ਹੌਲੀ ਆਪਾਂ ਕੜੀਆਂ ਜੋੜਦੇ ਚੱਲਾਂਗੇ। ਅਗਰ ਤੁਸੀਂ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਹਾਂ, YouTube ਦਾ ਪਲੇਟਫਾਰਮ ਹੋ ਗਿਆ ਜਾਂ Facebook ਹੋ ਗਿਆ ਜਾਂ TikTok ਹੋ ਗਈ ਜਾਂ ਹੋਰ ਵੀ ਕੜੀਆਂ ਇਹੋ ਜਿਹੀਆਂ ਚੀਜ਼ਾਂ ਨੇ। ਉਹਨਾਂ ਦੇ ਉੱਪਰ ਜਦੋਂ ਆਪਾਂ ਜਿਮ ਟ੍ਰੇਨਿੰਗ ਨਾਲ ਰਿਲੇਟਡ ਕੁਝ ਵੀ ਸਰਚ ਮਾਰਦੇ ਆ ਤਾਂ ਬੜੇ ਜਿਮ ਟ੍ਰੇਨਰਸ ਅੱਜ-ਕੱਲ੍ਹ ਦੇਖਣ ਨੂੰ ਮਿਲਦੇ ਆ। ਐਂ ਕਰ ਲਓ, ਓਂ ਕਰ ਲਓ, ਆਪਣੀਆਂ ਮਸ਼ੀਨਾਂ ਦਿਖਾਉਂਦੇ ਆ। ਪਤਾ ਨਹੀਂ ਕੀ-ਕੀ ਉੱਥੇ ਟਿਪਸ ਦਿੰਦੇ ਆ, ਐਡਵਾਈਸ ਦਿੰਦੇ ਆ। ਤੁਸੀਂ ਇੰਨੇ ਪ੍ਰਸਿੱਧੀ ਦੇ ਮਾਲਕ ਹੋ, ਮੈਡਲ ਔਰ ਪਿੱਛੇ ਤੁਹਾਡੇ ਇਨਾਮ ਵੀ ਦਿਸ ਰਹੇ ਆ। ਤੁਸੀਂ ਕਦੀ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਦੱਸਦੇ ਕਿ ਮੈਂ ਵੀ ਭਾਈ ਹੈਗਾ ਆ, ਮਤਲਬ ਕਿ ਕੀ ਅਲਰਜੀ ਹੈ ਤੁਹਾਨੂੰ ਸੋਸ਼ਲ ਮੀਡੀਆ ਤੇ, ਕੋਈ ਬਸ ਕਹਿ ਲਓ ਕਿ ਬਸ ਜੀ ਨਹੀਂ ਕਰਦਾ? ਨਹੀਂ, ਇਹਦਾ ਮੈਂ ਤੁਹਾਨੂੰ ਦੱਸਦਾ ਜੀ, ਅੱਜ ਕੱਲ ਨਾ ਜੀ ਸੋਸ਼ਲ ਮੀਡੀਆ ਤੇ ਨਾ ਜੀ, ਜੇ ਤੁਸੀਂ ਆਪਦਾ ਜਾਂ ਕਿਸੇ ਨੂੰ ਤੁਸੀਂ ਨੌਲੇਜ ਦੀ ਵੀਡੀਓ ਪਾਓਗੇ ਜਾਂ ਕਿਸੇ ਨੂੰ ਗਿਆਨ ਦਓਗੇ ਨਾ ਜੀ, ਤੁਹਾਨੂੰ ਕੋਈ ਸਪੋਰਟ ਨਹੀਂ ਕਰਦਾ ਜੀ। ਜੇ ਤੁਸੀਂ ਇੱਥੇ ਕੋਈ ਗੰਦ-ਮੰਦ ਬੋਲੋਗੇ ਜਾਂ ਕਿਸੇ ਨੂੰ ਕੰਟਰੋਵਰਸੀ ਕਰੋਗੇ ਜਾਂ ਕਿਸੇ ਨੂੰ ਮਾੜਾ ਬੋਲੋਗੇ ਤਾਂ ਤੁਹਾਨੂੰ ਬਹੁਤ ਲਾਈਕ ਵਿਊ ਆਉਂਦੇ ਜੀ। ਪਰ ਆ ਜੋ ਚੰਗੇ ਕੰਮ ਨੂੰ ਕੋਈ ਸਪੋਰਟ ਨਹੀਂ ਕਰਦਾ ਜੀ। ਮੈਂ ਸੱਚੀ ਆਪਦੇ ਤੇ ਐਕਸਪੀਰੀਅੰਸ ਕਰਕੇ ਦੇਖਿਆ ਜੀ। ਪਰ ਆਪਾਂ ਨੇ ਸੁਨੇਹਾ ਵੀ ਤਾਂ ਇਹਨਾਂ ਪਲੇਟਫਾਰਮਾਂ ਦੇ ਥਰੂ ਹੀ ਦੇਣਾ ਕਿ ਅਸੀਂ ਬਾਈ ਚੰਗਾ ਕੰਮ ਕਰ ਰਹੇ ਹਾਂ, ਸਾਨੂੰ ਦੇਖੋ, ਤੇ ਫਿਰ ਦਿਖਾਉਣ ਦੇ ਲਈ ਇਹੀ ਪਲੇਟਫਾਰਮ ਹੈ। ਹਾਂ, ਨਹੀਂ ਇਹ ਤਾਂ ਮੈਂ ਮੰਨਦਾ ਜੀ, ਸੋਸ਼ਲ ਮੀਡੀਆ ਇੱਕ ਪਾਸੇ ਜਿੰਨਾ ਮਾੜਾ ਉਨਾ ਚੰਗਾ ਵੀ ਹੈ ਜੀ, ਵੀ ਆਪਾਂ ਲੋਕਾਂ ਨੂੰ ਵੀ ਚੰਗੀ ਸੇਧ ਦੇ ਸਕਦੇ ਆ ਜੀ। ਪਰ ਅੱਜ ਕੱਲ੍ਹ ਲੋਕ ਦੇਖਣਾ ਹੀ ਪਸੰਦ ਉਹੋ ਜਿਹਾ ਕੁਛ ਕਰਦੇ ਆ ਨਾ ਜੀ, ਤੁਹਾਨੂੰ ਪਤਾ ਜੀ, ਤਾਂ ਹੀ ਤਾਂ ਅੱਜ ਕੱਲ੍ਹ ਲੋਕ ਵੀ ਦੇਖੀਦਾ ਨਾ ਜੀ, ਅੱਜ ਕੱਲ੍ਹ ਲੋਕ ਚੰਗੇ ਭਲੇ ਹੋਣ ਦੇ ਬਾਵਜੂਦ ਵੀ ਕਿੱਦਾਂ ਦੀਆਂ ਹਰਕਤਾਂ ਕਰਕੇ ਵੀਡੀਓ ਪਾਉਂਦੇ ਜੀ। ਉਹ ਸਾਰਾ ਕੁਝ ਤੁਹਾਨੂੰ ਪਤਾ ਜੀ, ਅੱਜ ਕੱਲ੍ਹ ਵਿਊ ਦੇ ਚੱਕਰ 'ਚ ਆ ਜੀ। ਪਰ ਆਪਾਂ ਤਾਂ ਸ਼ੁਰੂ ਤੋਂ ਹੀ ਇਹ ਆ ਵੀ ਕਿਸੇ ਨੂੰ ਮਾੜੀ ਰਹਿ ਨਾ ਦਿਓ ਜੀ। ਚਾਹੇ ਜਿਮ 'ਚ ਆਪਣਾ ਕੋਈ ਭਰਾ ਆਉਂਦਾ, ਭੈਣ ਆਉਂਦੀ ਆ, ਵੀ ਉਹਨੂੰ ਮਾੜੀ ਰਹਿ ਨਾ ਦਿਓ। ਵੀ ਅਗਲੇ ਨੇ ਪ੍ਰੋਟੀਨ ਪੁੱਛਦੇ, ਅੱਜ ਕੱਲ੍ਹ ਤੁਹਾਨੂੰ ਪਤਾ ਹੀ ਲੋਕ ਸ਼ੋਅ ਆਫ ਦੇ ਚੱਕਰਾਂ 'ਚ ਬੋਡੀ ਬਣਾਉਣ ਨੂੰ ਫਿਰਦੇ ਆ ਜੀ। ਜੀ। ਵੀ ਇਹ ਕੰਮ ਤੁਹਾਨੂੰ ਪਤਾ ਜੀ, ਇਹ ਕੰਮ ਬਹੁਤ ਤਪੱਸਿਆ ਦਾ ਕੰਮ ਆ ਜੀ ਇਹ। ਜੀ ਬਿਲਕੁਲ, ਜੀ ਬਿਲਕੁਲ। ਆਪਾਂ ਉਹਨਾਂ ਸਾਰੇ ਸਵਾਲਾਂ ਨੂੰ ਛੂਹਾਂਗੇ। ਉਹ ਸਵਾਲ ਜਿਹੜੇ ਸਾਡੇ ਦਰਸ਼ਕਾਂ ਦੇ ਜ਼ਿਹਨ ਦੇ ਵਿੱਚ ਹੁੰਦੇ ਨੇ, ਲੇਕਿਨ ਉਹਨਾਂ ਨੂੰ ਉਹਦੇ ਸਹੀ ਉੱਤਰ ਨਹੀਂ ਮਿਲ ਪਾਉਂਦੇ ਤੇ ਉਹ ਗੁੰਮਰਾਹ ਹੋ ਕੇ ਰਹਿ ਜਾਂਦੇ ਆ। ਕੋਈ ਸਪਲੀਮੈਂਟਾਂ ਦੇ ਮਗਰ ਲੱਗ ਗਿਆ, ਕੋਈ ਭਾਰ ਚੱਕ ਕੇ ਕਹਿੰਦਾ ਮੇਰਾ ਹੁਣ ਸਰੀਰ ਨਹੀਂ ਚੱਲਦਾ ਹੈਗਾ। ਇੱਕ-ਇੱਕ ਕਰਕੇ ਉਹਨਾਂ ਸਵਾਲਾਂ ਦੇ ਉੱਪਰ ਆਉਣੇ ਆ। ਚਲੋ ਕੋਈ ਗੱਲ ਨਹੀਂ, ਤੁਸੀਂ ਸੋਸ਼ਲ ਮੀਡੀਆ ਤੇ ਪਹਿਲਾਂ ਨਹੀਂ ਰਹੇ, ਲੇਕਿਨ ਅੱਜ ਤੁਸੀਂ ਇਸੇ ਸੋਸ਼ਲ ਮੀਡੀਆ ਦੇ ਚੰਗੇ ਪੱਖ ਤੋਂ ਆਪਣੀਆਂ ਗੱਲਾਂ ਕਹਿ ਰਹੇ ਹੋ। ਜ਼ਰੂਰ ਤੁਹਾਨੂੰ ਇਹਦੀ ਸ਼ਾਬਾਸ਼ ਮਿਲੇਗੀ। ਲਓ ਆਪਾਂ ਸਵਾਲਾਂ ਦੀ ਸ਼ੁਰੂਆਤ ਸ਼ੁਰੂ ਕਰਦੇ ਹਾਂ ਜੀ। ਹਾਂਜੀ, ਦੇਖੋ, ਕਹਿੰਦੇ ਜੀ ਜਿਹੜਾ ਮਨੁੱਖੀ ਸਰੀਰ ਆ, ਇਹਦਾ ਜੋ ਵੀ ਕਿਰਿਆਵਾਂ ਹੁੰਦੀਆਂ, ਯਾਨੀ ਕਿ ਜੋ ਵੀ ਅਸੀਂ ਆਪਣੇ ਦਿਮਾਗ 'ਚ ਲੈ ਕੇ ਆਉਨੇ ਆ, ਉਹਨੂੰ ਆਪਾਂ ਕਿਰਿਆ ਦੇ ਵਿੱਚ ਲੈ ਕੇ ਆਉਨੇ ਆ। ਮਤਲਬ ਕਿ ਸਾਰੀ ਇਹ ਦਿਮਾਗੀ ਖੇਡ ਆ। ਠੀਕ ਆ ਜੀ। ਤੇ ਇਹਦਾ ਮਤਲਬ ਜਿਹੜੀ ਫਿਟਨੈਸ ਆ, ਉਹ ਵੀ ਤਾਂ ਫਿਰ ਦਿਮਾਗੀ ਖੇਡ ਤੋਂ ਬਾਹਰ ਦੀ ਗੇਮ ਤਾਂ ਨਹੀਂ ਹੈਗੀ। ਤਾਂ ਤੁਹਾਡੀ ਨਿਗਾਹ ਦੇ ਵਿੱਚ ਇਹ ਫਿਟਨੈਸ ਹੈ ਕੀ ਚੀਜ਼ ਆ? ਕਿਉਂਕਿ ਜਿਮ ਦੇ ਵਿੱਚ ਅਗਰ ਆਪਾਂ ਲੋਚਦੇ ਆ ਵੀ ਜਾਣਾ ਆ, ਚਾਹੇ ਲੜਕਾ ਚਾਹੇ ਲੜਕੀ ਆ, ਉਹ ਫਿਟਨੈਸ ਲੈਣ ਲਈ ਜਾਂਦਾ, ਆਪਣੀ ਤੰਦਰੁਸਤੀ ਲੈਣ ਲਈ ਜਾਂਦਾ। ਸੋ ਜੇ ਮੈਂ ਇਹ ਪੁੱਛਾਂ ਕਿ ਫਿਟਨੈਸ ਹੈ ਕੀ ਆ, ਉਹਦੀ ਪਰਿਭਾਸ਼ਾ ਕੀ ਆ? ਇਹ ਬਾਈ ਪਹਿਲੀ ਗੱਲ ਤਾਂ ਅੱਜ ਕੱਲ੍ਹ ਕਿਸੇ ਨੂੰ ਪਤਾ ਹੀ ਨਹੀਂ ਗਈ ਵੀ ਅੱਜ ਕੱਲ੍ਹ ਲੋਕ ਡੰਬਲ ਚੱਕ ਲੈ, ਡੋਲੇ ਬਣਾਉਣੇ ਆ। ਇਹ ਪਰਿਭਾਸ਼ਾ ਕਿਸੇ ਨੂੰ ਪਤਾ ਹੀ ਨਹੀਂ ਗਾ ਵੀ ਫਿਟਨੈਸ ਕੀ ਆ। ਫਿਟਨੈਸ ਤੁਹਾਨੂੰ ਪਤਾ ਹੀ ਆਪਣੇ ਮਾਈਂਡ ਦੀ ਗੇਮ ਆ ਸਾਰੀ। ਆਪਣੀ ਮਾਈਂਡ ਦਾ, ਆਪਣੀ ਬੋਡੀ ਦਾ ਤੇ ਆਪਣੀ ਜਿਹੜੇ ਸੋਲ ਆਈ, ਉਹਦਾ ਆਪਣਾ ਸੰਤੁਲਨ ਹੋਣਾ ਚਾਹੀਦਾ, ਫਿਰ ਇਹ ਫਿਟਨੈਸ ਹੁੰਦੀ ਹੈ। ਅੱਜ ਐਵੇਂ ਥੋੜੀ ਬਾਈ ਵੱਡੇ ਡੋਲੇ ਵੇਖ ਕੇ ਕਹਿ ਦੇਣਾ ਬਾਈ ਤਕੜਾ, ਫਿਟਨੈਸ ਤਕੜੀ ਆ ਬਾਈ ਦੀ। ਇਹ ਨੀਗਾ ਬਾਈ, ਅੱਜ ਕੱਲ੍ਹ ਲੋਕਾਂ ਨੂੰ ਪਤਾ ਹੀ ਨੀਗਾ ਜੀ ਵੀ ਫਿਟਨੈਸ, ਸਹੀ ਫਿਟਨੈਸ ਕੀ ਹੁੰਦੀ ਹੈ। ਤੁਸੀਂ ਕੰਬੀਨੇਸ਼ਨ ਬਣਾਇਆ 3 ਅੰਗਰੇਜ਼ੀ ਦੇ ਸ਼ਬਦਾਂ ਦਾ ਕਿ ਬੋਡੀ, ਮਾਈਂਡ ਤੇ ਸੋਲ। ਹਾਂਜੀ, ਜੇ ਇਹ ਕਹਿ ਲਈਏ ਕਿ ਮਤਲਬ ਕਿ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਕੇਂਦਰੀਕਰਨ ਉਹਦਾ ਕਰਨਾ, ਇਹਨੂੰ ਇਕੱਠਾ ਕਰਨਾ ਹੈ, ਤਾਂ ਉਹ ਤੁਹਾਡੀ ਇਜ਼ ਇਕੁਅਲ ਟੂ ਟੋਟਲ ਫਿਟਨੈਸ ਆ। ਥੋੜਾ ਜਿਹਾ ਹੋਰ ਇਹਨੂੰ ਖੋਲ ਕੇ ਸਮਝਾ ਦਿਓ, ਥੋੜਾ ਟੈਕਨੀਕਲ ਹੋ ਗਿਆ। ਹਾਂਜੀ ਹਾਂਜੀ, ਤੇ ਤੁਸੀਂ ਥੋੜਾ ਜਿਹਾ ਇਹਨੂੰ ਹੋਰ ਖੋਲ ਕੇ ਸਮਝਾ ਦਿਓ। ਜਦੋਂ ਆਪਾਂ ਜਿਮ 'ਚ ਐਂਟਰ ਕਰਦੇ ਆ ਨਾ, ਪਹਿਲੀ ਗੱਲ ਤਾਂ ਆਪਣਾ ਸਹੀ ਹੋਣਾ ਚਾਹੀਦਾ ਹੈ। ਪਹਿਲੀ ਗੱਲ ਇਹ ਆ ਜੀ ਵੀ ਇਹ ਥੋੜੀ ਆਪਾਂ ਵੀ ਮਿਹਨਤ ਕਰਦੇ ਪਏ ਆ ਜਾਂ ਕੋਈ ਐਕਸਰਸਾਈਜ਼ ਕਰਦੇ ਪਏ ਆ, ਆਪਣਾ ਮਾਈਂਡ ਹੋਰ ਪਾਸੇ ਹੈ। ਜਾਂ ਆਪਾਂ ਕਹਿ ਦਈਏ ਵੀ ਐਕਸਰਸਾਈਜ਼, ਮੈਂ ਤੁਹਾਨੂੰ ਐਕਸਰਸਾਈਜ਼ ਲਾਉਣ ਨੂੰ ਦੱਸਤਾ ਤੇ ਧਿਆਨ ਤੁਹਾਡਾ ਰੀਲਾਂ 'ਚ ਆਈ। ਅੱਜ ਕੱਲ੍ਹ ਮੈਂ ਇਹੀ ਦੇਖਦਾ ਜੀ, ਕਹਿ ਦਈਦਾ ਬਾਈਸੈਪ ਲਾਉਣੇ ਜਾਂ ਕੁਛ ਲਾਉਣਾ, ਕੋਈ ਐਕਸਰਸਾਈਜ਼ ਦੱਸ ਦੋ, ਬੰਦੇ ਦਾ ਮਾਈਂਡ ਤਾਂ ਘਰੇ ਹੁੰਦਾ ਜੀ ਵੀ ਮੈਂ ਬਰਗਰ ਖਾਣਾ, ਪੀਜ਼ਾ ਖਾਣਾ।
ਮੇਨ ਗੱਲ ਇਹੀ ਹੈ, ਜਦੋਂ ਆਪਣਾ ਬਾਈ ਫੋਕਸ ਹੀ ਨਹੀਂ ਕਿਸੇ ਕੰਮ 'ਚ, ਤੇ ਫਿਰ ਆਪਾਂ ਉਹ ਕੰਮ ਨੂੰ ਕਿਵੇਂ ਆਪਾਂ 100% ਦੇ ਦਾਂਗੇ? ਤੁਸੀਂ ਆਪ ਦੱਸੋ ਜੀ। ਵੀ ਅੱਜ ਦੇ ਟਾਈਮ 'ਚ ਇਹੀ ਹੈ, ਲੋਕਾਂ ਨੂੰ ਇਹੀ ਨਹੀਂ ਪਤਾ ਵੀ ਆਪਣਾ ਮਾਈਂਡ ਕਨੈਕਸ਼ਨ ਕਿਵੇਂ ਕਰਨਾ ਬੋਡੀ ਨਾਲ। ਵੀ ਤਾਂ ਹੀ ਤਾਂ ਲੋਕਾਂ ਨੂੰ ਬਾਈ ਏਦਾਂ ਦੀ ਪ੍ਰੋਬਲਮ ਆ ਰਹੀਆਂ ਵਾ, ਜਦੋਂ ਆਪਾਂ ਆਪਣੇ ਦਿਮਾਗ ਨੂੰ ਸਮਝਦੇ ਹੀ ਨਹੀਂ, ਆਪਣੇ ਦਿਮਾਗ 'ਚ ਕੀ ਆ, ਵੀ ਬੋਡੀ ਆਪਣੀ ਫਿਟਨੈਸ ਕੀ ਆ। ਲੋਕ ਇਹ ਥੋੜੀ ਆ ਵੀ ਡੋਲੇ ਵੱਡੇ ਕਰ ਲਏ ਤੇ ਬੰਦਾ ਫਿੱਟ ਆ ਜੀ ਬਿਲਕੁਲ। ਜੇ ਆਪਾਂ ਫੌਜ ਦੀ ਵੀ ਗੱਲ ਕਰੀਏ ਤਾਂ ਮੇਰੇ ਖਿਆਲ ਫੌਜ ਦੇ ਵੀ ਸਿਲੈਕਸ਼ਨ ਤੁਹਾਡਾ ਡੌਲਾ ਜਾਂ ਪੱਟ ਦੀ ਮਟਾਈ ਦੇਖ ਕੇ ਨਹੀਂ ਹੁੰਦੀ। ਉਹ ਕਹਿੰਦੇ ਆ ਵੀ ਸਾਨੂੰ ਚਾਹੇ ਕਹਿ ਲਓ ਕਿ ਪਤਲਾ ਜਿਹਾ ਬੰਦਾ ਹੋਵੇ, ਲੇਕਿਨ ਫਰਤੀਲਾ ਹੋਣਾ ਚਾਹੀਦਾ, ਦਿਮਾਗ ਵੀ ਚੱਲਦਾ ਹੋਣਾ ਚਾਹੀਦਾ, ਬੰਦਾ ਤਕੜਾ ਹੋਣਾ ਚਾਹੀਦਾ, ਬੋਡੀ ਤੋਂ ਬੰਦਾ ਤਕੜਾ ਨਹੀਂ ਹੋਣਾ ਚਾਹੀਦਾ। ਜੀ ਬਿਲਕੁਲ। ਦੇਖੋ ਤੁਸੀਂ ਬੜਾ ਵਧੀਆ ਕੰਬੀਨੇਸ਼ਨ ਬਣਾਇਆ ਕਿ ਦਿਮਾਗ ਦਾ ਸਰੀਰ ਦੇ ਨਾਲ ਤੁਸੀਂ ਕੰਬੀਨੇਸ਼ਨ ਬਣਾਇਆ ਤੇ ਆਤਮਾ ਦੀ ਗੱਲ ਕੀਤੀ। ਖੈਰ ਉਹ ਆਤਮਾ ਦੀ ਗੱਲ ਨਹੀਂ ਕੀਤੀ, ਤੁਸੀਂ ਉਹਨੂੰ ਕਿਹਾ ਕਿ ਜੋ ਤੁਹਾਡੇ ਅੰਦਰ ਹਾਵ ਭਾਵ ਉੱਠਦੇ ਨੇ ਵੀ ਉਹਨੂੰ ਕੰਬਾਈਨ ਕਰੋ, ਇੱਕ ਜਗ੍ਹਾ ਤੇ ਲੈ ਕੇ ਆਓ। ਪਰ ਪਾਲੀ ਜੀ ਆਪਾਂ ਪੰਜਾਬ ਤੱਕ ਪਹਿਲਾਂ ਚਲੋ ਸੀਮਤ ਰੱਖਦੇ ਹਾਂ, ਜਿਹੜੇ ਬਾਹਰਲੇ ਕੰਟਰੀ ਆ ਚਲੋ ਉਹਨਾਂ ਦਾ ਕੁਝ ਮਾਹੌਲ ਹੋ ਰਿਹਾ, ਉੱਥੇ ਥੋੜਾ ਸਿਸਟਮ ਸਹੀ ਵੀ ਚੱਲਦਾ ਇਹਨਾਂ ਮਾਮਲਿਆਂ ਦੇ ਵਿੱਚ। ਪੰਜਾਬ ਦਾ ਨੌਜਵਾਨ ਤਾਂ ਇਸ ਵੇਲੇ ਕਹਿ ਲਓ ਵੀ ਸਟ੍ਰੈਸ ਦੇ ਵਿੱਚ ਫਸਿਆ ਹੋਇਆ, ਧਰਨੇ ਦੇ ਧਰਨੇ ਲੱਗ ਰਹੇ ਆ, ਜੋਬਾਂ ਵਾਲੇ ਸਟ੍ਰਾਈਕਾਂ ਤੇ ਜਾ ਰਹੇ ਆ। ਚਲੋ ਆਪਾਂ ਇਹਨਾਂ ਚੀਜ਼ਾਂ ਦੀ ਗਿਣਤੀ ਨਹੀਂ ਕਰਦੇ, ਆਪਾਂ ਕਹਿੰਦੇ ਆ ਵੀ ਪੰਜਾਬ ਦੇ ਨੌਜਵਾਨ ਦੇ ਦਿਮਾਗ ਦੇ ਵਿੱਚ ਸੈਡਨੈਸ ਫਸੀ ਹੋਈ ਆ, ਉਹਦੇ ਵਿੱਚ ਐਂਗਰ ਬਹੁਤ ਆ, ਉਹਦੇ ਵਿੱਚ ਸਟ੍ਰੈਸ ਇੰਨੀ ਜ਼ਿਆਦਾ ਆ, ਉੱਪਰੋਂ ਸਾਡਾ ਖਾਣ ਪੀਣ ਖਰਾਬ ਹੋਇਆ ਪਿਆ, ਸੋਸ਼ਲ ਮੀਡੀਆ ਨੇ ਮੱਤ ਮਾਰੀ ਹੋਈ ਆ, ਤੇ ਉੱਪਰੋਂ ਉਹਦੇ ਦਿਮਾਗ ਦੇ ਵਿੱਚ ਫੁਰਨਾ ਆਉਂਦਾ ਕਿ ਜੀ ਮੈਂ ਸਲੀਨਾ ਜਾਣਾ ਜੀ, ਤੇ ਉੱਥੇ ਜਾ ਕੇ ਪਾਲੀ ਹੋਣਾ ਕੋਲੋਂ ਮੈਂ ਤਾਂ ਵੀ ਬੋਡੀ ਬਿਲਡਿੰਗ ਦੇ ਗੁਰ ਸਿੱਖਣੇ, ਮੈਂ ਤਾਂ ਬਣਾਉਣਾ, ਆਪਣਾ ਸਰੀਰ ਬਣਾਉਣਾ। ਉਹ ਜਦੋਂ ਇੰਨੀਆਂ ਲਾਮਤਾਂ ਵਾਲਾ ਨੌਜਵਾਨ ਤੁਹਾਡੇ ਕੋਲ ਆਉਂਦਾ ਤਾਂ ਫਿਰ ਤੁਸੀਂ ਉਹਨੂੰ ਮਤਲਬ ਟੈਕਲ ਕਿੱਦਾਂ ਕਰਦੇ ਹੋ? ਉਹ ਬਾਈ ਤੁਹਾਨੂੰ ਮੈਂ ਇਹ ਦੱਸਦਾ ਜੀ, ਅੱਜ ਕੱਲ ਤਾਂ ਪਹਿਲੀ ਗੱਲ ਤਾਂ ਜੀ ਦੇਖ ਲਓ ਵੀ ਜਦੋਂ ਬੰਦਾ ਜਿਮ ਆਉਂਦਾ ਜੀ, ਅੱਜ ਕੱਲ ਤਾਂ ਵੀ ਇੰਨਾ ਸਟ੍ਰੈਸ ਆ ਵੀ ਕਈ ਦੱਸ ਵੀ ਦਿੰਦੇ, ਕਈ ਨਹੀਂ ਵੀ ਦੱਸਦੇ, ਆਪਾਂ ਨੂੰ ਬੰਦੇ ਦਾ ਚਿਹਰਾ ਦੇਖ ਕੇ ਪਤਾ ਲੱਗ ਹੀ ਜਾਂਦਾ। ਜੀ ਜੀ ਜੀ। ਪਹਿਲੀ ਗੱਲ ਤਾਂ ਇਹ ਆਪਣਾ ਬਾਈ ਜਿਹੜੇ ਦਿਨ ਦਾ ਸ਼ਡਿਊਲ ਆ ਉਹੀ ਨਹੀਂ ਸਹੀ, ਆਪਾਂ ਵੀ ਕਿਵੇਂ ਉੱਠਣਾ ਬੈਠਣਾ, ਕੀ ਖਾਣਾ ਪੀਣਾ, ਕਿਹੜੇ ਟਾਈਮ ਆਪਾਂ ਨੀਂਦ ਲੈਣੀ ਆ, ਕਦੋਂ ਆਪਾਂ ਖਾਣਾ। ਅੱਜ ਕੱਲ ਬਾਈ ਜਦੋਂ ਆਪਣਾ ਸਾਰਾ ਸ਼ਡਿਊਲ ਹੀ ਗਲਤ ਆ ਤੇ ਉਹ ਫਿਰ ਬੰਦਾ ਤੁਹਾਨੂੰ ਪਤਾ ਟੈਨਸ਼ਨ 'ਚ ਹੀ ਜਾਊਗਾ। ਜਦੋਂ ਆਪਾਂ ਜਿਮ ਬੰਦੇ ਨੂੰ ਆ ਕੇ ਕਹਿ ਵੀ ਦਿੰਦੇ ਆ ਵੀ ਤੁਸੀਂ 10 ਮਿੰਟ ਵਾਕ ਕਰਨੀ ਆ ਜਾਂ ਸਾਈਕਲਿੰਗ ਕਰਨੀ ਆ, ਉਹ ਬੰਦਾ ਤਾਂ ਫੋਨ ਤੇ ਚੁੰਬੜਿਆ ਬੈਠਾ ਹੁੰਦਾ, ਨਾਲ ਦੀ ਨਾਲ ਰੀਲਾਂ ਦੇਖੀ ਜਾਂਦਾ, ਨਾਲ ਸਾਈਕਲ ਚਲਾਈ ਜਾਂਦਾ। ਨਹੀਂ ਐਜ਼ ਅ ਜਿਮ ਟ੍ਰੇਨਰ ਤੁਹਾਡੇ ਜਿਮ ਦੇ ਵਿੱਚ ਤੁਹਾਡੇ ਕੋਲ ਬਹੁਤ ਆਉਂਦੇ ਨੇ, ਤੁਸੀਂ ਕਾਫੀ ਮਿਹਨਤਾਂ ਮਾਰੀਆਂ, ਫਿਰ ਮੇਰਾ ਸਵਾਲ ਇਹ ਆ ਵੀ ਫਿਰ ਇਹਨਾਂ ਬੰਦਿਆਂ ਨੂੰ ਤੁਸੀਂ ਕਿੱਦਾਂ ਮੋਟੀਵੇਟ ਕਰਦੇ ਹੋ ਕਿ ਭਾਈ ਪਹਿਲਾਂ ਆਹ ਚੀਜ਼ਾਂ ਸੁਧਾਰਨੀਆਂ ਪੈਣੀਆਂ, ਡੌਲਿਆਂ ਨੂੰ ਛੱਡ ਹਜੇ? ਇਹੀ ਹੈ ਨਾ ਬਾਈ, ਜਦੋਂ ਆਪਾਂ ਬੰਦੇ ਨੂੰ ਜਿਮ 'ਚ ਆ ਕੇ ਐਂਟਰ ਕਰਦਾ ਜੀ, ਪਹਿਲੀ ਗੱਲ ਤਾਂ ਉਹਨਾਂ ਨੂੰ ਆਪਣਾ ਜੀ ਇਹ ਕਹੀਦਾ ਵੀ ਤੁਹਾਨੂੰ ਪਹਿਲਾਂ ਆਪਦਾ ਲਾਈਫ ਸਟਾਈਲ ਸਹੀ ਕਰਨਾ ਪੈਣਾ ਜੀ। ਵੀ ਤੁਹਾਨੂੰ ਚੰਗੀ ਖੁਰਾਕ ਲੈਣੀ ਪੈਣੀ ਆ, ਘਰ ਦੀ ਖੁਰਾਕ ਲੈਣੀ ਪੈਣੀ ਆ। ਇਹ ਥੋੜੀ ਬਾਈ ਅੱਜ ਕੱਲ ਤਾਂ ਕਹਿ ਦਿੰਦੇ ਸਾਨੂੰ ਪ੍ਰੋਟੀਨ ਦੱਸ ਦਿਓ, ਪਾਊਡਰ ਦਾ ਡੱਬਾ ਦੱਸ ਦਿਓ ਕਿਹੜਾ ਲਈਏ। ਵੀ ਇਹ ਬਾਈ ਡੱਬਿਆਂ ਨਾਲ ਟੈਨਸ਼ਨਾਂ ਨਹੀਂ ਮੁੱਕਣੀਆਂ, ਟੈਨਸ਼ਨਾਂ ਮੁੱਕਣੀਆਂ ਬਾਈ ਘਰ ਦੀ ਖੁਰਾਕ, ਖੁਸ਼ ਰਹੋ, ਆਪਦੇ ਪਰਿਵਾਰ ਨੂੰ ਟਾਈਮ ਦਿਓ। ਵੀ ਥੋੜਾ ਜਿਹਾ ਫੈਟ ਵਾਲੀਆਂ ਜਿਹੜੀਆਂ ਆਪਾਂ ਬਾਹਰਲਾ ਜੰਕ ਫੂਡ ਆ ਉਹ ਤੋਂ ਵੀ ਅੱਜ ਕੱਲ ਦਾ ਬਾਈ ਤੁਹਾਨੂੰ ਪਤਾ ਹਰੇਕ ਘਰੇ ਟੈਨਸ਼ਨ ਆ ਤੇ ਹਰੇਕ ਘਰੇ ਮੈਡੀਸਨ ਹੈਗੀ ਆ, ਵੀ ਇੱਕ ਨਾ ਇੱਕ ਬੰਦੇ ਦੀ ਮੈਡੀਸਨ ਤਾਂ ਚੱਲਦੀ ਜ਼ਰੂਰ ਹੈਗੀ ਆ ਜੀ। ਵੀ ਪਤਾ ਚੀਜ਼ ਇਹੋ ਜਿਹੀ ਹੈ ਬਾਈ, ਜਿਹੜਾ ਬੰਦਾ ਸਹੀ ਸਮਝ ਜਾਂਦਾ ਜਿਮ ਇਹੋ ਜਿਹੀ ਚੀਜ਼ ਆ ਵੀ ਇਹਦੇ ਨਾਲ ਬੰਦਾ ਸਾਰੀ ਉਮਰ ਖੁਸ਼ ਰਹਿ ਸਕਦਾ ਜੀ। ਜਿਮ ਇਹੋ ਜਿਹੀ ਲੈਣਾ ਜਿਹੜਾ ਬੰਦਾ ਸਹੀ ਤਰੀਕੇ ਨਾਲ ਆਪਦੇ ਮਾਈਂਡ ਨੂੰ ਪ੍ਰਪੇਅਰ ਕਰਕੇ ਆਉਂਦਾ। ਵੀ ਜਿਹੜਾ ਬੰਦੇ ਹੁਣ ਤੁਹਾਨੂੰ ਪਤਾ ਹੀ ਆ ਕੇ ਘੰਟਾ ਜਿਮ ਲਾਉਣੀ ਆ, 23 ਘੰਟੇ ਆਪਾਂ ਗੰਦ ਪਹਿਲੀ ਖਾਈ ਜਾਣਾ ਜੀ, ਸਾਰਾ ਦਿਨ ਆਪਾਂ ਰੀਲਾਂ 'ਚ ਬੜੇ ਰਹਿਣਾ ਜੀ, ਸੌਣਾ ਹੈ ਨੀ ਗਾ ਜੀ, ਤੇ ਉਹ ਬੰਦਾ ਕਿੱਥੋਂ ਤੁਹਾਨੂੰ ਪਤਾ ਫਿੱਟ ਰਹਿ ਲੂਗਾ ਜੀ। ਤੇ ਇਸੇ ਕਰਕੇ ਬਾਈ ਬੰਦਿਆਂ ਦੀ ਉਮਰ ਘਟ ਰਹੀ ਆ ਅੱਜ ਕੱਲ ਤੁਹਾਨੂੰ ਪਤਾ ਨੌਜਵਾਨ ਹੀ, ਮੈਂ ਤਾਂ ਕਈ ਬੰਦੇ ਦੇਖ ਲਏ ਜਿਹੜੇ ਨੌਜਵਾਨਾਂ ਨੂੰ ਅਟੈਕ ਹੋ ਰਹੇ ਜੀ। ਬਿਲਕੁਲ, ਇਹਨਾਂ ਅਟੈਕਾਂ ਦੇ ਉੱਪਰ ਵੀ ਆਪਾਂ ਆਵਾਂਗੇ, ਆਪਾਂ ਖਾਣ ਪੀਣ ਦੇ ਉੱਪਰ ਵੀ ਗੱਲਬਾਤ ਬਹੁਤ ਡਿਟੇਲ 'ਚ ਕਰਨੀ ਆ, ਤੇ ਆਪਾਂ ਇਹਨਾਂ ਦੀ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਆਦਤਾਂ ਦੀਆਂ ਅਲਾਮਤਾਂ ਉਹ ਕੀ ਪ੍ਰਭਾਵ ਪਾ ਰਹੀਆਂ, ਖਾਸ ਕਰਕੇ ਜਿਹੜਾ ਜਿਮ ਦੇ ਵਿੱਚ ਆਪਣਾ ਟਾਈਮ ਆ ਕੇ ਲਗਾਉਂਦਾ ਆ, ਉਹਦੇ ਉੱਪਰ ਵੀ ਗੱਲ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਤੁਸੀਂ 2007 ਤੋਂ ਇਸ ਲੋਹੇ ਦੇ ਨਾਲ ਮੱਥਾ ਮਾਰ ਰਹੇ ਹੋ, ਕੋਸ਼ਿਸ਼ ਕਰ ਰਹੇ ਹੋ ਕਿ ਨੌਜਵਾਨਾਂ ਨੂੰ ਤੁਸੀਂ ਵਧੀਆ ਬਣਾ ਕੇ ਉੱਥੋਂ ਭੇਜੋ। ਮਤਲਬ ਕਿ ਸਿਰਫ ਇਹ ਨਹੀਂ ਹੈਗਾ ਜੋ ਦਿਖਾਇਆ ਜਾਂਦਾ ਕਿ ਹਾਂਜੀ ਮੇਰੇ ਕੋਲ ਆਓ ਜੀ ਮੈਂ ਡੋਲੇ ਬਣਾ ਦੂੰ, ਮੈਂ ਕਰ ਦੂੰ, ਨਹੀਂ, ਉਹ ਫਿਟਨੈਸ ਨਹੀਂ ਹੈਗੀ। ਫਿਟਨੈਸ ਹੈਗੀ ਤੁਹਾਡੀ ਓਵਰਆਲ ਪਰਸਨੈਲਿਟੀ ਵਾਲਾ ਡਿਵੈਲਪ ਹੋ ਜਾਵੇ, ਉਹਦੇ ਵਿੱਚ ਫਿਟਨੈਸ ਫਿਰ ਝਲਕਦੀ ਆ। ਮੈਂ ਤੁਹਾਨੂੰ ਇੱਕ ਤੱਥ ਦੱਸਦਾ ਜੀ, ਤੁਸੀਂ ਜ਼ਿਆਦਾ ਜਾਣਦੇ ਹੋਵੋਗੇ, ਐਰਨੋਲਡ ਅੱਜ ਵੀ ਉਹਦੀਆਂ ਮੂਵੀਆਂ ਦੇਖੀਆਂ ਜਾਂਦੀਆਂ ਜਾਂ ਅੱਜ ਵੀ ਉਹਦੀਆਂ ਗਤੀਵਿਧੀਆਂ ਦੇਖੀਆਂ ਜਾਂਦੀਆਂ। ਖੈਰ ਉਹਨਾਂ ਦੇ ਜ਼ਮਾਨਿਆਂ ਦੇ ਵਿੱਚ ਸੋਸ਼ਲ ਮੀਡੀਆ ਨਹੀਂ ਸੀਗਾ, ਲੇਕਿਨ ਅਸੀਂ ਉਹਦੇ ਪੋਸਟਰ ਦੇਖ ਕੇ ਬੜੇ ਖੁਸ਼ ਹੋ ਜਾਂਦੇ ਹੁੰਦੇ ਸੀਗੇ
ਮੂਵੀ ਦੇਖਣਾ ਤਾਂ ਇੱਕ ਬਹੁਤ ਵੱਡੀ ਮਤਲਬ ਕਰਾਮਾਤ ਹੁੰਦੀ ਸੀ ਵੀ ਭੱਜ ਕੇ ਲੁਧਿਆਣੇ ਆਰਤੀ 'ਚ ਵੜਦਾ ਵੀ ਆਰਨੋਲਡ ਦੀ ਮੂਵੀ ਲੱਗੀ ਹੋਈ ਆ, ਡੱਬ ਹੋਈ ਹੋਆ। ਮੈਂ ਘੋਖ ਕਰਕੇ ਦੇਖੀ ਆ, ਥੋੜਾ ਗੂਗਲ ਵੀ ਕਰਕੇ ਦੇਖਿਆ। ਆਰਨੋਲਡ ਇਹ ਕਹਿੰਦਾ ਸੀਗਾ ਕਿ ਤੁਸੀਂ ਚਾਹੇ ਮੇਰੀ ਜਿਹੜੀ ਮਰਜ਼ੀ ਫੋਟੋ ਕੱਢ ਲਓ ਜਿਮ ਦੀ, ਤੇ ਨਾ ਮੈਂ ਕਦੀ ਕਿਸੇ ਨੂੰ ਲਾਉਣ ਦਿੰਨਾ। ਇਹਦੇ ਵਿੱਚ ਕੀ ਰਾਜ ਆ? ਜੁੱਤੀ ਪਾ ਕੇ ਜਿਮ ਲਾਉਣ ਦੇ ਨਾਲ ਕੀ ਪ੍ਰੋਬਲਮ ਆ? ਉਹਨੇ ਕਿਹਾ ਕਿ ਨੰਗੇ ਪੈਰ ਲਾਉਣਾ ਤੁਸੀਂ। ਇਹ ਵੀ ਭਾਜੀ ਮੈਂ ਤੁਹਾਨੂੰ ਦੱਸ ਦਿੰਦਾ ਜੀ, ਇਹਦੇ ਪਿੱਛੇ ਵੀ ਬਹੁਤ ਵੱਡੀ ਆਪਣੀ ਇੱਕ ਸਾਇੰਸ ਕਹਿ ਲਓ ਜਾਂ ਆਪਣੇ ਪੁਰਾਣੇ ਬਜ਼ੁਰਗਾਂ ਦੇ ਸੋਚ ਕਹਿ ਲਓ ਵੀ ਅੱਜ ਕੱਲ ਪਤਾ ਕੀ ਹੈ ਬਾਈ, ਅੱਜ ਕੱਲ ਸੋਹਣੇ ਜਿਹੇ ਬੂਟ ਪਾ ਲਏ, ਸੋਹਣੇ ਜਿਹੇ ਕੱਪੜੇ ਪਾ ਲਏ ਵੀ ਅੱਜ ਕੱਲ ਤਾਂ ਤੁਹਾਨੂੰ ਪਤਾ ਇਹੀ ਹੈ ਵੀ ਜਾਂ ਮੈਂ ਫੋਟੋ ਖਿੱਚ ਲੂੰਗਾ ਵੀ ਮੇਰੇ ਬੂਟ ਆ ਕੰਪਨੀ ਦੇ ਪਾਏ ਆ, ਉਹ ਕੰਪਨੀ ਦੇ ਪਾਏ ਆ। ਤੁਸੀਂ ਬਾਈ ਡੋਲੇ ਜਾਂ ਪੱਟ ਦੇ ਨਾਲ ਬੂਟ ਆਉਂਦੇ ਹੁੰਦੇ ਆ, ਨਾਈਕੀ ਦਾ ਸਟicker ਦੀਦਾ ਹੁੰਦਾ ਆ, ਸਮਝ ਨਹੀਂ ਲੱਗਦੀ ਵੀ ਬੂਟ ਦਿਖਾਉਣੇ ਕਿ ਡੋਲਾ ਦਿਖਾਉਣੇ ਹੋ। ਭਾਈ ਤੁਸੀਂ ਅੱਜ ਕੱਲ ਪੁਰਾਣੇ ਬਜ਼ੁਰਗ ਦੇਖ ਲਓ, ਜੇ ਉਹ ਵਾਹੀ ਕਰਨ ਵੀ ਜਾਂਦੇ ਸੀ ਤਾਂ ਉਹ ਜੁੱਤੀ ਲਾ ਦਿੰਦੇ ਸੀ ਖੇਤ 'ਚ ਵੜਨ ਤੋਂ ਪਹਿਲਾਂ। ਜੀ ਬਿਲਕੁਲ। ਉਹ ਇਹੀ ਵਜ੍ਹਾ ਸੀ ਬਾਈ, ਅੱਜ ਕੱਲ ਦੇ ਲੋਕਾਂ ਨੂੰ ਨਹੀਂ ਪਤਾ, ਪਰ ਉਹ ਪਤਾ ਵੀ ਕਿਵੇਂ ਲੱਗੇ ਬਾਈ ਅੱਜ ਦੀ ਜਨਰੇਸ਼ਨ ਨੂੰ, ਜਦੋਂ ਕੋਈ ਦੱਸਣ ਵਾਲਾ ਹੀ ਹੈ ਨਹੀਂ। ਇਹ ਬਾਈ ਜਦੋਂ ਆਪਾਂ ਬੂਟ ਪਾ ਕੇ ਜਿਮ ਕਰਦੇ ਆ ਨਾ, ਜਦੋਂ ਆਪਾਂ ਬੂਟ ਪਾ ਕੇ ਕੋਈ ਵਰਕਆਊਟ ਕਰਦੇ ਆ ਜਾਂ ਐਕਸਰਸਾਈਜ਼ ਕਰਦੇ ਆ, ਆਪਣੇ ਬਾਈ ਬੋਡੀ ਦਾ ਸਾਰਾ ਪੋਸਚਰ ਖਰਾਬ ਹੋ ਜਾਂਦਾ ਹੈ। ਇਹ ਚਾਹੇ ਜੋ ਮਰਜ਼ੀ ਲੋਕ ਕਹੀ ਜਾਣ ਵੀ ਉੱਚੀ ਅੱਡੀ ਦੇ ਹੀਲ ਪਾ ਲਓ, ਵੀ ਹੀਲ ਏਦਾਂ ਹੋਣੀ ਚਾਹੀਦੀ ਹੈ, ਸਕੈਟ ਲਾਉਣੀ ਆ ਤਾਂ ਹੀਲ ਪਿੱਛੋਂ ਆਏ ਹੋਣੀ ਚਾਹੀਦੀ ਆ। ਇਹਦੇ ਪਿੱਛੇ ਤਾਂ ਬਾਈ ਮੇਰੀ ਸੋਚ ਇਹ ਆ ਵੀ ਨੰਗੇ ਪੈਰ ਲਾਉਣ ਨਾਲ ਆਪਣੀ ਬੋਡੀ ਦੀ ਸਹੀ ਪੋਸਚਰ ਸਹੀ ਹੋ ਜਾਂਦਾ ਹੈ ਆਪਣੀ ਬੋਡੀ ਦਾ। ਜਿੱਥੋਂ ਗੱਲ ਮੈਨੂੰ ਇਹ ਪਤਾ ਜੀ ਵੀ ਇਹੀ ਗੱਲ ਪੁਰਾਣੇ ਬਜ਼ੁਰਗ ਤਾਂ ਹੀ ਤਾਂ ਬਾਈ ਸਾਰਾ ਦਿਨ ਨੰਗੇ ਪੈਰ ਹੀ ਰਹਿ ਕੇ ਵਾਹੀ ਕਰਦੇ ਸੀ ਜੀ। ਗੱਲ ਬੜੀ ਤਰਕ ਵਾਲੀ ਹੈ ਜੀ, ਸਾਇੰਸ ਵਾਲੀ ਗੱਲ ਹੈ ਕਿ ਜਦੋਂ ਤੁਸੀਂ ਇਹਦਾ ਮਤਲਬ ਪਲਾਸਟਿਕ ਬੂਟ ਕੀ ਹੈ, ਪਲਾਸਟਿਕ ਹੀ ਹੈ ਨਾ ਥੱਲੇ ਜਿਹੜਾ ਵੀ ਸੋਲ ਲੱਗਾ ਹੋਇਆ, ਉਹਦੇ ਨਾਲ ਤੁਹਾਡੇ ਪੋਸਚਰ ਦਾ ਉੱਚਾ ਨੀਵਾਂ ਹੋਣਾ ਸੰਭਵ ਆ, ਤੇ ਇਹਦੇ ਕਰਕੇ ਪੰਗੇ ਪੈਂਦੇ ਆ ਕਿਉਂਕਿ ਸਾਰਾ ਤੁਹਾਡਾ ਜਿਹੜਾ ਹੱਡੀਆਂ ਦਾ ਢਾਂਚਾ ਆ ਉਹ ਥੱਲੇ ਸਟਾਰਟ ਹੋ ਕੇ ਉੱਪਰ ਤੱਕ ਜੁੜਿਆ ਹੋਇਆ ਹੈ ਨਾ। ਹਾਂਜੀ ਜੀ। ਪਰ ਮੈਨੂੰ ਲੱਗਦਾ ਅੱਜ ਤੱਕ ਮੈਂ ਕਿਸੇ ਦੇ ਜਿਮ ਦੇ ਵਾਲੇ ਜਿਹੜਾ ਟ੍ਰੇਨਰ ਉਹਦੇ ਮੂੰਹੋਂ ਇਹ ਨਹੀਂ ਸੁਣਿਆ ਕਿ ਤੁਸੀਂ ਭਾਈ ਕੋਸ਼ਿਸ਼ ਕਰੋ ਕਿ ਬੂਟ ਲਾ ਕੇ ਆਇਆ ਕਰੋ ਤੇ ਨੰਗੇ ਪੈਰ ਕਰਿਆ ਕਰੋ। ਉੱਥੇ ਤਾਂ ਮੈਨੂੰ ਲੱਗਦਾ ਪਹਿਲਾਂ ਤਾਂ ਆ ਚੀਜ਼ਾਂ ਦਿਖਾਈਆਂ ਜਾਂਦੀਆਂ। ਇਹਦੇ 'ਚ ਬਾਈ ਸੱਚਾਈ ਹੈ ਜੀ, ਇਹ ਤੁਹਾਡੇ ਸੋਹਣੇ ਬੂਟ ਪਾਉਣ ਨਾਲ ਤੁਹਾਡੇ ਡੋਲੇ ਸੋਹਣੇ ਨਹੀਂ ਬਣਨੇ ਜੀ। ਜੀ। ਜੇ ਤੁਸੀਂ ਕਿਸੇ ਚੰਗੇ ਬ੍ਰਾਂਡ ਦੇ ਬੂਟ ਪਾ ਲਓਗੇ ਤਾਂ ਤੁਹਾਡੀ ਬਣ ਜੂਗੀ। ਜੇ ਤੁਸੀਂ ਬਾਈ ਕੋਸ਼ਿਸ਼ ਕਰਕੇ ਦੇਖਿਓ ਜੀ, ਅੱਜ ਕੱਲ ਤੁਹਾਨੂੰ ਪਤਾ ਜਦੋਂ ਆਪਾਂ ਨੂੰ ਕੋਈ ਵੱਡੇ ਹੁੰਦੇ ਜਿਹੜੇ ਆਪਾਂ ਨੂੰ ਕਹਿੰਦੇ ਵੀ ਨੰਗੇ ਪੈਰੀ ਘਾਹ ਤੇ ਤੁਰੋ ਜਾਂ ਯੋਗਾ ਵੀ ਨੰਗੇ ਕਰਦੇ ਆ, ਮੈਂ ਤਾਂ ਇਹੀ ਦੇਖਿਆ ਜੀ, ਆਰਨੋਲਡ ਵੀ ਤਾਂ ਹੀ ਨੰਗੇ ਪੈਰੀ ਜਿਮ ਲਾਉਂਦਾ ਸੀਗਾ ਜੀ। ਤੇ ਜਦੋਂ ਆਪਾਂ ਬਾਈ ਜਾਂ ਚੰਗੇ ਬ੍ਰਾਂਡ ਦਾ ਕੋਈ ਵੀ ਪਾ ਲਓ, ਚਾਹੇ ਪਲਾਸਟਿਕ ਦੇ ਬੂਟ ਪਾ ਲਓ, ਜਦੋਂ ਬਾਈ ਆਪਾਂ ਐਕਸਰਸਾਈਜ਼ ਕਰਦੇ ਆ ਉਹਦੇ ਨਾਲ ਆਪਣੇ ਹੱਡੀਆਂ 'ਚ ਗੈਪ ਆ ਜਾਂਦਾ ਜਾਂ ਆਪਣੇ ਬੋਡੀ ਦਾ ਪੋਸਚਰ ਖਰਾਬ ਹੋ ਜਾਂਦਾ। ਇਸੇ ਕਰਕੇ ਤਾਂ ਬਾਈ ਆਪਣੇ ਹੱਡ ਪੈਰ ਦੁਖਣ ਲੱਗ ਜਾਂਦੇ ਜੀ। ਤੇ ਇਹਦਾ ਮਤਲਬ ਜਿਹੜੇ ਫਿਰ ਆਪਾਂ ਆਹ ਚੱਪਲਾਂ ਪਾ ਕੇ ਵੀ ਬਹੁਤ ਜ਼ਿਆਦਾ ਫਿਰ ਕਿਉਂਕਿ ਨੰਗੇ ਪੈਰ ਨੂੰ ਤਾਂ ਆਪਾਂ ਤਵੱਜੋ ਦਿੰਦੇ ਹੀ ਨਹੀਂ ਹੈਗੇ, ਫਿਰ ਤਾਂ ਹੀ ਮੈਨੂੰ ਲੱਗਦਾ ਜਦੋਂ 50 ਸਾਲਾਂ ਦੇ ਆਪਣੇ ਹੋ ਜਾਂਦੇ ਆ, ਆਪਾਂ ਕਹਿੰਦੇ ਜੀ ਬਜ਼ੁਰਗ ਹੋ ਗਏ ਆ, ਉਹ ਵਿੰਗ ਮਾਰਨ ਡਏ ਹੁੰਦੇ ਆ। ਮੇਰੇ ਖਿਆਲ ਵੀ ਥੋੜੀ ਸਾਇੰਸ ਨੂੰ ਵੀ ਸਮਝਣਾ ਚਾਹੀਦਾ। ਚਲੋ ਅਗਲੇ ਸਵਾਲ ਦੇ ਉੱਪਰ ਜਾਂਦੇ ਆ। ਜਿਮ ਦੀ ਜਦੋਂ ਗੱਲ ਹੁੰਦੀ ਆ, ਟ੍ਰੇਨਿੰਗ ਦੀ ਜਦੋਂ ਗੱਲ ਹੁੰਦੀ ਆ, ਤਾਂ ਜੇ ਉੱਥੇ ਹੁਣ ਫੂਡ ਦੀ ਗੱਲ ਨਾ ਕਰੀਏ ਤਾਂ ਮੇਰੇ ਖਿਆਲ ਫਿਰ ਵਿਅਰਥ ਜਾਊਗਾ। ਫੂਡ ਦੇ ਉੱਪਰ ਬਹੁਤ ਕੁਝ, ਆਹ ਖਾ ਲਓ, ਉਹ ਨਾ ਖਾਓ, ਤੁਸੀਂ ਦੁੱਧ ਛੱਡ ਦਿਓ, ਘੀ ਛੱਡ ਦਿਓ, ਤੁਸੀਂ ਮੀਟ ਆਂਡਾ ਨਹੀਂ ਖਾਂਦੇ, ਤੁਸੀਂ ਜਿਮ 'ਚ ਕੀ ਕਰਨ ਜਾਣਾ, ਇੰਡੀਅਨ ਫੂਡ ਵਰਸਸ ਵੈਸਟਰਨ ਫੂਡ ਬਣਾਇਆ ਹੋਇਆ। ਮਤਲਬ ਕਿ ਇੰਨਾ ਜ਼ਿਆਦਾ ਕਨਫਿਊਜ਼ਨ ਵਿੱਚ ਆਪਣੇ ਸਪਲੀਮੈਂਟ ਵੇਚੀ ਜਾਂਦੇ ਆ। ਚਲੋ ਆਪਾਂ ਫੂਡ ਤੋਂ ਸ਼ੁਰੂਆਤ ਕਰਦੇ ਆ। ਜਿਮ ਦੇ ਨਾਲ ਫੂਡ ਦਾ ਕੀ ਸੰਬੰਧ ਆ? ਇੰਨੇ ਭਰਮ ਭੁਲੇਖੇ ਕਿਉਂ ਪਾਏ ਹੋਏ ਆ? ਖਾਸ ਕਰਕੇ ਤੁਹਾਡੇ ਟ੍ਰੇਨਰਾਂ ਨੇ ਵੀ ਪਾਏ ਹੋਏ ਆ ਭੁਲੇਖੇ। ਉਹ ਹੀ ਕੋਈ ਨਾ ਕੋਈ ਉੱਥੇ ਉਹ ਕਹਿ ਲਓ ਕਿ ਫਰਲਾ ਛੱਡ ਦਿੰਦੇ ਆ। ਹਾਂਜੀ, ਇਹ ਬਾਈ ਸਾਰੇ ਕਿਤੇ ਹੋਇਆ ਪਿਆ ਜੀ ਹੁਣ ਵੀ। ਜੇ ਤੁਸੀਂ ਪਹਿਲੀ ਗੱਲ ਤਾਂ ਬਾਈ ਬੋਡੀ ਬਣਾਉਣੀ ਆ, ਜਿਮ 'ਚ ਕਦੇ ਵੀ ਬੋਡੀ ਨਹੀਂ ਬਣਦੀ ਬਾਈ। ਬੋਡੀ ਬਣਦੀ ਤੁਹਾਡੀ ਘਰੇ ਆ ਕੇ ਬਾਈ। ਜਿਮ 'ਚ ਤਾਂ ਆਪਾਂ ਸਰੀਰ ਨੂੰ ਤੋੜਨ ਜਾਂਦੇ ਆ ਬਾਈ, ਜਿਹੜੀ ਸਹੀ ਗੱਲ ਆ। ਬੋਡੀ ਤੁਹਾਡੀ ਘਰੇ। ਇਹ ਤੁਸੀਂ ਗੱਲ ਕੈਮਰੇ ਦੇ ਉੱਪਰ ਅੱਜ ਕਹੀ ਆ ਕਿ ਜਿਮ ਦੇ ਵਿੱਚ ਬੋਡੀ ਨਹੀਂ ਬਣਦੀ, ਜਿਮ ਦੇ ਵਿੱਚ ਸਰੀਰ ਤੋੜਿਆ ਜਾਂਦਾ, ਤੇ ਬੋਡੀ ਫਿਰ ਕਿੱਥੇ ਬਣਦੀ ਹੈ ਜੀ? ਇਹ ਬਾਈ ਬੋਡੀ ਬਣਦੀ ਆ ਤੁਹਾਡੀ ਘਰੇ ਆ ਕੇ ਬਾਈ। ਬੋਡੀ ਬਣਦੀ ਤੁਹਾਡੀ ਰਸੋਈ 'ਚ ਆ ਕੇ। ਇਹ ਨਹੀਂਗਾ ਵੀ ਆਪਾਂ ਜਿਮ ਲਾ ਲਈ ਤੇ ਥੱਲੇ ਗੋਲ ਗੱਪਿਆਂ ਵਾਲੀ ਰੇਹੜੀ ਤੇ ਖੜ ਗਏ, ਬਰਗਰਾਂ ਵਾਲੀ ਰੇਹੜੀ ਤੇ ਖੜ ਗਏ। ਇਹ ਅੱਜ ਕੱਲ ਤਾਂ ਬਾਈ ਸਾਰਾ ਤੁਹਾਨੂੰ ਪਤਾ ਵੀ ਜਦੋਂ ਕੋਈ ਦੱਸਣ ਵਾਲਾ ਹੀ ਹੈ ਨਹੀਂ ਬਾਈ। ਵੀ ਅੱਜ ਕੱਲ ਤਾਂ ਕਈ ਜਾਂਦੇ ਵੀ ਦੁੱਧ ਛੱਡ ਦੋ, ਦੁੱਧ ਨਾ ਐ ਹੋ ਜਾਊਗਾ, ਘਿਓ ਛੱਡ ਦੋ। ਮੇਨ ਖੁਰਾਕਾਂ ਹੀ ਤਾਂ ਬਾਈ ਇਹ ਆ ਜੀ ਸਾਡੇ। ਮੇਰੇ ਨਾਲ ਦਾ ਪਿਛਲੇ 3 ਮਹੀਨੇ ਤੋਂ ਲੱਸੀ ਨਹੀਂ ਪੀਂਦਾ। ਮੈਂ ਕਿਹਾ ਕਿਉਂ ਨਹੀਂ ਪੀਂਦਾ? ਕਹਿੰਦਾ ਜਿਮ ਟ੍ਰੇਨਰ ਜਿਹੜਾ ਮੇਰਾ ਕੋਚ ਆ ਉਹ ਕਹਿੰਦਾ ਨਾ ਸਰੀਰ ਜੁੜ ਜਾਂਦਾ। ਮੈਂ ਕਿਹਾ ਮੇਰੇ ਚ ਟ੍ਰੇਨਰ ਨਾਲ ਮਿਲਾਓ, ਸਰੀਰ ਕਿਵੇਂ ਜੁੜ ਜਾਂਦਾ? ਸਾਡੇ ਬਜ਼ੁਰਗਾਂ ਦਾ ਤਾਂ ਜੁੜਿਆ ਨਹੀਂ ਬਾਈ। ਪੁਰਾਣੇ ਤੁਸੀਂ ਦੇਖ ਲਓ, ਦਾਰਾ ਕਿਤੇ ਪਾਊਡਰ ਦੇ ਡੱਬੇ ਖਾਂਦਾ ਸੀ ਬਾਈ, ਜਿਹੜਾ ਪਹਿਲਵਾਨ ਸੀ ਏਡਾ ਵੱਡਾ ਬਾਈ।
ਦਾਰਾ ਸਿੰਘ ਜੀ ਮਾਨਯੋਗ ਹਾਂਜੀ ਦੁਨੀਆ 'ਚ ਨਹੀਂ ਹੈਗੇ, ਲੇਕਿਨ ਉਹ ਵੈਜੀਟੇਰੀਅਨ ਵੀ ਸੀਗੇ ਹਾਂਜੀ ਔਰ ਬਾਈ, ਤੁਸੀਂ ਦੁਨੀਆ ਦੇ ਵਿੱਚ ਉਹ ਇਹੋ ਜਿਹਾ ਪਹਿਲਵਾਨ ਜਿਹਨੇ ਕਦੀ ਕੁਸ਼ਤੀ ਹਾਰੀ ਨਹੀਂ। ਆ ਰਹੀ ਨਹੀਂ ਬਾਈ। ਤੇ ਬਾਈ ਤੁਸੀਂ ਦੇਖ ਲਓ, ਉਹ ਕਿਤੇ ਪਾਊਡਰ ਦੇ ਡੱਬੇ ਖਾਂਦੇ ਸੀ, ਉਹ ਦੁੱਧ ਘਿਓ ਹੀ ਪੀਂਦੇ ਸੀ, ਲੱਸੀ ਪੀਂਦੇ ਸੀ ਬਾਈ। ਪਰ ਅੱਜ ਕੱਲ ਪਰ ਇਹ ਨਾ ਕਈ ਟ੍ਰੇਨਰਾਂ ਨੇ ਧੰਦਾ ਹੀ ਬਣਾ ਲਿਆ ਬਾਈ। ਹੁਣ ਮੰਨ ਲਓ ਤੁਸੀਂ ਮੇਰੇ ਕੋਲੇ ਆ ਗਏ, ਤੁਸੀਂ ਆ ਕੇ ਮੈਂ ਤੁਹਾਨੂੰ ਕਹਤਾ ਦੁੱਧ ਛੱਡ ਦਿਓ, ਲੱਸੀ ਛੱਡ ਦਿਓ, ਆ ਡੱਬਾ ਲੈ ਲਓ ਮੇਰੇ ਤੋਂ, ਇਹਦੇ 'ਚ ਹੀ ਸਾਰਾ ਕੁਝ ਤੁਹਾਡਾ ਪੂਰਾ ਹੋ ਜਾਣਾ। ਤੇ ਜਦੋਂ ਤੁਹਾਨੂੰ ਪਤਾ ਹੀ ਨਹੀਂ ਬਾਈ, ਤੁਸੀਂ ਦੁੱਧ ਘਿਓ ਛੱਡ ਕੇ ਡੱਬੇ ਤੇ ਹੀ ਹੋਵੋਗੇ। ਜਦੋਂ ਕਹਿਣਾ ਤੁਸੀਂ ਕਹਿਣਾ ਮੇਰੇ ਕੋਚ ਨੇ ਦੱਸਿਆ ਮੈਨੂੰ। ਤੇ ਤੁਸੀਂ ਵੀ ਕੋਚ ਹੋ, ਫਿਰ ਤੁਸੀਂ ਇਹ ਕੋਚ ਇਹੋ ਜਿਹਾ ਕੰਮ ਕਿਉਂ ਕਰਦੇ ਹੋ? ਤੁਸੀਂ ਕਿਉਂ ਕਹਿੰਦੇ ਆ ਡੱਬੇ ਸਪਲੀਮੈਂਟ ਖਾ ਲਓ, ਪ੍ਰੋਟੀਨ ਹੈ ਜਿਹੜੇ ਫਲਾਨਾ ਢਿਮਕੜਾ ਆ? ਇਹਦੇ 'ਚ ਦੋ ਗੱਲਾਂ ਬਾਈ, ਕੋਚ ਕਿਉਂ ਕਰਦੇ ਆ ਤੇ ਕਾਹਤੋਂ ਕਰਦੇ ਆ। ਕੋਚ ਬਾਈ ਤੁਹਾਨੂੰ ਪਤਾ ਵੀ ਇਹ ਲਾਈਨ ਮਹਿੰਗੀ ਹੈ, ਪਹਿਲੀ ਤਾਂ ਗੱਲ, ਉਹਨੇ ਕਿਤੋਂ ਨਾ ਕਿਤੋਂ ਦਾ ਖਰਚਾ ਪੂਰਾ ਕਰਨਾ ਹੈ। ਸਹੀ ਗੱਲ ਹੈ ਜੀ। ਜਿਹੜੇ ਬੰਦੇ ਹੁੰਦੇ ਆ ਥੋੜਾ ਜਿਹਾ ਕਿਸੇ ਦੀ ਲਾਈਫ ਬਾਰੇ ਸੋਚਣ ਵਾਲੇ, ਉਹ ਤੁਹਾਨੂੰ ਪਤਾ ਹੀ ਉਹ ਬੰਦੇ ਨੂੰ ਕਿਤੇ ਗਲਤ ਗਾਈਡ ਨਹੀਂ ਕਰਨਗੇ ਜੀ। ਵੀ ਉਹ ਬੰਦੇ ਨੂੰ ਘਰ। ਤੁਸੀਂ ਮੰਨਦੇ ਹੋ ਕਿ ਅੱਜ ਦੇ ਜਿਹੜੇ ਟ੍ਰੇਨਰ ਆ, ਪ੍ਰਸਿੱਧ ਟ੍ਰੇਨਰ ਆ, ਕਾਫੀ ਸੋਸ਼ਲ ਮੀਡੀਆ ਦੇ ਉੱਪਰ ਸਰਗਰਮ ਨੇ, ਆਪਾਂ ਕਿਸੇ ਦਾ ਨਾਂ ਨਹੀਂ ਲੈਣਾ, ਉਹ ਨਾਲੇ ਤਾਂ ਕਸਰਤਾਂ ਕਰਵਾਈ ਜਾਂਦੇ ਤੇ ਨਾਲੇ ਵਿੱਚ ਆਪਣੇ ਬਣਾਏ ਹੋਏ ਪ੍ਰੋਡਕਟ ਦੀ ਸੇਲ ਵੀ ਕਰੀ ਜਾਂਦੇ, ਤੇ ਉਹ ਹੈਗੇ ਉਹ ਡੱਬੇ ਹੀ ਆ। ਹੈਗੇ ਡੱਬੇ ਹੀ ਆ ਬਾਈ। ਉਹ ਅੱਜ ਕੱਲ ਬਾਈ ਇਹ ਧੰਦਾ ਹੀ ਬਣਾ ਲਿਆ ਬਾਈ। ਅੱਜ ਕੱਲ ਇਹ ਲੋਕਾਂ ਨੇ ਬਿਜ਼ਨਸ ਬਣਾ ਲਿਆ ਬਾਈ। ਤੁਹਾਨੂੰ ਪਤਾ ਜਿਮ ਲੈਣ 'ਚ ਇਹ ਡੱਬੇ ਤਾਂ ਜ਼ਰੂਰੀ ਆ। ਅੱਜ ਕੱਲ ਜਵਾਕ ਨੂੰ 10 ਦਿਨ ਹੋਏ ਹੁੰਦੇ ਐਕਸਰਸਾਈਜ਼ ਲਾਉਂਦੇ ਨੂੰ, ਉਹ ਡੱਬਾ ਪਹਿਲਾਂ ਕਹਿ ਦਿੰਦਾ ਮੈਂ ਡੱਬਾ ਲੈਣਾ, ਮੈਂ ਡੱਬਾ ਲੈਣਾ। ਜਦੋਂ ਉਹਨੂੰ ਬਾਈ ਜਿਮ 'ਚ ਹੀ ਇਹੋ ਕੁਛ ਕਿਹਾ ਜਾਂਦਾ ਵੀ ਤੇਥੋਂ ਐਕਸਰਸਾਈਜ਼ ਤਾਂ ਲੱਗੂਗੀ ਜੇ ਤੂੰ ਡੱਬਾ ਖਾਊਂਗਾ, ਤੇਰੀ ਬੋਡੀ ਤਾਂ ਬਣੂਗੀ ਜੇ ਤੂੰ ਪ੍ਰੋਟੀਨ ਦਾ ਡੱਬਾ ਲਊਂਗਾ। ਨਹੀਂ, ਤੁਸੀਂ ਕੋਚ ਹੋ, ਤੁਸੀਂ ਮੈਨੂੰ ਇਹ ਦੱਸੋ ਕਿ ਇਹ ਡੱਬੇ ਹੈਗੇ ਜ਼ਰੂਰੀ ਆ ਖਾਣੇ? ਇਹ ਤੋਂ ਬਗੈਰ ਨਹੀਂ ਸਰਦਾ ਬਾਈ। ਡੱਬੇ ਜ਼ਰੂਰੀ ਵੀ ਕੁਛ ਹੱਦ ਤੱਕ ਜ਼ਰੂਰੀ ਆ। ਜਦੋਂ ਆਪਣੀ ਘਰ ਦੀ ਡਾਈਟ ਸੋਹਣੀ ਹੋਵੇ ਫਿਰ ਬਾਈ ਡੱਬੇ ਦੀ ਕੋਈ ਲੋੜ ਨਹੀਂ। ਇੱਕ ਜਿਹੜਾ ਸਧਾਰਨ ਕਹਿ ਲਓ ਵੀ ਨੌਜਵਾਨ ਆ, ਉਹਨੂੰ ਕੋਈ ਐਡਾ ਨਹੀਂ ਹੈਗਾ ਕਿ ਮੈਂ ਕੋਈ ਖਿਡਾਰੀ ਬਣਨਾ ਆ ਜਾਂ ਮੈਂ ਕੋਈ ਬਹੁਤ ਡੋਲਿਆਂ ਵਾਲਾ ਕੋਈ ਗੇਮ ਲਾਉਣੀ ਆ। ਉਹ ਜਸਟ ਆਪਣੀ ਇੱਕ ਫਿਟਨੈਸ ਲਈ ਆਇਆ ਆ। ਮੈਂ ਉਹਦੇ ਲਈ ਪੁੱਛਾਂ, ਜਿਹੜੇ ਕਿ 90% ਉਹੀ ਹੁੰਦੇ ਆ ਨਾ ਖਿਡਾਰੀ, ਤਾਂ ਕੋਈ ਵਿੱਚੋਂ ਬਣਦਾ ਨਾ। ਮੈਂ ਮੰਨਦਾ ਕਿ ਇੱਕ ਖਿਡਾਰੀ ਬੰਦੇ ਨੂੰ ਥੋੜੇ ਜਿਹਾ ਪ੍ਰੋਟੀਨ ਜ਼ਿਆਦਾ ਚਾਹੀਦਾ ਜਾਂ ਕੈਲੋਰੀਜ਼ ਜ਼ਿਆਦਾ ਚਾਹੀਦੀਆਂ ਜਾਂ ਕੁਝ ਵੀ ਆ। ਸਧਾਰਨ ਬੰਦੇ ਨੂੰ ਡੱਬੇ ਦੀ ਮੈਨੂੰ ਨਹੀਂ ਲੱਗਦਾ ਜ਼ਰੂਰਤ ਹੈ। ਨਹੀਂ ਹੁੰਦੀ ਬਾਈ। ਜਿਹੜੇ ਬੰਦੇ ਨੇ ਫਿੱਟ ਰਹਿਣਾ ਉਹ ਬੰਦੇ ਨੂੰ ਡੱਬੇ ਦੀ ਨਹੀਂ ਲੋੜ ਬਾਈ। ਵੀ ਪ੍ਰੋਟੀਨ ਦਾ ਬਾਈ ਮੰਨ ਲਓ ਆਪਣੀ ਘਰ ਦੀ ਖੁਰਾਕ 'ਚੋਂ ਵੀ ਪ੍ਰੋਟੀਨ ਪੂਰਾ ਹੋ ਸਕਦਾ ਜੇ ਆਪਾਂ ਕਰਨਾ ਹੋਵੇ। ਜਦੋਂ ਆਪਾਂ ਮਾਈਂਡ ਹੀ ਡੱਬੇ ਤੇ ਸਾਰਾ ਕਰ ਲਿਆ ਵੀ ਡੱਬੇ ਨਹੀਂ ਬਣਨਾ ਮੇਰਾ, ਉਹ ਫਿਰ ਬੰਦੇ ਨੂੰ ਹੁਣ ਕਿਵੇਂ ਸਮਝਾਵੇ ਬਾਈ। ਪਰ ਮੁੰਡਿਆਂ ਨਾਲ ਜਦੋਂ ਗੱਲਬਾਤ ਕਰੀਦੀ ਆ, ਉਹ ਕਹਿੰਦੇ ਆ ਸਾਨੂੰ ਥੋੜਾ ਇਹਦੇ ਬਾਰੇ ਪਤਾ, ਸਾਡਾ ਟ੍ਰੇਨਰ ਕਹਿੰਦਾ ਭਾਈ ਇਹ ਨਹੀਂ ਖਾਦੇ ਤੁਹਾਡੀਆਂ ਹੱਡੀਆਂ ਵਿਗੜ ਜਾਣੀਆਂ, ਤੂੰ ਇਹਦੇ ਵਰਗਾ ਬਣੇ ਨਹੀਂ ਸਕਦਾ। ਉਹ ਕਹਿੰਦੇ ਖਾਓ ਭਾਈ। ਤੁਹਾਨੂੰ ਪਤਾ ਨਹੀਂ ਫਿਰ ਮੈਂ ਆਪਦੀ ਜੇਬ ਵੀ ਤਾਂ ਭਰਨੀ ਆਏ ਜੀ। ਸੋ ਮਸਲਾ ਜੇਬ ਤੇ ਆਦਾ ਜੀ। ਮਸਲਾ ਸਾਰਾ ਜੇਬ ਤੇ ਆ ਬਾਈ। ਜੋ ਕੋਈ ਦੱਸਦਾ ਕੋਈ ਦੱਸਦਾ ਹੀ ਵੀ ਅੱਜ ਕੱਲ ਇਹ ਬਿਜ਼ਨਸ ਬਣ ਗਿਆ ਜੀ। ਅੱਜ ਕੱਲ ਤਾਂ ਤੁਹਾਨੂੰ ਪਤਾ ਪੰਜਾਬ 'ਚ ਡੁਪਲੀਕੇਟ ਕੇਸੀ ਕਿੰਨੇ ਆ ਰਹੇ। ਮੈਂ ਕਹਿੰਦਾ ਵੀ ਕਿਤੋਂ ਆਪਾਂ ਨੂੰ ਪ੍ਰੋਟੀਨ ਓਰੀਜਨਲ ਮਿਲਦਾ ਹੀ ਨਹੀਂ। ਇਦੋਂ ਬਿਹਤਰ ਆ ਤੁਸੀਂ ਘਰ ਦੀ ਖੁਰਾਕ ਖਾ ਲਓ ਵੀ ਕੋਈ ਨਾ ਮਹੀਨਾ ਬਣ ਜੂਗਾ, ਬਣੂਗਾ ਤਾਂ ਜ਼ਰੂਰ ਸਰੀਰ। ਮਿਹਨਤ ਤੇ ਇਹ ਗੱਲ ਦੇ ਵਿੱਚ ਮੈਂ ਸੱਚਾਈ ਮੰਨਦਾ ਜੀ। ਸਾਡੇ ਦੋਸਤ ਆਉਂਦੇ ਆ, ਉਹ ਬੜੀ ਸਾਲਕ ਦੇ ਵਿੱਚ ਇੱਕ ਅੱਧੀ ਗੇੜੀ ਇੱਥੇ ਮਾਰਦੇ ਆਸਟ੍ਰੇਲੀਆ, ਠੀਕ ਹੈ ਜੀ। ਤੇ ਸਾਡੇ ਦੁਆਬੇ ਤੋਂ ਦੋਸਤ ਨੇ ਉਹ, ਤੇ ਉਹਨਾਂ ਨੇ ਜਦੋਂ ਜਾਣਾ ਉਹਨਾਂ ਨੇ ਹੋਰ ਕੋਈ ਚੀਜ਼ ਨਹੀਂ ਲੈਣੀ। ਹਾਂਜੀ। ਉਹਨੇ ਕਹਿਣਾ ਜਾਣ ਦਾ ਮੇਰਾ ਟਾਈਮ ਆ ਗਿਆ, 2 ਡੱਬੇ 5-5 ਕਿਲੋ ਵਾਲੇ ਪ੍ਰੋਟੀਨ ਦੇ ਲੈ ਕੇ ਆਓ। ਅਸੀਂ ਕਹਿੰਦਾ ਵੀ ਯਾਰ ਇੱਥੇ ਅਸੀਂ ਤਾਂ ਕੋਈ ਇੰਨੀ ਤਵੱਜੋ ਦਿੰਦੇ ਨਹੀਂ। ਹਾਂ ਇੱਥੇ ਹੈਗੇ ਆ, ਆਪਾਂ ਲੈ ਲਾਂਗੇ। ਉਹਨੇ ਕੰਪਨੀ ਵੀ ਦੱਸਣੀ, ਉਹ ਇੱਥੋਂ ਜੀ ਆਸਟ੍ਰੇਲੀਆ ਤੋਂ ਹੀ ਮਿਲਣਾ ਜੀ, ਮੈਂ ਇੰਡੀਆ ਤੇ ਮਿਲਦਾ ਪਰ ਮੈਂ ਉਹ ਲੈਣਾ ਨਹੀਂ। ਕਿਉਂ ਨਹੀਂ ਲੈਣਾ? ਉੱਥੇ ਸ਼ੁੱਧ ਨਹੀਂ ਹੈਗਾ। ਸੋ ਸਾਡੇ ਕੋਲ 2 ਸਵਾਲ ਉੱਥੇ ਫਿਰ ਖੜੇ ਹੋ ਜਾਂਦੇ ਆ। ਇਹ ਪਹਿਲੀ ਗੱਲ ਤਾਂ ਲੈਣਾ ਹੀ ਕਿਉਂ ਆ, ਤੇ ਉੱਥੇ ਫਿਰ ਸ਼ੁੱਧ ਕਿਉਂ ਨਹੀਂ ਹੈਗਾ? ਹਾਂਜੀ। ਇਹਦਾ ਮਤਲਬ ਇਹ ਹੈ ਕਿ ਬਹੁਤ ਵੱਡਾ ਇਹ ਭੁਲੇਖਾ ਪਿਆ ਹੋਇਆ ਆ ਵੀ ਪਹਿਲੀ ਗੱਲ ਤਾਂ ਸਾਡਾ ਦਿਮਾਗ ਮੈਂ ਵੀ ਉਕਸਾਇਆ ਹੋਇਆ ਕਿ ਤੁਸੀਂ ਇਹਨੂੰ ਖਾਓ, ਇਹਨੂੰ ਖਾਓ। ਜਦੋਂ ਬਾਈ ਤੁਹਾਨੂੰ ਪਤਾ ਨਾ, ਜਦੋਂ ਮੰਨ ਲਓ ਤੁਹਾਨੂੰ ਜਿਮ ਜਾ ਕੇ ਟ੍ਰੇਨਰ ਨੇ ਸਾਰਾ ਘੰਟਾ ਤੁਸੀਂ ਐਕਸਰਸਾਈਜ਼ ਲਾਉਣੀ ਆ ਜਾਂ 2 ਘੰਟੇ ਲਾਉਣੀ, ਤੁਹਾਡੇ ਮਨ 'ਚ ਇਹੀ ਗੱਲ ਪਾਈ ਜਾਣੀ ਹੈ ਡੱਬੇ ਨਹੀਂ ਬਣਾਉਣਾ, ਤੈਨੂੰ ਡੱਬੇ ਨਹੀਂ ਬਣਾਉਣਾ ਜੀ। ਜਦੋਂ ਬਾਈ ਮੈਂ ਕਹੂੰਗਾ ਵੀ ਘਰ ਦੀ ਖੁਰਾਕ ਖਾਓ, ਬਾਈ ਤੁਸੀਂ ਘਰ ਦੀ ਖੁਰਾਕ ਖਾਓ, ਬਣਦਾ ਬਾਈ। ਮੈਂ ਕਹਿੰਦਾ ਬਣਦਾ ਬਾਈ ਘਰ ਦੀ ਖੁਰਾਕ ਨਾਲ ਸਰੀਰ। ਉਹ ਤਾਂ ਬਾਈ ਕਿਸੇ ਲੈਵਲ ਤੇ ਜਾ ਕੇ ਡੱਬੇ ਦੀ ਲੋੜ ਪੈਂਦੀ ਆ ਆਪਾਂ ਨੂੰ ਵੀ ਜਦੋਂ ਮੰਨ ਲਓ ਆਪਾਂ ਘਰ ਦੀ ਖੁਰਾਕ ਚੋਂ ਪੂਰਾ ਨਹੀਂ ਹੁੰਦਾ, ਫਿਰ ਆਪਾਂ ਨੂੰ ਕੋਈ ਹੋਰ ਸੋਰਸ ਲੱਭਣਾ ਪੈਂਦਾ। ਅਦਰਵਾਈਜ਼ ਤਾਂ ਘਰ ਦੀ ਖੁਰਾਕ 'ਚ ਆਪਣਾ ਸਾਰਾ ਕੁਝ ਆ ਬਾਈ। ਕਿਰਪਾਲ ਜੀ, ਜਦੋਂ ਆਪਾਂ ਹੁਣ ਗੱਲ ਜਿਮ ਦੀ ਹੋ ਰਹੀ ਆ, ਟ੍ਰੇਨਿੰਗ ਦੀ ਹੋ ਰਹੀ ਆ, ਫੂਡ ਦੀ ਹੋ ਰਹੀ ਆ, ਤੇ ਵਿੱਚ ਮੈਂ ਫਿਰ ਅਗਲਾ ਸਵਾਲ ਵੀ ਹੁਣ ਪਾ ਹੀ ਦਿੰਦਾ ਫੂਡ ਨਾਲ ਸੰਬੰਧਿਤ। ਫਿਰ ਉਦੋਂ ਬੜਾ ਇੱਕ ਫਿਰ ਰੌਲਾ ਪੈਣ ਲੱਗ ਪੈਂਦਾ ਆ
ਬਈ ਇੰਨੀਆਂ ਕੈਲਰੀਜ਼ ਖਾਣੀਆਂ, ਇੰਨੀਆਂ ਨਹੀਂ ਖਾਣੀਆਂ, ਇੰਨੇ ਪ੍ਰੋਟੀਨ ਲੈਣੇ ਆ ਸਾਡੇ ਇੰਨੇ ਨਿਊਟ੍ਰੀਸ਼ਨ ਹੋਣੇ ਚਾਹੀਦੇ ਆ, ਮਤਲਬ ਕਿ ਇੱਕ ਬਾਹਲੀ ਗੰਭੀਰ ਗੁੱਥੀ ਜਿਹੀ ਬਣਾਤੀ ਹੈ। ਇਹਦੇ ਬਾਰੇ ਕੁਝ ਦੱਸੋ ਵੀ ਇੱਕ ਬੰਦਾ ਸਧਾਰਨ ਜਿਹੜਾ ਜਿਮ ਲਾਉਂਦਾ ਆ ਉਹਦੇ ਲਈ ਕੈਲਰੀਜ਼ ਤੇ ਨਿਊਟ੍ਰੀਸ਼ਨ ਜਾਂ ਪ੍ਰੋਟੀਨਸ ਦੀ ਕਿੰਨੀ ਕੁ ਮਹੱਤਤਾ ਆ? ਬਾਈ ਕੈਲਰੀ ਤੇ ਪ੍ਰੋਟੀਨ ਤਾਂ ਅੱਜ ਕੱਲ ਨਾ ਬਾਈ ਜਿਹੜਾ ਬੰਦਾ ਨਵਾਂ ਵੀ ਆਉਂਦਾ ਨਾ ਉਹਨੂੰ ਪਤਾ ਨਹੀਂ ਕਿਹਨੇ ਇਹ ਦਿਮਾਗ 'ਚ ਪਾਤਾ ਵੀ ਮੈਨੇ ਇੰਨੀਆਂ ਕੈਲਰੀਆਂ ਲੈਣੀਆਂ, ਮੈਂ ਇੰਨਾ ਪ੍ਰੋਟੀਨ ਲੈਣਾ। ਇੱਕ ਤਾਂ ਬਾਈ ਜਾਂ ਤਾਂ ਸ਼ੋਅ ਆਫ ਹੋ ਗਿਆ ਜਾਂ ਆਪਦੇ ਨਾਲ ਦੇ ਨੂੰ ਦੇਖ ਕੇ ਕਰੀ ਜਾਂਦੇ। ਬਾਈ ਅੱਜ ਤੱਕ ਮੈਨੂੰ ਬਾਈ 19 ਸਾਲ ਹੋ ਗਏ ਇਸ ਲਾਈਨ 'ਚ ਪਏ ਨੂੰ, ਮੈਂ ਤਾਂ ਆਪਦੀ ਕਿਤੇ ਕੈਲਰੀ ਨਹੀਂ ਬਾਈ, ਨਾ ਮੈਂ ਕਿਤੇ ਬਾਈ ਪ੍ਰੋਟੀਨ ਕਾਊਂਟ ਕੀਤਾ ਆਪਦਾ। ਜੋ ਆਪਾਂ ਨੂੰ ਘਰ ਦਾ ਮਿਲਦਾ ਬਾਈ ਆਪਾਂ ਖਾ ਲਈਦਾ, ਪਰ ਕੈਲਰੀ ਦੀ ਲੋੜ ਹੁੰਦੀ ਆ ਬਾਈ ਜਦੋਂ ਆਪਾਂ ਨੂੰ ਭਾਰ ਵਧਾਉਣਾ ਜਾਂ ਘਟਾਉਣਾ, ਆਪਾਂ ਨੂੰ ਉਦੋਂ ਲੋੜ ਪੈਂਦੀ ਕੈਲਰੀ ਦੀ। ਪਰ ਅੱਜ ਕੱਲ ਤਾਂ ਤੁਹਾਨੂੰ ਪਤਾ ਬਾਈ ਯਾਰ ਵੀ ਹੁਣ ਬੰਦਾ ਕਿਸੇ ਦਾ ਨਾਂ ਕੀ ਲਵੇ, ਅੱਜ ਕੱਲ ਤਾਂ ਸਾਰੇ ਹੀ ਤੁਹਾਨੂੰ ਪਤਾ ਹੀ ਆ ਬਾਈ ਵੀ ਸੋਸ਼ਲ ਮੀਡੀਆ ਨੇ ਬਾਈ ਅੱਧਾ ਤਾਂ ਬੰਦਿਆਂ ਨੂੰ ਕੰਡਮ ਕਰਕੇ ਰੱਖਤਾ। ਜਿਹੜਾ ਬੰਦੇ ਸਹੀ ਯੂਜ਼ ਕਰਦੇ ਆ ਉਹ ਬੰਦੇ ਸਹੀ ਨੌਲੇਜ ਲੈਂਦੇ ਵੀ ਆ, ਪਰ ਬਾਈ ਕੈਲਰੀ ਪ੍ਰੋਟੀਨ ਦੀ ਲੋੜ ਆਪਾਂ ਨੂੰ ਪੈਂਦੀ ਆ ਵੀ ਉਹ ਆਪਣੀ ਦੇਸੀ ਡਾਈਟ 'ਚੋਂ ਵੀ ਪੂਰੀ ਹੋ ਜਾਂਦੀ ਹੈ ਬਾਈ ਜੇ ਆਪਾਂ ਕਰਨੀ ਹੋਵੇ ਤਾਂ। ਤੇ ਇਹਦਾ ਮਤਲਬ ਫਿਰ ਜਿਹੜਾ ਇਹ ਐਵੇਂ ਇੱਕ ਰੌਲਾ ਚੱਕ ਲਿਆ ਜਾਂਦਾ ਜਾਂ ਦਿਮਾਗਾਂ 'ਚ ਪ੍ਰੁਣ ਦਿੱਤਾ ਜਾਂਦਾ ਵੀ ਭਾਈ ਸਾਡੀ ਤਾਂ ਖੁਰਾਕ 'ਚ ਹੈ ਹੀ ਕੁਝ ਨਹੀਂ, ਜੇ ਜਿਮ ਲਾਉਣਾ ਤਾਂ ਜਾਂ ਤਾਂ ਮੀਟ ਆਂਡੇ ਖਾ ਤੇ ਜਾਂ ਫਿਰ ਵੈਸਟਰਨ ਸਟਾਈਲ ਦੇ ਸਪਲੀਮੈਂਟ ਲੈ, ਫੇਰ ਗੱਲ ਬਣਨੀ ਆ। ਬਾਈ ਇਹ ਵੀ ਇੱਕ ਵੀ ਸੋਚ ਕਹਿ ਲਓ ਲੋਕਾਂ ਦੀ ਵੀ ਆਂਡੇ ਮੀਟ ਤੋਂ ਬਿਨਾਂ ਸਰੀਰ ਬਣਨਾ ਹੀ ਨਹੀਂ। ਕਈ ਕਹਿ ਦਿੰਦੇ ਵੀ ਜੇ ਤੂੰ ਆਂਡਾ ਮੀਟ ਨਹੀਂ ਖਾਂਦਾ ਫਿਰ ਤੇਰਾ ਸਰੀਰ ਬਣਨਾ ਨਹੀਂ। ਨਹੀਂ ਬਾਈ ਮੈਂ ਕਹਿੰਦਾ ਬਣਦਾ ਹੀ, ਜੇ ਤੁਸੀਂ ਮਿਹਨਤ ਤਾਂ ਲਾਓ ਬਾਈ। ਮਿਹਨਤ ਤਾਂ ਤੁਸੀਂ ਲਾਉਂਦੇ ਨਹੀਂ ਤੇ ਖੁਰਾਕ ਤੁਹਾਨੂੰ ਐ ਚਾਹੀਦੀ ਆ ਵੀ ਮੈਂ ਆਰਨੋਲ ਜਿੰਨੀ ਖਾਣੀ ਆ। ਜਦੋਂ ਬਾਈ ਤੁਸੀਂ ਮਿਹਨਤ ਹੀ ਨਹੀਂ ਚੱਜ ਨਾਲ ਲਾਉਂਦੇ ਤੇ ਖੁਰਾਕ ਜਿੰਨੀ ਮਰਜ਼ੀ ਖਾ ਲਓ ਬਾਈ ਤੁਹਾਨੂੰ ਤੁਹਾਡਾ ਸਰੀਰ ਬਣਨਾ ਹੀ ਨਹੀਂ। ਜੀ ਬਿਲਕੁਲ। ਕਿਰਪਾਲ ਜੀ ਥੋੜਾ ਜਿਹਾ ਨਾ ਮੈਂ ਹਟ ਕੇ ਇੱਕ ਸਵਾਲ ਕਰਦਾ। ਹਾਂਜੀ ਵੈਸੇ ਹੈਗਾ ਤਾਂ ਹੁਣ ਸਾਇੰਸ ਹੀ ਹੈ ਵੀ ਸਵਾਲ, ਪਰ ਮੈਂ ਮੰਨਦਾ ਕਿ ਜਿਹੜੀ ਇਹ ਜਿਮ ਦੇ ਟ੍ਰੇਨਰਸ ਨੇ, ਜਿਹੜੇ ਤੁਸੀਂ ਐਜ਼ ਅ ਗੁਰੂ ਉੱਥੇ ਸੇਵਾਵਾਂ ਦਿੰਦੇ ਹੋ, ਤੁਸੀਂ ਕੋਚ ਹੋ, ਮੇਰੇ ਖਿਆਲ ਹਰ ਪ੍ਰਕਿਰਿਆ, ਹਰ ਐਕਟੀਵਿਟੀ ਉਹ ਸਾਇੰਸ ਦੇ ਵਿੱਚੋਂ ਨਿਕਲ ਕੇ ਜਾਂਦੀ ਹੈ। ਤੁਸੀਂ ਸਾਇੰਸ ਤੋਂ ਪਰੇ ਹੋ ਕੇ ਕੰਮ ਕਰੋਗੇ ਤਾਂ ਮਤਲਬ ਤੁਸੀਂ ਕਿਸੇ ਦਾ ਨੁਕਸਾਨ ਕਰ ਰਹੇ ਹੋ, ਆਪਣਾ ਤਾਂ ਕਰਨਾ ਹੀ ਆ, ਆਪਣੇ ਸਿਖਿਆਰਥੀਆਂ ਦਾ ਵੀ ਨੁਕਸਾਨ ਕਰਦੇ ਹੋ। ਹਾਂਜੀ ਬੰਦਾ ਅੱਜ ਕਹਿ ਲਓ ਕਿ ਮਟੀਰੀਅਲਿਸਟਿਕ ਹੋਇਆ ਪਿਆ ਆ, ਉਹਦੀਆਂ ਸਮੱਸਿਆਵਾਂ ਹੋ ਰਹੇ ਬਹੁਤ ਨੇ ਕਿਉਂਕਿ ਦੁਨੀਆ ਬੜੀ ਫਾਸਟ ਚੱਲਣ ਡਈ ਆ। ਉਹਦਾ ਸਭ ਤੋਂ ਵੱਡਾ ਖਾਮਿਆਜਾ ਜਿਹੜਾ ਮੈਨੂੰ ਲੱਗਦਾ ਕਿ ਅਸੀਂ ਨੇਚਰ ਤੋਂ ਬਹੁਤ ਦੂਰ ਹੋ ਗਏ। ਨੇਚਰ ਤੋਂ ਇੱਕ ਸਾਇੰਟਿਫਿਕ ਸਟੱਡੀ ਆਈ ਆ, ਉਹ ਕਹਿੰਦੇ ਆ ਵੀ ਨੇਚਰ ਦੇ ਕਲੋਜ਼ ਹੋਵੋ ਚਾਹੇ ਤੁਸੀਂ ਕੁਝ ਵੀ ਕਰਨਾ ਆ। ਤੇ ਅਸੀਂ ਲੋਕ ਕੀ ਕਰੀ ਜਾਂਦੇ ਆ, ਅਸੀਂ ਦੇਖੋ ਪੰਜਾਬ ਦਾ ਮੌਸਮ ਬਹੁਤ ਵਧੀਆ ਆ, ਧਰਤੀ ਬਹੁਤ ਵਧੀਆ ਆ, ਠੀਕ ਹੈ, ਵੱਖਰੀ ਗੱਲ ਹੈ ਕਿ ਅਸੀਂ ਆਪਣਾ ਸਾਰਾ ਕੁਝ ਗੰਦਾ ਕਰੀ ਜਾ ਰਹੇ ਆ। ਇੰਨੇ ਜ਼ਿਆਦਾ ਵਧੀਆ 4-4 ਸੀਜ਼ਨ ਹੈ ਸਾਡੇ ਕੋਲ, ਅਸੀਂ ਸੀਜ਼ਨਲ ਫੂਡ ਛੱਡ ਕੇ ਫਿਰ ਜਿਹੜਾ ਸਟੋਰ ਫੂਡ ਕੀਤਾ ਹੁੰਦਾ ਆ, ਜਾਂ ਕਹਿ ਲਓ ਕਿ ਭਿੰਡੀਆਂ ਦਾ ਸੀਜ਼ਨ ਹੈ ਉਦੋਂ ਅਸੀਂ ਖਾਣੀਆਂ ਨਹੀਂ, ਅੱਗੇ ਲੇਸ ਛੱਡਦੀਆਂ ਆ, ਉਹ ਅਸੀਂ ਫਿਰ ਸਟੋਰਾਂ 'ਚੋਂ ਬਾਅਦ ਚੱਕ ਕੇ ਲਿਆ ਕੇ ਉਹਨੂੰ ਪਕਾਉਣੇ ਆ। ਇਹ ਜਿਹੜਾ ਅਨਸੀਜ਼ਨਲ ਫੂਡ ਆ, ਇਹ ਤੁਹਾਡੀ ਜਦੋਂ ਡਾਇਟ 'ਚ ਆਉਂਦਾ ਆ, ਇਹ ਜਿਮ ਤੇ ਕੋਈ ਇਫੈਕਟ ਪੈਂਦਾ ਇਹਦਾ? ਬਹੁਤ ਪੈਂਦਾ ਬਾਈ। ਜਦੋਂ ਪਹਿਲੀ ਗੱਲ ਤਾਂ ਤੁਸੀਂ ਨੇਚਰ ਦੀ ਕੀਤੀ ਆ ਬਾਈ, ਜੇ ਤੁਸੀਂ ਕੁਦਰਤ ਨਾਲ ਖਿਲਵਾੜ ਕਰੋਗੇ ਤਾਂ ਤੁਸੀਂ ਸੁਖੀ ਰਹਿ ਹੀ ਨਹੀਂ ਸਕਦੇ ਬਾਈ ਜੀ। ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਬਾਈ ਲੋਕੀ ਕਹਿ ਤਾਂ ਦਿੰਦੇ ਆ ਵੀ ਦਰਖਤ ਲਾਓ, ਤੁਸੀਂ ਕੋਈ ਲਾਉਂਦਾ ਦੇਖਿਆ ਦਰਖਤ ਬਾਈ? ਜਿਹੜੇ ਲਾਉਂਦੇ ਆ ਉਹ ਕਹਿੰਦੇ ਬਾਅਦ 'ਚ ਪਸ਼ੂ ਖਾ ਗਏ। ਉਹ ਵੀ ਬਾਈ ਜੇ ਤੁਸੀਂ ਦਰਖਤ 4 ਲਾ ਵੀ ਦਓਗੇ ਜਾਂ ਆਪਣੇ ਜਨਮ ਦਿਨ ਤੇ ਲਾ ਦਿੰਦੇ ਆ, ਅੱਜ ਤੁਸੀਂ ਲਾਤਾ ਫਿਰ ਉਹਦੀ ਤੁਸੀਂ ਬਾਈ ਕੇਅਰ ਤਾਂ ਕਰਦੇ ਨਹੀਂ, ਜਾਂ ਤੁਸੀਂ ਉਹਨੂੰ ਡੇਲੀ ਪਾਣੀ ਪਾਉਣੇ ਆ। ਇਹ ਥੋੜੀ ਬਾਈ ਯਾਰ ਅੱਜ ਦਰਖਤ ਲਾਦਾ ਤੇ ਉਹ ਆਪਦੇ ਆਪ ਹੋ ਜਾਊਗਾ। ਉਦਾਂ ਹੀ ਆਪਣੀ ਬਾਈ ਬੋਡੀ ਆ, ਜਿਵੇਂ ਆਪਾਂ ਬਾਈ ਕੁਦਰਤ ਨੇ ਆਪਾਂ ਨੂੰ ਕਿੰਨਾ ਕੁਝ ਦਿੱਤਾ ਬਾਈ, ਆਪਾਂ ਨੂੰ ਸਾਂਭਣਾ ਹੀ ਨਹੀਂ ਆਉਂਦਾ। ਪਹਿਲੀ ਗੱਲ ਤਾਂ ਆਪਾਂ ਸਾਂਭਿਆ ਹੀ ਨਹੀਂ ਬਾਈ। ਕੁਦਰਤ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਹੀ, ਉਹ ਆਪਾਂ ਹੀ ਖਰਾਬ ਕਰ ਲਿਆ ਬਾਈ ਸਾਰਾ ਕੁਝ। ਮੇਰੇ ਖਿਆਲ ਪੰਜਾਬ 'ਚ ਜ਼ਿਆਦਾ ਖਰਾਬ ਹੋ ਗਿਆ। ਜੇ ਫੋਰਨ ਤੇ ਨਿਗਾਹ ਮਾਰੀਏ, ਇੱਥੇ ਤਾਂ ਕੱਲੇ ਬੂਟੇ ਦੇ ਪੱਤੇ ਨੂੰ ਵੀ ਸੰਭਾਲਿਆ ਜਾਂਦਾ। ਦੇਖ ਲਓ ਬਾਈ, ਤੇ ਇੱਥੇ ਬਾਈ ਥੋੜਾ ਜਿਹਾ ਪੰਜਾਬ ਪਤਾ ਨਹੀਂ ਆਪਣੇ ਲੋਕ ਕਾਹਤੋਂ ਇਦਾਂ ਦੇ ਆ ਵੀ ਜਿਹੜਾ ਆਪਣਾ ਬਾਈ ਪਾਣੀ ਸੀ, ਕਿੰਨਾ ਵਧੀਆ ਪਾਣੀ ਸੀ ਆਪਣਾ, ਪਾਣੀ ਸਾਰਾ ਪਾਣੀ ਗੰਦਾ ਹੋ ਗਿਆ ਬਾਈ। ਅੱਛਾ ਪਾਲੀ ਜੀ, ਤੁਸੀਂ ਪਾਣੀ ਦੀ ਗੱਲ ਛੇੜ ਲਈ ਹੈ। ਹਾਂਜੀ ਪਾਣੀ ਚਲੋ ਮੰਨਿਆ ਕਿ ਗੰਦਲੇ ਹੋ ਗਏ, ਅਸੀਂ ਵੀ ਕੁਝ ਕੱਢ ਲਿਆ, ਖੇਤੀਬਾੜੀ ਦਾ ਮਾਡਲ ਕੁਝ ਇਸ ਤਰ੍ਹਾਂ ਦਾ ਬਣੇ ਹੋ ਸੀ, ਜਾਂ ਸਾਡੇ ਕਹਿਣ ਨੂੰ ਦਰਿਆ ਸੀਗੇ ਤੇ ਅੱਜ ਉਹ ਗੰਦੇ ਨਾਲਿਆਂ ਦੇ ਨਾਂ ਦੇ ਨਾਲ ਮਸ਼ਹੂਰ ਹੋ ਗਏ। ਧਰਨੇ ਲੱਗਿਆ, ਉਹ ਪਤਾ ਨਹੀਂ ਹੁਣ ਧਰਨੇ ਕਿੱਥੇ ਗਏ, ਪਾਣੀ ਫੇਰ ਕਾਲੇ ਦਾ ਕਾਲਾ ਹੀ ਆ। ਚਲੋ ਖੈਰ ਆਪਾਂ ਰਾਜਨੀਤੀ 'ਚ ਨਹੀਂ ਪੈਂਦੇ, ਆਪਾਂ ਸਵਾਲ ਤੇ ਆਉਨੇ ਆ। ਇਹ ਪਾਣੀ ਦਾ ਵੀ ਬੜਾ ਰੌਲਾ ਪੈਂਦਾ ਜਦੋਂ ਜਿਮ ਦੀਆਂ ਗੱਲਾਂ ਆਉਂਦੀਆਂ, ਉਹ ਇੰਨਾ ਨਹੀਂ ਪੀਣਾ, ਉਹ 4 ਗਲਾਸ ਪੀਣੇ, ਉਹ 6 ਲੀਟਰ ਪੀਣਾ। ਮਤਲਬ ਕਿ ਕੀ ਰੌਲਾ ਹੈ ਜੀ ਪਾਣੀ ਦਾ? ਮਤਲਬ ਕਿ ਟ੍ਰੇਨਰ ਜਿਹੜੇ ਤਾਂ ਸਿਖਿਆਰਥੀ ਉਹ ਤਾਂ ਰੌਲਾ ਪਾਉਣ ਚੱਲ ਮੰਨਿਆ,
ਜਿਹੜਾ ਉਹਨਾਂ ਨੂੰ ਸਿਖਾ ਰਿਹਾ ਆ, ਉਹ ਰੀਲਾਂ ਆ ਰਹੀਆਂ, ਵੀਡੀਓ ਆ ਰਹੀਆਂ, ਇੰਨਾ ਪੀਓ, ਆਹ ਕਰੋ, ਉਹ ਕਰੋ, ਮਤਲਬ ਕਿ ਪਾਣੀ ਵੀ ਇੱਕ ਇਸ਼ੂ ਬਣਾ ਲਿਆ ਤੁਸੀਂ। ਇਹ ਬਾਈ ਯਾਰ ਜਦੋਂ ਮੰਨ ਲਓ ਤੁਹਾਨੂੰ ਕੁਝ ਪਤਾ ਹੀ ਨਹੀਂ ਤਾਂ ਇਸ਼ੂ ਤਾਂ ਬਣੂਗਾ ਹੀ ਬਾਈ। ਵੀ ਪਾਣੀ ਬਾਈ ਕਈ ਕਹਿੰਦੇ ਵੀ ਬੋਡੀ ਦੇ ਹਿਸਾਬ ਨਾਲ ਇੰਨੇ ਲੀਟਰ ਪਾਣੀ ਪੀਓ, ਇੰਨੇ ਲੀਟਰ ਪਾਣੀ, 4 ਗਲਾਸ ਪਾਣੀ ਪੀਣਾ, ਤੁਸੀਂ 10 ਗਲਾਸ ਪਾਣੀ ਪੀਣਾ। ਬਾਈ ਤੁਹਾਡੀ ਬੋਡੀ ਆਪ ਹੀ ਡਾਕਟਰ ਆ। ਜਦੋਂ ਤੁਹਾਡੀ ਬੋਡੀ ਨੂੰ ਕਿਸੇ ਚੀਜ਼ ਦੀ ਘਾਟ ਹੁੰਦੀ ਆ, ਬੋਡੀ ਆਪੇ ਸਾਈਨ ਦੇ ਦਿੰਦੀ ਆ। ਕੋਈ ਲੋਕ ਪੜ੍ਹ ਲੈਂਦੇ ਆ ਸਾਈਨ ਨੂੰ, ਕੋਈ ਨਹੀਂ ਪੜ੍ਹਦੇ ਬਾਈ। ਉਹ ਕਹਿੰਦੇ ਤੁਹਾਡੇ ਪਾਣੀ ਦੀ ਕਮੀ ਹੋ ਗਈ। ਜਦੋਂ ਬਾਈ ਆਪਾਂ ਨੂੰ ਬੋਡੀ ਨੂੰ ਲੋੜ ਪੈਣੀ ਆ, ਬੋਡੀ ਨੇ ਮੰਗ ਲੈਣਾ ਵੀ ਇਹ ਮੰਨ ਲਓ ਹੁਣ ਤੁਸੀਂ ਬਾਈ ਤੁਹਾਨੂੰ 10 ਲੀਟਰ ਪਾਣੀ ਕਹਿਤਾ ਰੋਜ਼ ਦਾ ਪੀਣਾ, 8 ਲੀਟਰ ਪੀਣਾ, ਤੁਸੀਂ ਪਾਣੀ ਪੀ ਜਾਓ ਤੇ ਪਾਣੀ ਪੀਤਾ ਵੀ ਤਾਂ ਖਰਾਬ ਹੋਊਗਾ ਹੀ ਜੀ। ਜਿੰਨੀ ਆਪਣੀ ਬੋਡੀ ਨੂੰ ਲੋੜ ਆ ਬਾਈ, ਬੋਡੀ ਨੇ ਪਾਣੀ ਮੰਗ ਲੈਣਾ। ਵੀ ਇਹ ਥੋੜੀ ਆਪਾਂ ਜਦੋਂ ਆਪਾਂ ਢਿੱਡ ਭਰੇ ਤੇ ਪਾਣੀ ਪੀ ਜਾਓਗੇ ਤਾਂ ਉਹ ਵੀ ਤਾਂ ਵੇਸਟ ਹੀ ਆ ਬਾਈ। ਜੀ ਬਿਲਕੁਲ। ਇਹ ਤਾਂ ਲੋਕਾਂ ਨੇ ਇੱਕ ਬਣਾ ਲਿਆ ਵੀ ਮੈਨੂੰ ਨੌਲੇਜ ਆ, ਤੂੰ ਇੰਨੇ ਲੀਟਰ ਪਾਣੀ ਪੀਣਾ, ਤੇਰੀ ਬੋਡੀ ਦੇ ਹਿਸਾਬ ਨਾਲ ਤੂੰ ਇੰਨੇ ਲੀਟਰ ਪਾਣੀ ਪੀਣਾ। ਇਹ ਤਾਂ ਬਾਈ ਸਭ ਵਹਿਮ ਆ ਜੀ। ਅੱਜ ਕੱਲ ਲੋਕ ਵਹਿਮਾਂ 'ਚ ਹੀ ਬਹੁਤ ਪਏ ਆ। ਅੱਛਾ, ਇੱਕ ਵਹਿਮ ਹੋ ਰਿਹਾ, ਹਾਂਜੀ, ਪਤਾ ਨਹੀਂ ਕਿੰਨਾ ਕੁ ਸੱਚ ਆ, ਪਰ ਮੈਂ ਜਦੋਂ ਆਪਣੇ ਆਲੇ ਦੁਆਲੇ ਨੂੰ ਦੇਖਦਾ ਮੈਨੂੰ ਲੱਗਦਾ ਕਿ ਨਹੀਂ, ਵਹਿਮ ਨਹੀਂ ਹੈਗਾ ਵੀ ਇਹਦੇ ਵਿੱਚ ਵੀ ਕੁੰਡੀ ਫਸੀ ਹੋਈ ਆ। ਵੀ ਐਡੀ ਵੀ ਕਾਹਦੀ ਕੁੰਡੀ ਫਸੀ ਹੋਈ ਹੈ ਕਿ ਮਤਲਬ ਤੁਸੀਂ ਕਨਫਿਊਜ਼ ਹੀ ਹੋਏ ਪਏ, ਮਤਲਬ ਕਿ ਤੁਸੀਂ ਆਪ ਉਹਨੂੰ ਸਾਇੰਟੀਫਿਕਲੀ ਕਿਉਂ ਨਹੀਂ ਸੋਚਦੇ। ਰਹਿੰਦੀ ਖੁੰਦਰ ਚਲੋ ਸਾਰੇ ਹੁਣ ਜਿਮ ਟ੍ਰੇਨਰ ਨੂੰ ਤਾਂ ਮਾੜਾ ਨਹੀਂ ਕਹੂੰਗਾ, ਪਰ ਬਹੁਤੀ ਕਸਰ ਇਹਨਾਂ ਨੇ ਵੀ ਕੱਢੀ ਹੋਈ ਹੈ। ਪਤਾ ਨਹੀਂ ਕਿਉਂ ਏਦਾਂ ਕਰਦੇ ਆ। ਖੈਰ ਹੁਣ ਕਿਰਪਾਲ ਜੀ ਹੁਣੀ ਨਹੀਂ ਕਰਦੇ, ਚਲੋ ਕੋਈ ਗੱਲ ਨਹੀਂ। ਕਾਫੀ ਤੇ ਆਉਂਦੇ ਆ, ਚਾਹ ਹੋ ਗਈ ਜਾਂ ਕਾਫੀ ਹੋ ਗਈ, ਇਹ 'ਚ ਹੈਗੀ ਤਾਂ ਕੈਫੀਨ ਹੀ ਹੈ ਨਾ ਜੀ। ਮੈਨੂੰ ਇਹ ਦੱਸੋ, ਜਿਹੜਾ ਬੰਦਾ ਜਿਮ ਲਾਉਂਦਾ ਉਹਨੂੰ ਕਾਫੀ ਪੀਣੀ ਚਾਹੀਦੀ ਹੈ ਕਿ ਨਹੀਂ ਪੀਣੀ ਚਾਹੀਦੀ, ਹਾਂ ਜਾਂ ਨਾ? ਪੀਂਦੇ ਬਹੁਤ ਆ। ਨਹੀਂ ਬਾਈ, ਨਹੀਂ ਪੀਣੀ ਚਾਹੀਦੀ। ਪਰ ਪੀਂਦੇ ਕਿਉਂ ਨਹੀਂ ਬਾਈ? ਲੋਕ ਪਤਾ ਨਹੀਂ ਯਾਰ। ਅੱਜ ਕੱਲ ਦਾ ਟਾਈਮ ਬਾਈ ਬਹੁਤ ਮਾੜਾ ਚੱਲਦਾ ਪਿਆ। ਜੋ ਮੈਂ ਸੱਚਾਈ ਤੁਹਾਨੂੰ ਦੱਸਦਾ ਪਿਆ, ਕਿਉਂ ਮੈਂ ਬਾਈ ਡੇਲੀ ਦੇਖਦਾ ਜਿਮ 'ਚ ਵੀ। ਤੁਸੀਂ ਇਹ ਦੇਖੋ ਬਾਈ, ਇਹ ਕੋਈ ਮਿੱਥ ਬਣਦੀ ਆ ਵੀ ਐਕਸਰਸਾਈਜ਼ ਤੋਂ 5 ਮਿੰਟ ਪਹਿਲਾਂ ਆਪਾਂ ਕਾਫੀ ਦਾ ਪਾਊਚ ਪੀ ਲਿਆ ਤੇ ਉਹਦੇ ਨਾਲ ਤੁਹਾਨੂੰ એનર્ਜੀ ਆ ਜਾਊਗੀ। ਉਹ ਕਹਿੰਦੇ એનર્ਜੀ ਆ ਜਾਂਦੀ ਆ ਜੀ ਇਹਦੇ ਨਾਲ। એનર્ਜੀ ਬਾਈ ਚਲੋ ਮੰਨ ਲਓ ਆਪਾਂ ਕੋਈ ਵੀ ਚੀਜ਼ ਪੀਤੀ ਆ, ਉਹਨੂੰ ਘੰਟਾ ਜਾਂ 20 ਮਿੰਟ ਤਾਂ ਦਿਓ ਤੁਸੀਂ ਬਾਈ। ਮੈਂ ਜਿਮ 'ਚ ਇਹ ਦੇਖਿਆ ਵੀ ਆ ਕੇ ਪਾਊਚ, ਕਈ ਤਾਂ ਸਿੱਧਾ ਪਾਊਚ ਪਾੜ ਕੇ ਪਾ ਲੈਂਦੇ, ਉੱਤੋਂ ਦੀ ਪਾਣੀ ਪੀ ਲੈਂਦੇ ਆ। ਵੈਸੇ ਤਾਂ ਮੈਂ ਏਦਾਂ ਕਦੀ ਦੇਖਿਆ ਨਹੀਂ ਹੈਗਾ। ਹੁਣ ਤੁਹਾਡੇ ਜਿੰਮਾਂ 'ਚ ਤੁਸੀਂ ਦੇਖਦੇ ਹੋ, ਫਿਰ ਰੋਕਦੇ ਨਹੀਂ ਤੁਸੀਂ ਇਹਨਾਂ ਨੂੰ? ਨਹੀਂ ਬਾਈ, ਜੇ ਤੁਸੀਂ ਅੱਜ ਰੋਕ ਲਓਗੇ ਕੱਲ ਨੂੰ ਰੋਕ ਲਓਗੇ, ਉਹ ਬਾਈ ਘਰੋਂ ਪੀ ਕੇ ਆਉਣ ਲੱਗ ਜਾਂਦੇ। ਬਾਈ ਕਾਫੀ ਪੀਣੀ ਕਾਹਤੋਂ ਯਾਰ? ਜੇ ਤੁਹਾਡੀ ਬੋਡੀ, ਜੇ ਤੁਹਾਡਾ ਦਿਮਾਗ ਬਹੁਤ ਤਕੜੀ ਚੀਜ਼ ਬਣਾਇਆ ਬਾਈ ਰੱਬ ਨੇ, ਜੇ ਉਹਨੂੰ ਆਪਾਂ ਵਰਤਦੇ ਹੀ ਨਹੀਂ ਬਾਈ। ਜੇ ਤੁਸੀਂ ਬਾਈ ਘਰੋਂ ਪ੍ਰਪੇਅਰ ਹੋ ਕੇ ਆਓ ਵੀ ਮੈਂ ਪੂਰੇ ਤਕੜੀ ਐਕਸਰਸਾਈਜ਼ ਲਾਉਣੀ, ਮੈਂ ਮਿਹਨਤ ਤਕੜੀ ਲਾਉਣੀ ਆ, ਤੇ ਤੁਹਾਨੂੰ ਬਾਈ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਤੁਸੀਂ ਬਾਈ ਇੱਕ ਦੇਖ ਲਿਓ, ਜਦੋਂ ਤੁਸੀਂ ਕਾਫੀ ਪੀ ਲਈ ਨੇ ਆ, ਵੀ ਜਿਹੜੇ ਮੈਨੂੰ ਸੁਣਦੇ ਹੋਣਗੇ ਉਹ ਵੀ ਦੇਖ ਲੈਣ ਵੀ ਕਾਫੀ ਪੀ ਕੇ ਬਾਈ ਤੁਹਾਨੂੰ 15-20 ਮਿੰਟ ਤਾਂ ਪੂਰੀ ਏਦਾਂ ਸਰੀਰ ਹੁੰਦਾ ਵੀ ਵਧੀਆ ਹੁੰਦਾ, એનર્ਜੀ 'ਚ ਹੁੰਦਾ। ਜਦੋਂ ਆਪਾਂ ਬਾਈ ਵਾਸ਼ਰੂਮ ਜਾਂਦੇ ਆ ਨਾ ਕਾਫੀ ਪੀਣ ਤੋਂ ਬਾਅਦ, ਹਰੇਕ ਆਉਂਦਾ ਹੋਊਗਾ ਉਹ ਵਾਸ਼ਰੂਮ ਬਾਈ ਆਉਂਦਾ ਆਪਾਂ ਨੂੰ ਪੂਰਾ ਗਾੜਾ ਹੁੰਦਾ ਵੀ ਹਾਂਜੀ, ਡਾਰਕ ਹੁੰਦਾ ਜੀ ਹਮੇਸ਼ਾ। ਹਾਂਜੀ, ਉਹ ਬਾਈ ਆਪਣੀ ਬੋਡੀ 'ਚੋਂ ਮਿਨਰਲ ਵਗੈਰਾ ਸਾਰੇ ਨਿਕਲ ਜਾਂਦੇ ਆ, ਵਿਟਾਮਿਨ ਵਗੈਰਾ ਨਿਕਲ ਜਾਂਦੇ ਆ। ਤੇ ਤਾਂ ਹੀ ਤਾਂ ਬਾਈ ਜਦੋਂ ਆਪਾਂ ਐਕਸਰਸਾਈਜ਼ ਲਾਉਂਦੇ ਆ, ਵਾਸ਼ਰੂਮ ਕਰਕੇ ਜਾ ਕੇ ਕਹਿੰਦੇ ਬਾਈ ਇਹ ਜ਼ੀਰੋ ਜਿਹਾ ਹੋ ਗਿਆ, ਸਰੀਰ ਡਾਊਨ ਹੋ ਗਿਆ। ਉਹ ਜਦੋਂ ਆਪਣੀ ਬੋਡੀ, ਪਰ ਮੁੰਡੇ ਖੁੰਡੇ ਦਾ ਕਹਿੰਦੇ ਆ ਜੀ ਉਹ ਤਾਂ ਚਰਬੀ ਨਿਕਲਦੀ ਆ ਜੀ। ਨਹੀਂ, ਇਹ ਬਾਈ ਵਹਿਮ ਪਾਇਆ ਜਾਂਦਾ ਵੀ ਵਾਸ਼ਰੂਮ 'ਚੋਂ ਕਾਫੀ ਖੋਰ ਕੇ ਚਰਬੀ ਕੱਢਦੀ ਪਈ ਆ। ਇਹ ਨਹੀਂ ਬਾਈ, ਇਹ ਆਪਣੀ ਬੋਡੀ 'ਚੋਂ ਮਿਨਰਲ ਨਿਕਲਦੇ ਪਏ ਹੁੰਦੇ ਆ, ਤਾਂ ਹੀ ਤਾਂ ਬੋਡੀ ਇੱਕੋਦਮ ਲੋ ਹੋ ਜਾਂਦੀ ਬਾਈ। ਤੇ ਫਿਰ 2 ਕੱਪ ਹੋਰ ਚੜ੍ਹਨੇ ਪੈਂਦੇ ਆ। ਹਾਂ, ਫਿਰ 2 ਨਹੀਂ ਬਾਈ, ਸਾਡੇ ਤਾਂ ਇੱਥੇ 8-8 9-9 ਪਾਊਚ ਪੀਂਦੇ ਲੋਕ ਕਾਫੀ ਦੇ ਜੀ। ਉਹ ਆਪਦੇ ਸਰੀਰ ਨਾਲ ਬਾਈ ਧੱਕਾ ਹੀ ਹੋ ਗਿਆ। ਜੇ ਤੁਸੀਂ ਕਦੀ ਆਪਣੇ ਜਿਹੜੇ ਟ੍ਰੇਨਿੰਗ ਕਰਨ ਆਉਂਦੇ ਨੇ, ਤੁਹਾਡੇ ਸਿਖਿਆਰਥੀ ਨੇ, ਬਾਬਾ ਤੁਹਾਡੇ ਮੁਰੀਦ ਨੇ, ਤੁਸੀਂ ਕਰਵਾਉਨੇ ਹੋ, ਜਦੋਂ ਤੁਹਾਨੂੰ ਲੱਗਦਾ ਕਿ ਮੇਰਾ ਆ ਜਿਹੜਾ ਸਿਖਿਆਰਥੀ ਆ ਬਈ ਲਗਾ ਹੁਣ ਪੀਣ ਕਾਫੀ ਤੇ ਫੇਰ ਮਾਰੂ ਜਿਮ, ਚਲੋ ਉਠਾਉਣਾ ਕਿੱਦਾਂ ਆ ਉਹ ਬਾਅਦ ਦੀ ਗੱਲ ਆ, ਜਾਂ ਉਹਨੂੰ ਦੱਸਿਆ ਜਾਂਦਾ ਸਾਇੰਟੀਫਿਕਲੀ ਭਾਈ ਤੈਨੂੰ ਆ ਕਾਫੀ ਨੇ ਨੁਕਸਾਨ ਕਰਨਾ। ਪਰ ਆਪਾਂ ਇਸ ਤੋਂ ਪਹਿਲਾਂ ਜਾਂਦੇ ਆ ਵੀ ਜਿਮ ਜਿਹੜਾ ਇੰਸਟਰਕਟਰ ਹੈ ਜਾਂ ਕਿਰਪਾਲ ਸਿੰਘ ਜੀ, ਉਹਨੂੰ ਜਦੋਂ ਦੇਖਦੇ ਆ ਕਿ ਉਹ ਇਹ ਸਵਾਲ ਨਹੀਂ ਉਹਨਾਂ ਨੂੰ ਕਦੀ ਕਰਦੇ ਕਿ ਭਾਈ ਤੂੰ ਰਾਤ ਨੂੰ ਸੌਂ ਕੇ ਆਇਆ, ਸਵੇਰ ਨੂੰ ਜਿਮ ਲਾਣਾ, ਤੂੰ ਫਰੈਸ਼ ਕਿਉਂ ਨਹੀਂ ਹੈਗਾ ਯਾਰ? ਤੁਹਾਨੂੰ ਏਦਾਂ ਲੱਗਦਾ ਵੀ ਉਹ ਸੌਂਦੇ ਨਹੀਂ ਹੈਗੇ? ਇਹੀ ਮੇਨ ਗੱਲ ਅੱਜ ਕੱਲ ਤਾਂ ਬਾਈ ਸਾਰੇ ਆ ਕੇ ਦੱਸ ਹੀ ਦਿੰਦੇ ਬਾਈ। ਕਈ ਤੁਹਾਨੂੰ ਪਤਾ ਵੀ ਮੰਨ ਲਓ ਬਾਈ, ਜਦੋਂ ਆ ਕੇ ਪਹਿਲੀ ਗੱਲ ਤਾਂ ਉਹ ਆਉਂਦੇ ਹੀ ਆਏ ਹੁੰਦੇ ਆ ਬਾਈ, ਵੀ ਮੂੰਹ ਧੋ ਕੇ ਵੀ ਨਹੀਂ ਆਉਂਦੇ ਕਈ ਲੋਕ ਤਾਂ ਜਿਮ 'ਚ। ਵੀ ਤੁਸੀਂ ਯਾਰ ਇੱਕ ਜਿਮ ਨੂੰ ਮੰਦਿਰ ਸਮਝੋ ਜਿੱਥੋਂ ਤੁਸੀਂ ਬਣ ਕੇ ਨਿਕਲਣਾ। ਅਸੀਂ ਤਾਂ ਬਾਈ ਜਿਮ ਨੂੰ ਪੂਜਦੇ ਆ ਵੀ ਸਾਨੂੰ ਇੱਥੋਂ ਤੱਕ ਪਹੁੰਚਾਇਆ ਜਿਮ ਨੇ।
ਜੀ ਕਈ ਬਾਈ ਕਹਿਣਗੇ ਬਾਈ ਅੱਜ ਬੋਡੀ ਡਾਊਨ ਆ, ਕਾਫੀ ਪੀ ਲਈਏ, 2 ਪਾਊਚ ਪੀ ਲਈਏ, ਜਾਂ ਥੱਲੋਂ ਕਹਿ ਦੇਣਗੇ ਵੀ ਕਾਫੀ ਕਰੜੀ ਜੀ ਬਣਾ ਕੇ ਲਿਆਈ। ਬਾਈ ਜਦੋਂ ਆਪਾਂ ਬੋਡੀ ਨੂੰ ਧੱਕਾ ਕਰੀ ਜਾਂਦੇ ਆ, ਬੋਡੀ ਤੁਹਾਡਾ ਕਿੱਥੋਂ ਸਾਥ ਦੇ ਦੂਗੀ। ਸੋ ਇਹ ਸਾਰਾ ਸੋਸ਼ਲ ਮੀਡੀਆ ਦਾ ਇਹ ਦੌਰ ਆ ਵੀ ਉਹ ਰਾਤ ਨੂੰ ਰੀਲਾਂ ਦੇਖੀ ਜਾਣੀਆਂ ਲੱਗੇ ਹੋਏ ਆ। ਇਹੀ ਬਾਈ ਦੱਸਣ ਲੱਗਿਆ ਮੈਂ ਤੁਹਾਨੂੰ, ਜਦੋਂ ਆ ਕੇ ਕਹਿ ਦਿੰਦੇ ਬਾਈ ਯਾਰ ਅੱਜ ਬੋਡੀ ਡਾਊਨ ਆ, ਕਾਫੀ ਪੀ ਲਈਏ, ਉਹਨੂੰ ਆ ਕੇ ਬਾਈ ਕਈ ਹੋਇਆ ਸੁੱਤਾ ਨਹੀਂ ਬਾਈ ਯਾਰ ਰਾਤ ਪਹਿਲੀ ਗੱਲ ਤਾਂ ਕਹਿੰਦੇ ਆ ਬਾਹਰੋਂ ਫੋਨ ਆ ਗਿਆ ਸੀ, ਫਲਾਨਾ ਫੋਨ ਆ ਗਿਆ ਸੀ, ਤੁਹਾਨੂੰ ਪਤਾ ਕਿਹਦਾ ਫੋਨ ਆ ਜਾਂਦਾ। ਫਿਰ ਦੂਜੀ ਗੱਲ ਜਦੋਂ ਬਾਈ ਆਪਾਂ ਰੀਲਾਂ ਦੇਖਣ ਲੱਗ ਜਾਂਦੇ ਆ, ਜਦੋਂ ਆਪਾਂ ਸਕਰੋਲ ਕਰੀ ਜਾਂਦੇ ਉਹ 2 ਘੰਟੇ 3 ਘੰਟੇ ਕਦੋਂ ਲੰਘ ਜਾਂਦੇ ਪਤਾ ਹੀ ਨਹੀਂ ਲੱਗਦਾ ਬਾਈ। ਉਹ ਜਦੋਂ ਆਪਾਂ ਬਾਈ ਸੌਣ ਦਾ ਟਾਈਮ ਤਾਂ ਆਪਾਂ ਫੋਨ ਤੇ ਕੱਢਤਾ ਤੇ ਬੋਡੀ ਨੇ ਆਪਣੀ ਨੇ ਕਿੱਥੋਂ ਚਾਰਜ ਹੋਣਾ, ਤੁਸੀਂ ਆਪ ਦੱਸੋ। ਇਹਦੇ ਵਿੱਚ ਜੇ ਸਾਇੰਟੀਫਿਕਲੀ ਇਹਨਾਂ ਨੂੰ ਸਮਝਾਉਣਾ ਹੋਵੇ ਜਿਮ ਵਾਲਿਆਂ ਨੂੰ, ਇੰਸਟਰਕਟਰ ਦੱਸਦੇ ਨੇ ਕਿ ਮੈਂ ਤਾਂ ਕੋਈ ਰੀਲ ਅੱਜ ਤੱਕ ਦੇਖੀ ਨਹੀਂ, ਨਾ ਹੀ ਮੈਂ ਕੋਈ ਪੋਡਕਾਸਟ ਇਹੋ ਜਿਹਾ ਦੇਖਿਆ ਵੀ ਤੁਸੀਂ, ਉਹਨੇ ਤਾਂ ਕਹਿ ਦਿੱਤਾ ਆ ਕੇ ਤੁਹਾਡੇ ਸਿਖਿਆਰਥੀ ਨੇ, ਉਹ ਭਾਈ ਟਿਕਦਾ ਜਾਂ ਨਹੀਂ ਸਰੀਰ, ਮੈਂ ਤਾਂ ਰਾਤੀ ਸੁੱਤਾ ਹੀ ਨਹੀਂ ਹੈਗਾ। ਚਲੋ ਇਹ ਵੀ ਪਤਾ ਲੱਗ ਗਿਆ ਵੀ ਤੂੰ ਰੀਲਾਂ ਦੇਖਦਾ ਸੀਗਾ, ਫਿਰ ਕਹਿਣਾ ਯਾਰ 3-4 ਘੰਟੇ ਸੁੱਤਾ ਸੀਗਾ, ਪਰ ਉਹ ਗੱਲ ਹੁਣ ਟੱਸ ਜੀ ਨਹੀਂ ਬਣਦੀ ਵੀ ਕਾਫੀ ਚੱਕ ਲਈਏ। ਹਾਂਜੀ, ਕੀ ਤੁਸੀਂ ਇਹਨਾਂ ਨੂੰ ਇਹ ਸਾਇੰਸ ਨਹੀਂ ਦੱਸਦੇ ਕਿ ਭਾਈ ਜਿਹੜੀ ਤੂੰ ਰਾਤ ਨੂੰ ਸਕਰੀਨ ਜਿਹੜੀ ਬਲੂ ਲਾਈਟ ਨਿਕਲਦੀ ਆ ਜਦੋਂ ਤੁਸੀਂ ਸਾਹਮਣੇ ਰੱਖ ਲੈਂਦੇ ਹੋ, ਉਹ ਤੁਹਾਡਾ ਜਿਹੜਾ ਇੱਕ ਹਾਰਮੋਨ ਹੁੰਦਾ ਆ IGF-1, ਜਿਹਨੇ ਤੁਹਾਡੇ ਸਰੀਰ ਦਾ ਯਾਨੀ ਕਿ ਮਿਸਤਰੀ ਦਾ ਕੰਮ ਕਰਨਾ ਹੁੰਦਾ, ਰਿਕਵਰੀ ਮੋਡ ਤੇ ਲੈ ਕੇ ਆਉਣਾ ਹੁੰਦਾ, ਤੁਸੀਂ ਉਹਨੂੰ ਤਾਂ ਦਿੰਦੇ ਆ ਮਾਰ। ਹਾਂਜੀ, ਤੇ ਫਿਰ ਜਦ ਤੁਹਾਡੇ ਸਰੀਰ ਨੇ ਇਹੀ ਮੰਨ ਲਿਆ ਕਿ ਹੁਣ ਰਾਤ ਨਹੀਂ ਹੈਗੀ ਦਿਨ ਹੈਗਾ, ਤੇ ਫਿਰ ਸਵੇਰ ਨੂੰ ਫਿਰ ਕਾਫੀਆਂ ਹੀ ਚੱਲਣੀਆਂ, ਫਿਰ ਬੜਾ ਔਖਾ ਨਹੀਂ ਹੋਏਗਾ ਤੁਹਾਨੂੰ ਇਹੋ ਜਿਹੇ ਬੰਦੇ ਨੂੰ ਸਮਝਾਉਣਾ। ਫਿਰ ਇਹ ਕਿਹਾ ਬਾਈ ਤੁਸੀਂ ਜਮਾ ਇਹ ਜਿਹੜਾ ਇਹ ਬਾਈ ਅੱਜ ਕੱਲ ਲੋਕਾਂ ਨੂੰ ਦੱਸੇ ਕੌਣ, ਪਹਿਲੀ ਗੱਲ ਤੇ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਬਾਈ, ਅੱਜ ਕੱਲ ਦੀ ਜਨਰੇਸ਼ਨ ਨੂੰ ਤਾਂ ਤੁਸੀਂ ਜਿੱਧਰ ਨੂੰ ਮਰਜ਼ੀ ਮਗਰ ਲਾ ਲਓ ਲੱਗ ਜਾਂਦੇ, ਜਦੋਂ ਉਹਨਾਂ ਨੂੰ ਕੋਈ ਦੱਸਦਾ ਹੀ ਹੈ ਨਹੀਂ ਬਾਈ। ਹੁਣ ਜਿਹੜੀ ਤੁਸੀਂ ਗੱਲ ਕੀਤੀ ਆ IGF-1 ਦੀ, ਇਹ ਕਿਸੇ ਨੂੰ ਪਤਾ ਹੀ ਨਹੀਂ ਬਾਈ ਕੀ ਹੁੰਦਾ। ਇਹ ਹਾਰਮੋਨ ਹੁੰਦੇ ਆ ਜੀ, ਉਹ ਰਿਲੀਜ਼ ਕਰਦੇ ਆ ਕਿ ਬੋਡੀ ਤੇਰਾ ਹੁਣ ਰਿਕਵਰੀ ਮੋਡ ਹੈ, ਤੂੰ ਸੌਣਾ ਆ। ਪਰ ਅਸੀਂ ਤਾਂ ਰੀਲਾਂ ਦੇਖੀ ਜਾਂਦੇ ਆ। ਇਹ ਬਾਈ ਪਤਾ ਹੀ ਨਹੀਂ ਕਿਸੇ ਨੂੰ ਵੀ ਮੇਰੀ ਬੋਡੀ ਤੇ ਇਹ ਕਰਨਾ ਉਹ ਕਰਨਾ, ਬਸ ਰੀਲਾਂ ਦੇਖ ਲੀਆਂ, ਕੋਚ ਨੇ ਡਾਈਟ ਦੱਸੀ ਆ, ਪਾਊਡਰ ਪੀ ਲਿਆ, ਬਸ ਮੇਰੀ ਬੋਡੀ ਬਣੀ ਜਾਣੀ। ਜਦੋਂ ਬਾਈ ਆਪਾਂ ਸੌਣਾ ਹੀ ਨਹੀਂ, ਚੰਗੀ ਡਾਈਟ ਹੀ ਨਹੀਂ ਲੈਣੀ, 8 ਘੰਟੇ ਬੋਡੀ ਨੂੰ ਰੈਸਟ ਹੀ ਨਹੀਂ ਕਰਨੀ, ਤੇ ਬੋਡੀ ਰਿਕਵਰ ਕਿੱਥੋਂ ਹੋਊਗੀ ਬਾਈ। ਜੀ ਇਹ ਕਿੰਨੇ ਕਿ ਦਿਨ ਵੈਸੇ ਟ੍ਰੈਂਡ ਤਾਂ ਇਹ ਆ ਵੀ ਮੈਂ ਆਪਣੇ ਦੋਸਤਾਂ ਨੂੰ ਵੇਖਦਾ, ਕੋਈ 5 ਦਿਨ ਜਿਮ ਤੁਰਿਆ, ਕੋਈ 6 ਦਿਨ ਮੈਂ ਅੱਜ ਇੰਨਾ ਬੈਂਚ ਪ੍ਰੈਸ ਲਾ ਲਈ, ਮੈਂ ਡੋਲੇ ਜਿਹਾ ਕੱਢ ਕੇ ਦਿਖਾਉਂਦੇ ਰਹਿਣਗੇ, ਮੇਰਾ ਵੀ ਹੁਣ ਡੋਲਾ ਜਿਹਾ ਫੁੱਲੀ ਜਾਂਦਾ, ਹੱਥ ਜਿਹਾ ਚੱਕ ਹੋਈ ਜਾਂਦਾ ਆ। ਮਤਲਬ ਕਿ ਤੁਸੀਂ ਸ਼ੁਰੂਆਤ 'ਚ ਕਿਹਾ ਵੀ ਜਿਮ ਤਾਂ ਤੁਹਾਡੀ ਬੋਡੀ ਨੂੰ ਤੋੜਦਾ ਹੈ, ਤੁਹਾਨੂੰ ਰਿਕਵਰੀ ਲਈ ਜ਼ਿਆਦਾ ਟਾਈਮ ਫਿਰ ਚਾਹੀਦਾ ਹੁੰਦਾ। ਇਹ 5 ਦਿਨ ਜਿਮ ਲਾਉਣਾ ਫਿਰ ਸੌਣਾ ਨਹੀਂ, ਇਹ ਚੰਗੀ ਆਦਤ ਹੈ ਇਹ ਬਾਈ। ਜੇ ਬਾਈ ਤੁਸੀਂ ਜਿਮ ਲਾਉਣੀ 4 ਦਿਨ ਲਾਓ ਵੀਕ 'ਚ ਬਾਈ, ਜਿਮ ਸਭ ਤੋਂ ਬੈਸਟ ਹੈ। ਉਹੀ ਬਾਈ ਤੁਸੀਂ ਜਿਹੜੀ 4 ਦਿਨ ਲਾਈ ਆ, ਬੋਡੀ ਨੂੰ ਰੈਸਟ ਵੀ ਤਾਂ ਦਿਓ। ਆਪਾਂ ਬਾਈ 6 ਦਿਨ ਜਿਮ ਲਾ ਲੈਂਦੇ, ਕਈ ਤਾਂ ਸਾਡੇ ਬਾਈ ਇਦਾਂ ਦੇ ਆ ਵੀ ਕਹਿ ਦਿੰਦੇ ਸੰਡੇ ਨੂੰ ਵੀ ਜਿਮ ਖੋਲੋ, ਜਿਮ ਓਪਨ ਹੋਣਾ ਚਾਹੀਦਾ, ਸੰਡੇ ਨੂੰ ਟਾਈਮ ਨਹੀਂ ਲੰਘਦਾ। ਜਿਹੜੀ ਤੁਸੀਂ ਰੈਸਟ ਦੀ ਗੱਲ ਕਰਦੇ ਕਿ ਬੋਡੀ ਨੂੰ ਰਿਕਵਰੀ ਮੋਡ ਵੀ ਚਾਹੀਦਾ, ਉਹਦਾ ਕੀ ਫਿਰ ਮਤਲਬ ਕਿ ਨੀਂਦ ਔਰ ਚੰਗਾ ਖਾਣਾ ਇਹ ਰਿਕਵਰੀ ਮੋਡ ਨੇ? ਆਪਣੀ ਬੋਡੀ ਨੂੰ ਨੀਂਦ ਜ਼ਰੂਰੀ ਹੈ। ਜਦੋਂ ਬਾਈ ਆਪਾਂ ਸੌਵਾਂਗੇ ਨਹੀਂ ਤੇ ਬੋਡੀ ਆਪਣੀ ਰਿਕਵਰੀ ਕਿਵੇਂ ਕਰੂ? ਅਗਲੇ ਦਿਨ ਐਕਸਰਸਾਈਜ਼ ਲਾਉਣੀ ਆ, ਜ਼ੋਰ ਮਾਰਨਾ, ਬਿਮਾਰੀਆਂ ਨਾਲ ਲੜਨਾ, ਉਹ ਬੋਡੀ ਤਿਆਰ ਕਿੱਥੋਂ ਹੋਊ ਬਾਈ? ਫਿਰ ਤੁਸੀਂ ਆਪ ਦੱਸੋ। ਜਦੋਂ ਆਪਾਂ ਸੌਣਾ ਹੀ ਨਹੀਂ, ਸੌਣਾ ਹੀ 2 ਘੰਟੇ ਆ, ਕਹਿ ਦਿੰਦੇ ਨੀਂਦ ਨਹੀਂ ਆਉਂਦੀ। ਜਦੋਂ ਬਾਈ ਆਪਾਂ ਅੱਜ ਨਹੀਂ ਨੀਂਦ ਆਊ, ਕੱਲ ਨੂੰ ਪੈ ਜਾਓ, ਕੱਲ ਨੂੰ ਨਹੀਂ ਆਊ, ਪਰਸੋਂ ਪੈ ਜਾਓ, ਕਿਤੇ ਤਾਂ ਨੀਂਦ ਆਉਣ ਲੱਗੂਗੀ। ਜਦੋਂ ਆਪਣੀਆਂ ਸਾਡੀ ਨੌਜਵਾਨੀ ਦੀਆਂ ਫਿਰ ਰੀਲਾਂ ਨਹੀਂ ਮਿਸ ਹੋ ਜਾਣੀਆਂ ਜੀ, ਫਿਰ ਉਹ ਵੀ ਸਮੱਸਿਆ ਆ ਜਾਣੀ ਹੈ। ਮੈਂ ਰੀਲ ਨਹੀਂ ਦੇਖੀ, ਤੂੰ ਦੇਖ ਲਈ ਸੀ। ਆਪਾਂ ਲੋਕ ਸਮਝਣਾ ਨਹੀਂ ਚਾਹੁੰਦੇ ਬਾਈ ਜੀ। ਮੇਨ ਗੱਲ ਜਿਹੜੀ ਇਹ ਹੈ ਰੀਲਾਂ ਬਾਈ, ਅੱਜ ਕੱਲ ਤਾਂ ਰੀਲਾਂ ਨਹੀਂ ਪੱਟਦੇ ਲੋਕ, ਸੱਚੀ ਗੱਲ ਹੈ ਇਹ ਬਾਈ ਜੀ। ਵੀ ਸਾਰਾ ਆਪਣੀ ਬੋਡੀ ਦਾ ਸਟਰਕਚਰ ਹੀ ਰੀਲਾਂ ਨੇ ਖਰਾਬ ਕਰਤਾ। ਮੈਂ ਤਾਂ ਕਈ ਦੇਖੇ ਬਾਈ ਐਕਸਰਸਾਈਜ਼ ਲਾਉਂਦੇ ਵੀ ਰੀਲਾਂ 'ਚ ਧਿਆਨ ਹੁੰਦਾ ਹੀ, ਤੁਸੀਂ ਆਪ ਦੇਖ ਲਓ। ਸਾਡੇ ਟਾਈਮ ਤੇ ਨਹੀਂ ਬਾਈ ਇਦਾਂ ਦਾ ਕੁਛ ਸੀਗਾ ਹੀ, ਅਸੀਂ ਤਾਂ ਅੱਜ ਵੀ ਨਹੀਂ ਵਰਤਦੇ। ਜੇ ਮਿਹਨਤ ਲਾਉਣੀ ਆ ਤਾਂ ਦਿਲੋਂ ਲਾਉਣੇ ਜੀ, ਮਿਹਨਤ ਤਾਂ ਹੀ ਇੱਥੋਂ ਤੱਕ ਬੈਠੇ ਆ। ਪਰ ਅੱਜ ਕੱਲ ਦੇ ਨੌਜਵਾਨਾਂ ਨੂੰ ਇਹ ਆ ਜੀ ਵੀ ਹੁਣ ਬੰਦਾ ਕੀ ਕਵੇ, ਇਹ ਆ ਜੀ ਟੀਕੇ ਲਾ ਲਾਂਗੇ ਤਾਂ ਬਣ ਜਾਾਂਗੇ, ਕੋਈ ਨਾ ਬੋਡੀ ਬਣਾਉਣੀ ਆ 10 ਦਿਨਾਂ 'ਚ ਬਣਾ ਲਾਂਗੇ। ਮੇਨ ਗੱਲ ਤੁਸੀਂ ਟੀਕਿਆਂ ਦੀ ਗੱਲ ਕੀਤੀ। ਤੁਸੀਂ ਕਬੱਡੀ ਦੇ ਵਿੱਚ ਤਾਂ ਕਹਿੰਦੇ ਘੋੜੇ ਵਾਲੇ ਇੰਜੈਕਸ਼ਨ ਟੀਕੇ ਲਾ ਲਏ ਜਾਂਦੇ ਆ ਠਾਹ ਕਰਕੇ, ਤੇ ਉਹ ਫਿਰ ਦਿਮਾਗ ਕਹਿੰਦੇ ਰਾਖਸ਼ ਬਣ ਜਾਂਦਾ। ਜਿਹੜਾ ਚੰਗਾ ਭਲਾ ਬੰਦਾ ਮੂਹਰੇ ਖਿਡਾਰੀ ਹੁੰਦਾ ਹੈ, ਉਹਨੂੰ ਪਟਕਾ ਕੇ ਸਿੱਟਦੇ, ਲੱਤਾਂ ਬਾਹਾਂ ਤੋੜ ਦਿੰਦੇ। ਬੰਦਾ ਸੋਚਦਾ ਵੀ ਇਹ ਚੈਨੀ ਸ਼ਕਤੀ ਕਿੱਥੋਂ ਆ ਗਈ। ਮੈਨੂੰ ਪਤਾ ਲੱਗਦਾ ਕਹਿੰਦੇ ਜਿੰਮਾਂ ਦੇ ਵਿੱਚ ਵੀ ਆਵੇਂ ਘੋੜੇ ਵਾਲਾ ਟੀਕਾ ਲਾਈ ਜਾਂਦੇ ਆ, ਤੇ ਆਹ ਦੇਖੋ ਜੀ ਮੇਰਾ ਡੋਲਾ ਕਿੱਡਾ ਫਲਾਨਾ ਤੇ ਕਈ ਵਾਰ ਡੋਲਾ ਹੀ ਫਸ ਜਾਂਦਾ। ਫਿਰ ਇਹ ਵੀ ਬਾਈ ਸੱਚਾਈ ਹੈ ਜੀ। ਇਹ ਤਾਂ ਅੱਜ ਕੱਲ ਬਾਈ ਜਿੰਮਾਂ 'ਚ ਵੀ ਆ ਰਿਹਾ, ਕਬੱਡੀ ਦੇ ਨਾਲ ਜਿੰਮਾਂ 'ਚ ਵੀ ਆ ਗਿਆ ਜੀ।
ਕਹਿ ਦਿੰਦੇ ਆ ਜੀ ਵੀ ਟੀਕਾ ਲਾ ਲਓ, ਫਲਾਨੀ ਬੈਂਚ ਪ੍ਰੈਸ ਇੰਨੀ ਲਾ ਦੇ। ਮੈਂ ਕਈ ਜਿਮ ਦੇ ਵਿੱਚ ਖੁਦ ਲਾਉਂਦੇ ਦੇਖੇ ਜੀ। ਮੈਂ ਤਾਂ ਬਾਈ ਇੱਕ ਰਾਏ ਦਿੰਦਾ ਹੁੰਦਾ ਵੀ ਇਹ ਲੋੜ ਪੈਂਦੀ ਕਿਉਂ ਆਪਾਂ ਨੂੰ, ਜਦੋਂ ਆਪਣੀ ਘਰ ਦੀ ਡਾਈਟ ਸਹੀ ਹੋਵੇ, ਮਿਹਨਤ ਸਹੀ ਹੋਵੇ, ਬੋਡੀ ਨੂੰ ਟਾਈਮ ਦਿੱਤਾ ਹੋਵੇ ਪ੍ਰੋਪਰ, ਤੇ ਆਪਾਂ ਨੂੰ ਬਾਈ ਟੀਕਾ ਪਹੁੰਚਣ ਦੀ ਲੋੜ ਹੀ ਨਹੀਂ ਪੈਂਦੀ। ਜੀ ਥੋੜਾ ਜਿਹਾ ਮੈਂ ਹਟ ਕੇ ਸਵਾਲ ਕਰਦਾ, ਤਿੱਖੇ ਸਵਾਲ ਹੋਣਗੇ। ਕਹਿੰਦੇ ਵੀ ਜਿਮ ਜਾਣ ਦੇ ਨਾਲ ਕੱਦ ਘਟ ਜਾਂਦਾ, ਅਸੀਂ ਨਹੀਂ ਆਪਣੇ ਜਵਾਕ ਨੂੰ ਭੇਜਣਾ ਉੱਥੇ, ਖਾਸ ਕਰਕੇ ਕੁੜੀ ਨੂੰ ਤਾਂ ਜਮਾ ਨਹੀਂ ਭੇਜਣਾ। ਇਹ ਮਤਲਬ ਕਿ ਇਹ ਗੱਲ 'ਚ ਕੋਈ ਹੈ ਕੋਈ ਗੱਲਬਾਤ? ਬਾਈ ਜਿਮ ਲਾਉਣ ਨਾਲ ਜੇ ਕੱਦ ਘਟਦਾ ਹੋਵੇ, ਤੁਸੀਂ ਆਪ ਦੇਖੋ ਫਿਰ ਸਾਨੂੰ 19 ਸਾਲ ਹੋ ਗਏ, ਅਸੀਂ ਤਾਂ ਫਿਰ ਧਰਤੀ ਦੀ ਧਸ ਜਾਣਾ ਸੀ ਅੱਜ ਨੂੰ ਤਾਂ, ਜੇ ਜਿਮ ਲਾਉਣ ਨਾਲ ਕੱਦ ਰੁਕਦਾ ਹੁੰਦਾ ਸੀ। ਇਹ ਤਾਂ ਬਾਈ ਸਿਰਫ ਆਪਣੀ ਸੋਚ ਆਈ ਵੀ ਜਿਮ ਲਾਉਣ ਨਾਲ ਕੱਦ ਖੜ ਜਾਂਦਾ ਹੈ। ਇਹ ਸੋਚ ਪੰਜਾਬ 'ਚ ਬੜੀ ਚੱਲਦੀ ਹੈ, ਫੋਰਨ 'ਚ ਤਾਂ ਮੈਂ ਨਹੀਂ ਕਦੀ ਸੁਣੀ। ਮੈਂ ਤਾਂ ਬਾਈ ਜਦੋਂ ਫੋਰਨ ਤੁਸੀਂ ਆਪ ਦੇਖ ਲਓ, 13-14 ਸਾਲ ਟੀਨੇਜ ਦੇ ਮੁੰਡੇ ਜਿਮ ਜਾਣਾ ਸ਼ੁਰੂ ਕਰ ਦਿੰਦੇ ਆ ਬਾਈ। ਜੀ ਜਦੋਂ ਆਪਣੇ ਬਾਈ ਦਿਮਾਗ ਨੇ ਸੋਚਣ ਲੱਗ ਜਾਂਦਾ ਵੀ ਮੈਂ ਇੱਧਰਲੇ ਪਾਸੇ ਜਾਣਾ, ਮੈਂ ਇੱਧਰਲੇ ਪਾਸੇ ਜਾਣਾ, ਜਦੋਂ ਆਪਾਂ ਉਹਨੂੰ ਜਿਮ ਲਾਈਨ 'ਚ ਪਾ ਦਾਂਗੇ ਜਾਂ ਕਿਸੇ ਗੇਮ 'ਚ ਪਾ ਦਾਂਗੇ ਨਾ, ਤੇ ਆਪਣਾ ਜਵਾਕ ਪੁੱਠੇ ਕੰਮਾਂ ਤੋਂ ਬਚ ਜਾਊਗਾ ਬਾਈ। ਕਿਉਂ? ਉਹੀ ਟਾਈਮ ਹੁੰਦਾ ਜਦੋਂ ਬੰਦੇ ਨੇ ਕੋਈ ਡਿਸੀਜਨ ਲੈਣਾ ਹੁੰਦਾ, ਉਹੀ ਟਾਈਮ 'ਚ ਆਪਣਾ ਹਾਰਮੋਨ ਬਣਦੇ ਆ ਜਿਹੜੇ ਆਪਣੇ ਬੰਦੇ ਦੇ ਮਨ 'ਚ ਇਹੋ ਜਿਹੇ ਖਿਆਲ ਲਿਆਉਂਦੇ, ਮੈਂ ਇੱਧਰ ਨੂੰ ਜਾਣਾ, ਮੈਂ ਇੱਧਰ ਨੂੰ ਜਾਣਾ। ਵੀ ਮੈਂ ਤਾਂ ਕਹੂੰਗਾ ਬਾਈ 13-14-15 ਸਾਲ ਦੇ ਬੱਚੇ ਨੂੰ ਜਿਮ ਜੁਆਇਨ ਕਰ ਦੇਣਾ ਚਾਹੀਦਾ, ਵੀ ਕਿਸੇ ਗੇਮ 'ਚ ਪਾ ਦੇਣਾ ਚਾਹੀਦਾ। ਵੀ ਇਹ ਤਾਂ ਬਾਈ ਯਾਰ ਸੋਚ ਆ ਵੀ ਜਿਮ ਲਾਉਣ ਨਾਲ ਕੱਦ ਖੜ ਜਾਂਦਾ। ਜਿਮ ਲਾਉਣ ਨਾਲ ਕੱਦ ਨਹੀਂ ਖੜਦਾ ਬਾਈ, ਕੱਦ ਜਾਂਦਾ ਆਪਣੇ ਮਾਂ ਪਿਓ ਤੇ। ਵੀ ਚੰਗੀ ਡਾਈਟ ਹੋਊਗੀ, ਚੰਗੀ ਮਿਹਨਤ ਹੋਊਗੀ, ਕੋਈ ਵੀ ਐਕਸਰਸਾਈਜ਼ ਕਰ ਲਓ ਬਾਈ, ਜ਼ਰੂਰੀ ਨਹੀਂ ਤੁਸੀਂ ਭਾਰੀ ਚੱਕਣਾ, ਕੋਈ ਵੀ ਐਕਟੀਵਿਟੀ ਕਰ ਲਓ। ਵੀ ਜਿਮ ਲਾਉਣ ਨਾਲ ਕੱਦ ਨਹੀਂ ਰੁਕਦਾ, ਮੇਰੀ ਇਹ ਸੋਚ ਹੈ ਵੀ ਜਿਮ ਲਾਉਣ ਨਾਲ ਕੱਦ ਨਹੀਂ ਰੁਕਦਾ ਬਾਈ। ਤੁਸੀਂ ਦੱਸਿਆ ਵੀ 13-14 ਸਾਲ ਦਾ ਜਦੋਂ ਬੱਚਾ ਹੋ ਜਾਂਦਾ ਆ ਵੀ ਉਹਨੂੰ ਜਿਮ ਜੁਆਇਨ ਕਰ ਲੈਣਾ ਚਾਹੀਦਾ, ਵੀ ਟੀਨੇਜਰ ਥੋੜਾ ਜਿਹਾ ਉਹਦੀ ਬੋਡੀ ਝੱਲਣ ਨੂੰ ਆ। ਇੱਕ ਹੋਰ ਵੀ ਸਵਾਲ ਹੁੰਦਾ ਵੀ ਫਿਰ ਜਿਮ ਕਿਹੜੀ ਉਮਰ ਤੱਕ ਲਾਇਆ ਜਾਣਾ ਚਾਹੀਦਾ ਆ, ਫਿਰ ਛੱਡਣਾ ਆ ਜਾਂ ਨਹੀਂ ਛੱਡਣਾ, ਇਹਦੇ ਬਾਰੇ ਬੜੇ ਭਰਮ ਭੁਲੇਖੇ ਆ। ਇਹ ਬਾਈ 50 ਤੋਂ ਬਾਅਦ ਜਿਮ ਨਾ ਲਾਓ ਫਿਰ ਸਰੀਰ ਖੜ ਜੂ ਤੁਹਾਡਾ, ਟੁੱਟ ਭੱਜ ਹੋ ਜੂ। ਨਹੀਂ, ਇਹ ਵੀ ਬਾਈ ਵਹਿਮ ਹੀ ਆ ਲੋਕਾਂ ਦੀ। ਜਿਮ ਤਾਂ ਬਾਈ 13-14 ਸਾਲ ਦੇ ਬੱਚੇ ਨੂੰ ਜੇ ਤੁਸੀਂ ਵਰਕਆਊਟ ਕਰਾਉਣ ਲਾਉਣਾ, ਜਿਮ ਲਾਉਣਾ ਲਾ ਦਿਓ, ਪਰ ਉਹਦੇ ਟ੍ਰੇਨਰ ਨੂੰ ਦੱਸ ਦਿਓ ਨਾ ਵੀ ਨਵਾਂ ਹੈ। ਉਹ ਤਾਂ ਦੇਖ ਕੇ ਵੀ ਪਤਾ ਲੱਗ ਹੀ ਜਾਣਾ ਬਾਈ ਨਵਾਂ। ਉਹ ਬਾਈ ਕੋਈ ਇਹੋ ਜਿਹੀ ਐਕਸਰਸਾਈਜ਼ ਹੁੰਦੀ ਜਿਹੜੀ ਨਹੀਂ ਕਰਾਈ ਦੀ। ਤੇ ਜਿਹੜੀ ਉਮਰ ਆ ਬਾਈ, ਜਿਮ ਦੀ ਕੋਈ ਉਮਰ ਨਹੀਂ ਬਾਈ, ਮਿਹਨਤ ਦੀ ਤੁਹਾਨੂੰ ਪਤਾ ਕੋਈ ਉਮਰ ਨਹੀਂ ਬਾਈ। ਵੀ ਇਹ ਜ਼ਰੂਰੀ ਥੋੜੀ ਹੁੰਦਾ ਬਾਈ ਆਪਾਂ ਜਿਮ ਜਾ ਕੇ ਭਾਰ ਹੀ ਚੱਕਣਾ, ਜਾ ਕੇ ਡੰਬਲ ਹੀ ਐਡੇ ਚੱਕਣੇ ਜਾਂ weight ਹੀ ਹੈਵੀ ਲਾਉਣਾ। ਤੁਸੀਂ ਕੋਈ ਹੋਰ ਐਕਟੀਵਿਟੀ ਕਰ ਲਓ ਬਾਈ, ਪਰ ਅੱਜ ਦੇ ਟਾਈਮ 'ਚ ਬਾਈ ਤੁਹਾਨੂੰ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ। ਜੀ ਜਦੋਂ ਆਪਾਂ ਐਕਸਰਸਾਈਜ਼ ਦੀ ਗੱਲ ਕਰਦੇ ਹਾਂ ਕਿਰਪਾਲ ਸਿੰਘ ਜੀ, ਹਾਂਜੀ, ਤੇ ਜਦੋਂ ਆਪਾਂ ਕਹਿੰਦੇ ਆ ਵੀ ਉਹ ਵੀ ਅੱਜ ਕੱਲ੍ਹ ਮੋਟਾਪਾ ਬਹੁਤ ਹੋ ਗਿਆ, ਡਾਇਬਟੀਜ਼ ਵਧੀ ਹੋਈ ਆ ਜੀ, ਫਲਾਨਾ ਧਿਮਕੜਾ ਬਿਮਾਰੀਆਂ ਲੱਗੀਆਂ ਹੋਈਆਂ ਜੀ, ਮੇਰਾ ਤਾਂ ਜੀ ਢਿੱਡ ਬਾਹਰ ਨਿਕਲਿਆ, ਬਾਕੀ ਬੋਡੀ ਠੀਕ ਹੈ, ਮੇਰਾ ਢਿੱਡ ਬਾਹਰ ਨੂੰ ਨਿਕਲੀ ਜਾਂਦਾ। ਹਾਂਜੀ, ਉਹਦਾ ਤਾਂ ਚਲੋ ਇੱਕ ਕਾਰਨ ਸਮਝ ਆਉਂਦਾ ਆ ਵੀ ਭਾਈ ਬੰਦੇ ਨੇ ਸਮਝਾ ਦੋ ਵੀ ਦੇਖ ਬੋਡੀ ਜਿਹੜੀ ਤੇਰੀ ਆ ਇੱਕ ਮਸ਼ੀਨ ਆ, ਉਹਨੂੰ ਜਿੰਨਾ ਕੁ ਕੈਲੋਰੀਜ਼ ਜਾਂ ਪ੍ਰੋਟੀਨ ਜਾਂ ਕੁਝ ਵੀ ਆ ਜੇ ਚਾਹੀਦਾ ਹੈ, ਜੇ ਤੁਸੀਂ ਉਹਨੂੰ ਜ਼ਿਆਦਾ ਮਿਕਦਾਰ ਚ ਪਾਉਂਗੇ ਫਿਰ ਉਹਨੇ ਅੰਦਰ ਚਰਬੀ ਉਹੀ ਬਣਨਾ, ਫਿਰ ਢਿੱਡ ਹੀ ਬਾਹਰ ਨੂੰ ਆਉਣਾ ਤੁਹਾਡਾ। ਠੀਕ ਆ ਜੀ। ਮੇਰਾ ਸਵਾਲ ਉੱਥੇ ਇਹ ਆ ਵੀ ਉਦੋਂ ਗੱਲਾਂ ਕਰਨ ਲੱਗ ਪੈਂਦੇ ਆ ਜੀ ਇਹ ਟ੍ਰੇਨਰ ਵੀ, ਹੁਣ ਮੈਂ ਸਾਰਿਆਂ ਨੂੰ ਬੁਰਾ ਨਹੀਂ ਕਹਿੰਦਾ, ਉਹ ਮਿੱਠਾ ਛੱਡੋ, ਮਿੱਠਾ ਛੱਡੋ, ਖਾਣਾ ਛੱਡੋ, ਚਲੋ ਖਾਣੇ ਤੇ ਨਹੀਂ ਆਉਂਦੇ, ਮਿੱਠਾ ਛੱਡੋ। ਉਹ ਮੈਂ ਕਈ ਟ੍ਰੇਨਰਾਂ ਨੂੰ ਰੀਲਾਂ ਬਣਾਉਂਦੇ ਕਿਹਾ ਆ ਉਹ ਫਲਾਨਾ ਫਲ ਨਾ ਖਾਓ, ਉਹ 'ਚ ਜ਼ਿਆਦਾ ਮਿੱਠਾ ਹੁੰਦਾ। ਮਤਲਬ ਕਿ ਕੁਦਰਤੀ ਫਲਾਂ ਦੇ ਮਿੱਠੇ ਨੂੰ ਵੀ ਤੁਸੀਂ ਇੱਕ ਖੰਡ ਦੇ ਬਰਾਬਰ ਕਿੱਦਾਂ ਤੁਸੀਂ ਮਤਲਬ ਕਿ ਮਿਣੀ ਜਾਂਦੇ? ਇਹ ਵੀ ਬਾਈ ਯਾਰ ਜਦੋਂ ਟ੍ਰੇਨਰ ਹੀ ਕਹਿਦਾ ਬਾਈ, ਟ੍ਰੇਨਰ ਨੇ ਮੰਨ ਲਓ ਤੁਸੀਂ ਮੇਰੇ ਕੋਲੋਂ ਐਕਸਰਸਾਈਜ਼ ਲਾਉਣੇ, ਮੈਂ ਤੁਹਾਨੂੰ ਕਹਿੰਦਾ ਵੀ ਤੂੰ ਮਿੱਠਾ ਕਰਨਾ, ਤੁਸੀਂ ਤਾਂ ਘਰੇ ਜਾ ਕੇ ਮਿੱਠਾ ਬੰਦ ਕਰ ਦੇਣਾ। ਜੀ। ਪਰ ਇਹ ਬਾਈ ਸਭ ਵਹਿਮ ਆਈ, ਮਿੱਠਾ ਬੰਦ। ਹੁਣ ਬਾਈ ਤੁਸੀਂ ਆਪ ਦੇਖੋ ਜਿਹੜੇ ਫਰੂਟ ਆਪਾਂ ਨੂੰ ਕੁਦਰਤ ਨੇ ਆ, ਫਰੂਟ 'ਚ ਤੁਸੀਂ ਫਰੂਟ ਖਾ ਕੇ ਤੁਹਾਨੂੰ ਸ਼ੂਗਰ ਹੋ ਜਾਊਗੀ ਬਾਈ? ਨਹੀਂ, ਤੁਹਾਡੇ ਟ੍ਰੇਨਰ ਇਹ ਕਹਿੰਦੇ ਆ ਜੀ ਅੰਬ ਨਾ ਖਾਓ, ਉਹ 'ਚ ਬਹੁਤ ਚੀਕੂ ਨਾ ਜੀ ਕਹਿੰਦੇ ਖਾਓ, ਇਹ 'ਚ ਸ਼ੂਗਰ ਬਹੁਤ ਹੁੰਦੀ ਹੈ। ਮੈਂ ਤਾਂ ਬਾਈ ਆਪ ਖੁਦ ਮਿੱਠਾ ਇੰਨਾ ਖਾਂਦਾ, ਮੈਂ ਫਰੂਟ ਬਹੁਤ ਖਾਂਦਾ ਬਾਈ, ਸਾਨੂੰ ਤਾਂ ਕੁਝ ਹੁੰਦਾ ਨਹੀਂ ਬਾਈ। ਇਹ ਬਾਈ ਕੁਝ ਟ੍ਰੇਨਰ ਉਹ ਕਹਿੰਦੇ ਆ ਤੁਸੀਂ ਖੰਡ ਵੀ ਨਹੀਂ ਖਾਣੀ, ਉਹ ਕਹਿੰਦੇ ਜੀ ਬਰਾਊਨ ਖਾ ਲਓ, ਨਹੀਂ ਜੀ ਤੁਸੀਂ ਤਾਂ ਗੁੜ ਵੀ ਨਹੀਂ ਖਾਣਾ, ਸ਼ੱਕਰ ਵੀ ਨਹੀਂ ਖਾਣੀ। ਇਹ ਬਾਈ ਸਭ ਵਹਿਮ ਆਈ। ਮੈਂ ਕਹਿੰਦਾ ਵੀ ਲੋਕ ਕਹਿਣਗੇ ਵੀ ਜਾਣ ਕੇ ਕਰਦਾ, ਝੂਠ ਮਾਰਦਾ, ਮੈਂ ਮਿੱਠਾ ਬਹੁਤ ਖਾਂਦਾ ਜੀ, ਸਾਨੂੰ ਤਾਂ ਕੁਝ ਹੁੰਦਾ ਨਹੀਂ। ਜਦੋਂ ਬਾਈ ਅਸੀਂ ਮਿਹਨਤ ਦਿਲੋਂ ਲਾਉਣੇ ਆ ਜੀ, ਮਿਹਨਤ ਠੋਕ ਕੇ ਲਾਉਣੇ ਆ, ਸਾਡੇ ਬਰਾਬਰ ਕੋਈ ਮਿਹਨਤ ਲਾ ਕੇ ਵਿਖਾ ਦੇਵੇ ਜੀ। ਤੇ ਭਾਈ ਤੁਸੀਂ ਆਪਣੀ ਬੋਡੀ ਨੂੰ ਪੂਰਾ ਚੰਗੀ ਤਰ੍ਹਾਂ ਤੋੜਦੇ ਹੋ, 2 ਘੰਟੇ ਐਕਸਰਸਾਈਜ਼ ਲਾਉਣੇ ਆ ਪੂਰੀ ਚੰਗੀ ਤਰ੍ਹਾਂ, ਤੇ ਤੁਸੀਂ ਚਾਹੇ ਕੱਚ ਵੀ ਖਾ ਜਾਓ ਬਾਈ, ਕੱਚ ਵੀ ਪਚਾ ਦੋ ਤੁਹਾਡੀ ਬੋਡੀ, ਜਦੋਂ ਤੁਹਾਡੀ ਮਿਹਨਤ ਹੀ ਇੰਨੀ ਲੱਗੀ ਹੈ ਬਾਈ, ਉੱਥੇ ਫਿਰ ਤੁਹਾਡਾ ਮਿੱਠਾ ਕੀ ਕਰ ਲੂਗਾ ਬਾਈ ਤੁਹਾਡੀ ਬੋਡੀ ਨੂੰ?
ਅੱਛਾ ਕਿਰਪਾਲ ਸਿੰਘ ਜੀ, ਮੈਨੂੰ ਇੱਕ ਹੋਰ ਹਟਵੇਂ ਜਿਹੇ ਸਵਾਲ ਤੋਂ ਬਾਅਦ, ਕਿਉਂਕਿ ਮੈਂ ਸਵਾਲ ਉਹੀ ਰੱਖੇ ਆ ਜਿਹੜੇ ਸਾਡੇ ਹਾਂਜੀ ਜ਼ਿਹਨਾਂ 'ਚ ਘੁੰਮਦੇ ਆ, ਪਰ ਸਾਨੂੰ ਭਰਮ ਭੁਲੇਖੇ ਬਹੁਤ ਨੇ। ਤੇ ਹਾਂਜੀ ਧੰਨਵਾਦ ਕਰਾਂਗੇ ਸਾਡੇ ਦਰਸ਼ਕਾਂ ਦਾ ਵੀ ਜਿਹੜੇ ਸਾਡੇ ਨਾਲ ਬਣੇ ਹੋਏ ਨੇ, ਤੇ ਉਹ ਹਾਂਜੀ ਐਂਡ ਤੱਕ ਇਸ ਵੀਡੀਓ ਤੇ ਜਾਣ, ਕਿਉਂਕਿ ਹਜੇ ਹੋਰ ਵੀ ਬਹੁਤ ਸਵਾਲ ਜ਼ਿਹਨ ਦੇ ਵਿੱਚ ਨੇ। ਅੱਜ ਕਿਰਪਾਲ ਸਿੰਘ ਨੇ ਜਾਣ ਨਹੀਂ ਦੇਣਾ, ਕਿਉਂਕਿ 4 ਹਫ਼ਤੇ ਹੋ ਗਏ ਮੈਨੂੰ ਇਹਨਾਂ ਦੇ ਮਗਰ ਘੁੰਮਦੇ ਨੂੰ, ਮਸੀਂ ਟਾਈਮ ਮਿਲਿਆ, ਕਿਉਂਕਿ ਜਿਮ ਤੋਂ ਬਾਅਦ ਇਹਨਾਂ ਦੀ ਦੁਨੀਆ ਬਸ ਪਤਾ ਨਹੀਂ ਖਤਮ ਹੀ ਹੋ ਜਾਂਦੀ ਹੈ। ਇਹਨਾਂ ਨੂੰ ਪਤਾ ਹੀ ਨਹੀਂ ਵੀ ਦੁਨੀਆ ਕਿਤੇ ਹੋਰ ਵੀ ਹੈਗੀ ਹੈ। ਚਲੋ ਖੈਰ, ਅਸੀਂ ਮਾੜਾ ਨਹੀਂ ਕੁਝ ਵੀ ਕਹਿੰਦੇ, ਚੰਗੀ ਗੱਲ ਹੈ, ਇੰਨਾ ਸਮਾਂ ਦਿੰਦੇ ਆ। ਫਿਟਨੈਸ ਤੇ ਮੈਡੀਟੇਸ਼ਨ ਹਾਂਜੀ ਕੋਈ ਹੈ ਇਹਦਾ ਕੋਈ ਸੰਬੰਧ? ਬਾਈ ਫਿਟਨੈਸ ਤੇ ਮੈਡੀਟੇਸ਼ਨ ਐਡੀ ਤਕੜੀ ਚੀਜ਼ ਹੈ ਨਾ ਬਾਈ, ਵੀ ਉਹ ਜਿਮ ਨਾਲੋਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਤੁਸੀਂ ਕਹਿਤਾ ਤਕੜੀ ਟੀਮ ਆ, ਤਕੜੀ ਚੀਜ਼ ਆ, ਤੇ ਮੈਂ ਤਾਂ ਟ੍ਰੇਨਰਾਂ ਨੂੰ ਇਹ ਕਹਿੰਦੇ ਦੇਖਿਆ, ਉਹ ਇਹ ਯੋਗਾ ਵਾਲਾ ਕੋਈ ਕੰਮ ਨਹੀਂ, ਇਹ ਲੋਹੇ ਵਾਲਾ ਕੰਮ ਆ, ਮਤਲਬ ਕਿ ਕੋਈ ਨੋ ਕੰਬੀਨੇਸ਼ਨ। ਮੈਨੂੰ ਇਹ ਤਰਕ ਥੋੜਾ ਠੀਕ ਨਹੀਂ ਲੱਗਿਆ। ਇਹ ਦੇਖੋ ਬਾਈ, ਤੁਸੀਂ ਮੰਨ ਲਓ ਜਿਹੜੀ ਮੰਨ ਲਓ ਫਿਟਨੈਸ ਆ, ਜੇ ਤੁਹਾਡੀ ਬੋਡੀ ਤੁਸੀਂ ਮੰਨ ਲਓ ਜਿਮ 'ਚ ਜਾਓਗੇ, ਪਹਿਲੀ ਗੱਲ ਤਾਂ ਬਾਈ ਫਿਟਨੈਸ ਜੇ ਤੁਸੀਂ ਜਿਮ 'ਚ ਜਾਓਗੇ ਤਾਂ ਬਣੂਗੀ ਨਾ ਫਿਟਨੈਸ। ਜੀ ਤੇ ਜੀ ਦੂਜੀ ਜਿਹੜੀ ਮੈਡੀਟੇਸ਼ਨ ਦੀ ਆ ਗਈ ਬਾਈ, ਜੇ ਤੁਹਾਡਾ ਦਿਮਾਗ ਤਗੜਾ ਫੇਰ ਹੀ ਤੁਹਾਡੀ ਫਿਟਨੈਸ ਹੋਊਗੀ ਬਾਈ। ਜੀ ਜੀ ਬਾਈ ਮੈਡੀਟੇਸ਼ਨ ਤਾਂ ਆਪਾਂ ਨੂੰ ਡੇਲੀ ਕੀ ਕਰਨੀ ਚਾਹੀਦੀ ਹੈ ਬਾਈ, ਬਹੁਤ ਜ਼ਰੂਰੀ ਆ। ਅੱਧੀਆਂ ਬਿਮਾਰੀਆਂ ਤੋਂ ਤਾਂ ਆਪਾਂ ਨੂੰ ਮੈਡੀਟੇਸ਼ਨ ਹੀ ਬਚਾ ਦਿੰਦੀ ਹੈ ਬਾਈ। ਵੀ ਮੈਡੀਟੇਸ਼ਨ ਦੇ ਸਿਰ ਤੇ ਹੀ ਬਾਈ ਆਪਣੀ ਬੋਡੀ ਖੜੀ ਆ। ਕਈ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਬਾਈ ਮੈਡੀਟੇਸ਼ਨ ਹੁੰਦੀ ਕੀ ਆ, ਪਰ ਬਹੁਤ ਜ਼ਰੂਰੀ ਹੈ ਬਾਈ। ਮੈਡੀਟੇਸ਼ਨ ਕਰਨ ਨਾਲ ਬੰਦਾ ਬਹੁਤ ਤਕੜਾ ਹੋ ਜਾਂਦਾ ਬਾਈ। ਦਿਮਾਗ ਤੋਂ ਤਕੜਾ ਹੋ ਗਏ ਤਾਂ ਤੁਸੀਂ ਬਾਈ ਸਭ ਤੋਂ ਤਕੜੇ ਹੋ। ਜੀ ਕਿਰਪਾਲ ਸਿੰਘ ਜੀ, ਮੈਂ ਨਹੀਂ ਕਹਿੰਦਾ ਡਰੱਗ ਦੀ ਸਮੱਸਿਆ ਸਿਰਫ ਪੰਜਾਬ ਦੇ ਵਿੱਚ ਹੀ ਹੈ, ਇਹ ਗਲੋਬਲੀ ਸਮੱਸਿਆ ਹੈ। ਚੰਗੇ ਮੁਲਕਾਂ ਦੇ ਵੀ ਡਰੱਗ ਨੇ ਧੂਏ ਕੱਢੇ ਪਏ ਆ। ਤਾਂ ਕੈਨੇਡਾ ਦੀ, ਅਮਰੀਕਾ ਦੀ ਵੀ ਲੈ ਲਓ, ਯੂਰਪ ਦੀ ਲੈ ਲਓ, ਧੂਏ ਕੱਢੇ ਪਏ ਆ। ਅਰਬ ਕੰਟਰੀਆਂ ਦੇ ਵਿੱਚ ਵੀ ਡਰੱਗ ਚੱਲਦੀ ਹੈ। ਚਲੋ ਉਹਨਾਂ ਦੇ ਲਾਅ ਬਹੁਤ ਤਕੜੇ ਆ, ਜੇ ਕਿਤੇ ਡਿੱਕੇ ਆ ਜਾਵੇ ਤਾਂ ਫਿਰ ਉਹ ਕਹਿ ਲਓ ਵੀ ਅਮਰੂਦਾਂ ਦੇ ਜਿਹੜੀਆਂ ਉਹ ਲਾ ਦਿੰਦੇ ਆ ਸਿਰੇ ਤੇ ਜਾ ਕੇ। ਡਰੱਗ ਦੀ ਸਮੱਸਿਆ, ਚਲੋ ਅਸੀਂ ਵੀ ਕੁਝ ਸੋਚਣਾ ਆ ਤੇ ਕੁਝ ਸਰਕਾਰਾਂ ਨੇ ਵੀ ਸੋਚਣਾ ਆ। ਮੈਨੂੰ ਇਹ ਦੱਸੋ, ਜਿਹੜਾ ਬੰਦਾ ਫਿਟਨੈਸ ਲਈ ਜਿਮ ਆਉਂਦਾ ਆ, ਇਹਦਾ ਮਤਲਬ ਸਧਾਰਨ ਬੰਦੇ ਨਾਲੋਂ ਉਹ ਠੀਕ ਆ, ਉਹ ਦਿਮਾਗੀ ਤੌਰ ਤੇ ਵੀ ਜ਼ਿਆਦਾ ਵਧੀਆ ਆ, ਬੋਡੀ ਤੌਰ ਤੇ ਵੀ ਵਧੀਆ ਆ, ਔਰ ਸਭ ਕੁਝ ਵਧੀਆ ਆ। ਫਿਰ ਪੰਜਾਬ ਦੇ ਜਿੰਮਾਂ ਦੇ ਵਿੱਚ ਵਰਕਆਊਟ ਕਰਦੇ ਨੌਜਵਾਨਾਂ ਨੂੰ ਹਾਰਟ ਅਟੈਕ ਕਿਉਂ ਹੋਈ ਜਾਂਦੇ ਆ? ਬਾਹਰ ਤਾਂ ਹੁੰਦੇ ਨਹੀਂ। ਪਹਿਲੀ ਗੱਲ ਤਾਂ ਤੁਸੀਂ ਡਰੱਗ ਦੀ ਕੀਤੀ ਆ ਬਾਈ। ਡਰੱਗ ਤਾਂ ਸਾਰਾ ਪੰਜਾਬ ਖਤਮ ਕਰਤਾ ਬਾਈ ਡਰੱਗ ਨੇ। ਆਪਣੇ ਬਾਈ ਲੋਕ ਤਕੜੇ ਬਹੁਤ ਸੀਗੇ, ਆਪਣੇ ਪੰਜਾਬ ਦੇ ਮੁੰਡੇ ਤਕੜੇ ਬਹੁਤ ਸੀ ਬਾਈ, ਜਿਹੜੇ ਮਾਰਤੇ ਡਰੱਗ ਨੇ। ਦੇ ਘਰ ਖਰਾਬ ਬਾਈ, ਵੀ ਬਹੁਤ ਦੇਖੀਦਾ ਬਾਈ ਯਾਰ। ਦੇਖ ਕੇ ਥੋੜਾ ਜਿਹਾ ਫੀਲ ਤਾਂ ਹੁੰਦਾ ਬਾਈ ਯਾਰ, ਜਦੋਂ ਕਿਸੇ ਮਾਂ ਦਾ ਪੁੱਤ ਜਾਂਦਾ ਵੀ ਡਰੱਗ ਨਾ ਜਾਂਦਾ। ਇਹ 'ਚ ਬਾਈ ਹੁਣ ਤੁਹਾਨੂੰ ਪਤਾ ਸਰਕਾਰਾਂ ਦਾ ਵੀ ਆ ਤੇ ਕੁਝ ਆਪਣਾ ਵੀ ਤਾਂ ਬਾਈ ਹੱਥ ਬਣਦਾ ਨਾ, ਵੀ ਆਪਾਂ ਨਾ ਕਰੀਏ ਇਹੋ ਜਿਹਾ ਕੁਝ। ਪਰ ਡਰੱਗ, ਚਲੋ ਮੈਂ ਤਾਂ ਕੰਬੀਨੇਸ਼ਨ ਇਸ ਕਰਕੇ ਬਣਾਇਆ ਸੀਗਾ ਕਿ ਹੋ ਸਕਦਾ ਡਰੱਗ ਦੇ ਕਾਰਨ ਕੁਝ ਇਸ ਤਰ੍ਹਾਂ ਦਾ ਹੋਵੇ, ਪਰ ਪਤਾ ਲੱਗਾ ਕਿ ਉਹ ਕੋਈ ਐਡੀ ਡਰੱਗ ਤਾਂ ਵੈਸੇ ਲੈਂਦਾ ਨਹੀਂ ਸੀਗਾ, ਪਰ ਹਾਰਟ ਅਟੈਕ ਆ ਗਿਆ, ਜਿਹਦੀ ਮੌਤ ਹੋਈ। ਕਿਉਂ ਹੋ ਜਾਂਦਾ ਜੀ? ਉਹੀ ਪੁਆਇੰਟ ਤੇ ਹੋਣਾ। ਪਹਿਲਾਂ ਮੈਂ ਡਰੱਗ ਦੀ ਗੱਲ ਕੀਤੀ ਨਾ, ਵੀ ਅੱਜ ਕੱਲ ਬਾਈ ਡਰੱਗ ਨੇ ਖਤਮ ਕਰਤਾ। ਫਿਰ ਬਾਈ ਜਿਹੜਾ ਤੁਸੀਂ ਕਹਿੰਦੇ ਆ ਵੀ ਜਿਮ ਵਾਲਿਆਂ ਨੂੰ ਹਾਰਟ ਅਟੈਕ ਹੁੰਦਾ ਬਾਈ, ਉਹਦਾ ਕਾਰਨ ਹੈਗਾ ਪ੍ਰੀ ਵਰਕਆਊਟ। ਜਿਹੜੇ ਲੋਕ ਸਾਡੇ ਵੀ ਨੇੜੇ ਹੋ ਕੇ ਹਟਿਆ ਥੋੜੇ ਦਿਨਾਂ ਦੀ ਗੱਲ ਆ ਬਾਈ, ਵੀ ਪ੍ਰੀ ਵਰਕਆਊਟ ਲੈਣ ਨਾਲ ਮੁੰਡੇ ਦੀ ਡੈਥ ਹੋ ਗਈ ਬਾਈ। ਜੀ ਕਿ ਬਾਈ ਅੱਜ ਕੱਲ ਲੋਕਾਂ ਨੂੰ ਪਤਾ ਹੀ ਨਹੀਂ ਯਾਰ ਪ੍ਰੀ ਵਰਕਆਊਟ ਕਿਵੇਂ ਲੈਣਾ। ਪਹਿਲੀ ਗੱਲ ਤਾਂ ਲੈਣਾ ਹੀ ਕਿਉਂ ਆ ਬਾਈ ਪ੍ਰੀ ਵਰਕਆਊਟ। ਇਹਦੇ 'ਚ ਮੈਂ ਥੋੜਾ ਜਿਹਾ ਦੱਸੂਗਾ। ਪਹਿਲਾਂ ਮੈਂ ਇਹ ਦੱਸਦਾ ਵੀ ਅਟੈਕ ਕਿਉਂ ਹੋ ਰਹੇ ਆ। ਵੀ ਬਾਈ ਪ੍ਰੀ ਵਰਕਆਊਟ ਲੈਣ ਨਾਲ ਕਈ ਤਾਂ ਬਾਈ, ਉਹ ਮੰਨ ਲਓ ਹੁਣ ਜਦੋਂ ਆਪਾਂ ਪ੍ਰੀ ਵਰਕਆਊਟ ਦੇ ਡੱਬੇ ਤੇ ਲਿਖਿਆ ਹੁੰਦਾ ਵੀ ਇੱਥੇ ਅੱਧਾ ਸਕੂਪ ਤੋਂ ਵੱਧ ਨਹੀਂ ਲੈਣਾ। ਚਲੋ ਜਿਹੜੇ ਉਹਦੇ ਬਾਈ ਤੁਸੀਂ 9 ਸਕੂਪ ਪੀ ਜਾਂਦੇ ਪ੍ਰੀ ਵਰਕਆਊਟ ਦੇ, ਤੇ ਉਹ ਬਾਈ ਮੌਤ ਹੀ ਹੋਊਗੀ ਉਹਦੇ ਨਾਲ। ਤੁਸੀਂ ਆਪ ਦੱਸੋ ਕੀ ਹੋਊਗਾ ਜੀ। ਉਹ ਤਾਂ ਬਾਈ ਮੈਂ ਇੱਕ ਦਿਨ ਮੈਂ ਲੈ ਕੇ ਦੇਖਿਆ ਸੀ, ਮੈਂ ਕਿਹਾ ਵੀ ਲੈ ਕੇ ਦੇਖਾਂ ਇਹਦੇ ਨਾਲ ਹੁੰਦਾ ਕੀ ਹੈ। ਉਹਦਾ ਬਾਈ ਮੈਂ ਪੀ ਕੇ ਮੇਰੀ ਸਾਰੀ ਬੋਡੀ ਲਾਲ ਹੋ ਗਈ ਸੀ ਬਾਈ, ਖੁਰਕ ਲੜਨ ਲੱਗ ਗਈ ਸੀ ਬਾਈ, ਸਾਰਾ ਮੂੰਹ ਸਿਰ ਲਾਲ ਹੋ ਜਾਂਦਾ। ਤੇ ਉਹ ਤੁਸੀਂ ਦੇਖ ਲਓ ਬਾਈ, ਜਿਹੜਾ ਡੇਲੀ ਪੀਂਦਾ ਉਹਦਾ ਕੀ ਹਾਲ ਹੁੰਦਾ ਹੋਊਗਾ ਜੀ। ਇਹੀ ਬਾਈ ਕਾਰਨ ਆ ਜਿਹੜਾ ਆਪਣੇ ਮੁੰਡਿਆਂ ਨੂੰ ਹਾਰਟ ਅਟੈਕ ਹੋ ਰਿਹਾ ਬਾਈ। ਤੁਸੀਂ ਆਪ ਦੇਖੋ, ਇੱਕ ਤਾਂ ਬਾਈ ਹੋ ਗਿਆ ਇਹ ਕਾਰਨ ਵੀ ਜਿਹੜੇ ਬੰਦੇ ਜਿਮ 'ਚ ਆ ਰਹੇ ਆ ਉਹਨਾਂ ਨੂੰ ਹਾਰਟ ਅਟੈਕ ਹੋ ਰਿਹਾ, ਉਹ ਬਾਈ ਇਹੀ ਕਾਰਨ ਆ ਮੇਨ ਗੱਲ। ਤੇ ਜਿਹੜੇ ਬਾਈ ਨਹੀਂ ਆਉਂਦੇ, ਜਿਨ੍ਹਾਂ ਨਾਲ ਜਿਮ ਨਾਲ ਕੋਈ ਲੈਣਾ ਦੇਣਾ ਵੀ ਨਹੀਂ। ਮੈਂ ਇੱਕ ਵੀਡੀਓ ਦੇਖੀ ਸੀ, ਉਹ ਕੁੜੀ
ਯੰਗ ਏਜ ਦੀ ਕੁੜੀ ਸੀ, ਉਹ ਸਟੇਜ ਤੇ ਡਾਂਸ ਕਰਦੀ ਪਈ ਸੀ, ਉਹਨੂੰ ਹਾਰਟ ਅਟੈਕ ਹੋ ਗਿਆ ਬਾਈ। ਉਹਦਾ ਮੈਂ ਇਹੀ ਸੋਚਿਆ ਸੀ ਬਾਈ ਵੀ ਜਿਹੜੇ ਬੰਦੇ ਜਿਮ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਬੰਦੇ ਨੂੰ ਹਾਰਟ ਅਟੈਕ ਤਾਂ ਹੁੰਦਾ ਬਾਈ, ਉਹ ਆਪਣੇ ਮੰਨ ਲਓ ਨੱਚਦੀ ਪਈ ਸੀ ਬਾਈ, ਅੱਜ ਤੋਂ 6 ਮਹੀਨੇ ਪਹਿਲਾਂ ਉਹ ਕਿਹੜਾ ਕੁਝ ਕਰਦੀ ਹੋਣੀ, ਵਿਹਲੀ ਹੋਊਗੀ। ਉਹਨੇ ਅੱਜ ਬੋਡੀ ਦਾ ਜ਼ੋਰ ਲਾਇਆ, ਬੋਡੀ ਨੂੰ ਇੱਕੋ ਦਮ ਅੱਜ ਜ਼ੋਰ ਲੱਗਿਆ ਤੇ ਉਹ ਅਟੈਕ ਹੋ ਗਿਆ ਬਾਈ ਉਹਨੂੰ ਜੀ। ਇਹ ਕਰਕੇ ਮੈਂ ਕਹਿੰਦਾ ਵੀ ਯਾਰ ਆਪਦੀ ਬੋਡੀ ਨੂੰ 1 ਘੰਟਾ 24 ਘੰਟਿਆਂ ਚੋਂ ਬਾਈ 1 ਘੰਟਾ ਤਾਂ ਆਪਦੇ ਸਰੀਰ ਨੂੰ ਦੇਣਾ ਚਾਹੀਦਾ ਯਾਰ। ਕੋਈ ਵੀ ਐਕਟੀਵਿਟੀ ਕਰ ਲਓ, ਜ਼ਰੂਰੀ ਥੋੜੀ ਬਾਈ ਆਪਾਂ ਡੰਬਲ ਹੀ ਚੱਕਣੇ ਜਾਂ ਭਾਰ ਚੱਕਣਾ। ਜੀ ਵਾਕ ਕਰ ਲਓ, ਕਸਰਤ ਕਰ ਲਓ, ਯੋਗਾ ਕਰ ਲਓ, ਮੈਡੀਟੇਸ਼ਨ ਕਰ ਲਓ ਬਾਈ। ਆਪਣੀ ਬੋਡੀ ਨੂੰ ਤਕੜੇ ਰੱਖੋਗੇ ਤਾਂ ਤੁਸੀਂ ਤਕੜੇ ਆ ਬਾਈ। ਵੀ ਤੁਹਾਨੂੰ ਪਤਾ ਬਾਈ ਵੀ ਨਹੀਂ ਮਰ ਗਿਆ ਬੰਦਾ ਤੇ ਕੀ ਕਰ ਲੂ ਬਾਈ, ਤੁਹਾਨੂੰ ਪਤਾ ਬਾਅਦ ਚ ਯਾਦਾਂ ਹੀ ਰਹਿ ਜਾਂਦੀਆਂ, ਉਹ ਚੰਗਾ ਸੀ, ਉਹ ਫਲਾਨਾ ਸੀ। ਇਹ ਤੋਂ ਪਹਿਲਾਂ ਹੀ ਸੰਭਾਲ ਕੇ ਰੱਖ ਲਓ ਬਾਈ ਬੋਡੀ, ਤੁਹਾਨੂੰ ਰੱਬ ਨੇ ਹੀਰਾ ਦਿੱਤਾ, ਇਹਨੂੰ ਤਰਾਸ਼ ਲਓ। ਜੀ ਬਿਲਕੁਲ। ਬੋਡੀ ਇਹ ਅੱਜ ਕੱਲ ਫਾਸਟ ਫੂਡ ਆ ਬਾਈ, ਮੇਨ ਗੱਲ ਜਿਹੜੀ ਗੱਲ ਇਹ ਆ ਨਾ, ਲੋਕਾਂ ਦੇ ਢਿੱਡ ਵਧੇ ਆ ਨਾ ਜਿਹੜੇ ਏਡੇ ਏਡੇ, ਵੀ ਇਹ ਮੇਨ ਗੱਲ ਬਾਈ ਫਾਸਟ ਫੂਡ ਆ। ਜੀ ਤੁਸੀਂ ਫੂਡ ਦੀ ਗੱਲ ਕੀਤੀ ਹੈ, ਫਾਸਟ ਫੂਡ ਦੀ ਗੱਲ ਕੀਤੀ ਆ। ਜੇ ਆਪਾਂ ਇੱਕ ਆਪਣੇ ਪੁਰਾਣੇ ਬਜ਼ੁਰਗਾਂ ਦੀ ਖੁਰਾਕ ਦੇਖੀ, ਆਪਾਂ ਉਹਨਾਂ ਦੀ ਥਾਲੀ ਦੀ ਗੱਲ ਕਰੀਏ, ਥਾਲੀ ਹੁੰਦੀ ਸੀ ਨਾ ਪਿੰਡਾਂ ਵਿੱਚ ਕੌਲੀਆਂ ਰੱਖ ਲੈਣੀਆਂ, ਇੱਕ ਸਬਜ਼ੀ ਹੋਣੀ ਨਾਲ ਰੋਟੀਆਂ ਹੋਣੀਆਂ। ਹਾਂਜੀ। ਉਹ ਜੀ ਥਾਲੀ ਅੱਜ ਆਪਾਂ ਥੋੜਾ ਜਿਹਾ ਕਾਊਂਟ ਕਰਕੇ ਦੇਖੀਏ, ਉਹਦਾ ਮਤਲਬ ਕੀ ਸੀਗਾ। ਉਦੋਂ ਬਿਮਾਰੀਆਂ ਨਹੀਂ ਲੱਗਦੀਆਂ ਸੀ, ਉਦੋਂ ਡਾਇਬਟੀਜ਼ ਨਹੀਂ ਹੁੰਦੀ, ਸਟ੍ਰੈਸ ਨਹੀਂ ਹੁੰਦੀ ਸੀਗੀ, ਲੋਕ ਟਾਈਮ ਨਾਲ ਖਾਂਦੇ ਸੀ, ਗੱਲਾਂ ਬਾਤਾਂ ਕਰਦੇ ਸੀ, ਸੋਸ਼ਲ ਮੀਡੀਆ ਨਹੀਂ ਸੀ, ਸੌ ਜਾਂਦੇ ਸੀਗੇ, ਸਵੇਰ ਨੂੰ ਐਨ ਤਕੜੇ ਹੋਏ ਘੋੜਿਆਂ ਵਾਂਗੂ ਉੱਠਦੇ ਸੀ ਤੇ ਵਾਹੀ ਵੂਹੀ ਕਰ ਲੈਂਦੇ ਸੀਗੇ, ਵਧੀਆ ਕੰਮ ਕਰ ਲੈਂਦੇ ਸੀਗੇ। ਜੇ ਮੈਂ ਉਹਦੀ ਥਾਲੀ ਦੀ ਗੱਲ ਕਰਾਂ ਤਾਂ ਥਾਲੀ ਦੇ ਵਿੱਚ 50% ਤਾਂ ਗ੍ਰੀਨਸ ਹੀ ਹੁੰਦੇ ਸੀਗੇ। ਹਾਂਜੀ ਬਾਈ ਠੀਕ ਹੈ ਜੀ। 35% ਇਹੋ ਜਿਹਾ ਸਮਾਨ ਉਦੋਂ ਬਣਦਾ ਹੁੰਦਾ ਸੀ ਘਰਾਂ ਦੇ ਵਿੱਚ ਵੀ ਪ੍ਰੋਟੀਨ 35% ਮਿਲ ਜਾਂਦੀ ਸੀਗੀ, ਮਿਲ ਜਾਂਦੀ ਸੀ ਬਾਈ। ਤੇ 15% ਸਾਡੀਆਂ ਜਿਹੜੀਆਂ ਕਹਿ ਲਓ ਕਿ ਕਿਉਂਕਿ ਚੁੱਲ੍ਹਾ ਚੌਂਕਾ ਸਾਡੀਆਂ ਬਜ਼ੁਰਗ ਮਾਤਾਵਾਂ ਨੇ ਸੰਭਾਲਣਾ ਸੀਗਾ, ਉਹਨਾਂ ਨੇ ਇਹਦਾ ਮਤਲਬ ਇਹ ਚੀਜ਼ ਵਰਕਆਊਟ ਕੀਤੀ ਹੋ ਸੀਗੀ। ਉਹ ਅਚਾਰ ਤੇ ਸਲਾਦ, ਚਲੋ ਉਦੋਂ ਏਦਾਂ ਟੁਕੜੇ ਕੱਟ ਕੇ ਨਹੀਂ ਰੱਖਦੇ ਹੁੰਦੇ ਸੀ, ਵੀ ਟਾਈਮ ਦੇਗਾ, ਗੰਢਾ ਰੱਖ ਲਿਆ, ਮੂਲੀ ਰੱਖ ਲਈ, ਖੇਤ ਚੋਂ ਪੱਟੀ ਗਾਜਰ ਰੱਖ ਲਈ, ਨਾਲ ਅਚਾਰ ਹੁੰਦਾ ਸੀ। ਹਾਂਜੀ। ਉਹ ਤੁਹਾਡਾ 15% ਉਹ ਪੂਰਾ ਕਰ ਜਾਂਦੇ, ਇਹਦਾ ਮਤਲਬ 100% ਤੁਹਾਡਾ ਪੂਰਾ ਹੋ ਗਿਆ। ਲਓ ਜੀ, ਸਾਰਾ ਕੁਝ ਨੱਠ ਕੇ ਹੁੰਦਾ ਸੀਗਾ। ਜਮਾ ਸਹੀ ਕਿਹਾ ਬਾਈ। ਅੱਜ ਜਦੋਂ ਆਪਾਂ ਅਚਾਰ ਦੀ ਗੱਲ ਕਰਦੇ ਆ ਤੇ ਉਦੋਂ ਬੜੇ ਵਹਿਮ ਵੀ ਆ ਜਾਂਦੇ ਆ, ਉਹ ਅਚਾਰ ਨਹੀਂ ਖਾਣਾ, ਜੋ ਤੇਲ ਆ ਗਿਆ, ਜਿਹੜੇ ਮਸਾਲੇ ਆ ਗਏ, ਮਤਲਬ ਕਿ ਇਹ ਮਸਾਲੇ ਵੀ ਮਤਲਬ ਕਿ ਸਾਡੇ ਲਈ ਹੁਣ ਪਿੱਟਣੇ ਹੋ ਗਏ। ਇਹੀ ਤਾਂ ਬਾਈ ਸਾਰਾ ਮੇਨ ਗੱਲ ਹੀ ਇਹ ਆ ਬਾਈ, ਜੇ ਕਿਤੇ ਆਪਣੇ ਲੋਕ ਪੁਰਾਣੇ ਬਜ਼ੁਰਗਾਂ ਵਾਂਗੂ ਖਾਣ ਲੱਗ ਜਾਣ ਤੇ ਬਿਮਾਰੀਆਂ ਆਉਣ ਹੀ ਨਾ ਬਾਈ। ਜੀ ਲੋਕ ਤਕੜੇ ਰਹਿਣ ਬਾਈ। ਪੁਰਾਣੇ ਬਜ਼ੁਰਗ ਕਿਉਂ ਤਕੜੇ ਸੀ ਬਾਈ ਇੰਨੇ, ਨਾਲੇ ਬਾਈ ਸਾਰਾ ਕੁਝ ਹੱਥੀ ਕਰਦੇ ਸੀ। ਅੱਜ ਕੱਲ ਤਾਂ ਤੁਸੀਂ ਬਾਈ ਲੋਕ ਦੇਖ ਲਓ, ਕਿਸੇ ਨੂੰ ਕੰਮ ਨੂੰ ਕਹਿ ਦੋ ਮੌਤ ਪੈ ਜਾਂਦੀ ਹੈ ਬਾਈ, ਤੇ ਉਹ ਪੁਰਾਣੇ ਬਜ਼ੁਰਗਾਂ ਦੀ ਬਰਾਬਰੀ ਕਿੱਥੋਂ ਕਰ ਲੂ ਬਾਈ। ਜੇ ਉਹਨਾਂ ਦੀਆਂ ਬਾਈ ਖੁਰਾਕਾਂ ਤੱਕ ਤਾਂ ਹੀ ਸੀ ਬਾਈ। ਪਹਿਲੀ ਗੱਲ ਸਾਰਾ ਕੁਝ ਸੀਗਾ ਨੈਚੁਰਲ ਬਾਈ। ਅੱਜ ਕੱਲ ਤਾਂ ਤੁਹਾਨੂੰ ਪਤਾ ਸਾਰਾ ਮਿਲਾਵਟੀ ਆਇਆ ਪਿਆ ਬਾਈ, ਸਾਰਾ ਕੁਝ ਹੀ ਮਿਲਾਵਟੀ। ਆਪਣੇ ਸਾਡੇ ਪੰਜਾਬ ਤਾਂ ਜ਼ਿਆਦਾ ਹੀ ਆ ਬਾਈ, ਵੀ ਬੰਦਾ ਕੀ ਖਾ ਲੂਗਾ ਤੇ ਕੀ ਨਾ ਖਾਊਗਾ ਬਾਈ। ਖਾਣ ਪੀਣ ਦੀ ਹੁਣ ਤੁਸੀਂ ਗੱਲ ਕਰਦੇ ਹੋ ਕਿ ਪਹਿਲਾਂ ਥਾਲੀ, ਜਿੱਦਾਂ ਮੈਂ ਗੱਲ ਕੀਤੀ ਆ, ਤੁਸੀਂ ਉਹਨੂੰ ਟਿਕ ਦਿੱਤਾ ਕਿ ਹਾਂ ਉਹਦੇ ਵਿੱਚ ਗੱਲਬਾਤ ਸੀਗੀ। ਅਸੀਂ ਸਵੇਰੇ ਉੱਠਦੇ ਹੀ, ਮੈਂ ਫੌਰਨ ਦੀ ਨਹੀਂ ਗੱਲ ਕਰਦਾ, ਇੱਥੇ ਇਦਾਂ ਦਾ ਰੁਝਾਨ ਹੈ ਨਹੀਂਗਾ, ਮੈਂ ਨਹੀਂ ਕਹਿੰਦਾ ਇਦਾਂ ਕਰਦੇ ਨਹੀਂ, ਘੱਟ ਆ ਰੁਝਾਨ, ਇਹਨਾਂ ਦੇ ਕੋਲ ਹੋਰ ਚੀਜ਼ਾਂ ਹੈਗੀਆਂ, ਉਹ ਸਮਝ ਚੁੱਕੇ ਇਸ ਚੀਜ਼ ਨੂੰ ਬਹੁਤ ਪਹਿਲਾਂ ਕਿ ਅਸੀਂ ਸਿਹਤ ਸਾਡੀ ਜਾਣੀ ਕਿ ਵੱਡਾ ਸਰਮਾਇਆ, ਵੀ ਇਹਦੇ ਵਿੱਚ ਅਸੀਂ ਗੁੱਡ ਇਨਵੈਸਟਮੈਂਟ ਕਰਨੀ ਆ, ਸਿਹਤ ਨੂੰ ਚੰਗਾ ਰੱਖਣਾ, ਇਹ 'ਚ ਮਾੜੀਆਂ ਚੀਜ਼ਾਂ ਨਹੀਂ ਪਾਉਣੀਆਂ। ਪੰਜਾਬ ਦੇ ਵਿੱਚ ਉੱਠਦੇ ਸਾਰ ਪਹਿਲਾਂ ਭਗਵਾਨ ਨੂੰ ਤਾਂ ਚਲੋ ਹੁਣ ਮੱਥੇ ਪਤਾ ਨਹੀਂ ਕਿੰਨੇ ਕੁ ਜਾਣੇ ਟੇਕਦੇ ਹੋਣੇ, ਪਹਿਲਾਂ ਚਾਹ ਦੇ ਕੱਪ ਨੂੰ ਮੱਥਾ ਟੇਕ ਲੈਂਦੇ, ਕਈ ਤਾਂ ਸਟੀਲ ਦੇ ਗਲਾਸ ਚਾਹ ਭਰ ਕੇ ਪੀਂਦੇ ਨੇ ਨਿਰਣੇ ਕਾਲ ਜੀ। ਠੀਕ ਹੈ ਜੀ। ਪਹਿਲਾਂ ਤਾਂ ਮੈਨੂੰ ਇਹ ਦੱਸਦੇ ਵੀ ਇਹ ਕਿੰਨੀ ਕੁ ਚੰਗੀ ਆਦਤ ਹੈ, ਅਸੀਂ ਛੱਡਦੇ ਕਿਉਂ ਨਹੀਂ ਹੈਗੇ। ਫਿਰ ਇੱਕ ਨਾਲੇ ਸਵਾਲ ਹੋਰ ਲੈ ਲਿਓ, ਆਨਸਰ ਤੁਸੀਂ ਬਾਅਦ ਚ ਨਾਲ ਦੇ ਦਿਓ। ਛੋਟੇ ਬੱਚਿਆਂ ਨੂੰ ਵੀ ਅਸੀਂ ਜਦੋਂ ਪਰੌਂਠਾ ਲਾ ਲਿਓ ਜੀ, ਚਲੋ ਮੈਂ ਪਰੌਂਠੇ ਦੇ ਵਿਰੁੱਧ ਨਹੀਂ ਜਾਂਦਾ, ਲਾ ਲਓ ਭਾਈ, ਜੇ ਲੈਂਦਾ ਲਾ ਲਓ, ਜਿਹਦੀ ਲੈਂਦੀ ਹੈ ਲਾਈ ਜਾਓ, ਨਾਲ ਤੁਸੀਂ ਚਾਹ ਦੀ ਉੱਥੇ ਕਟੋਰੀ ਰੱਖ ਦਿੰਦੇ ਹੋ, ਬਾਟੀ ਰੱਖ ਦਿੰਦੇ ਹੋ, ਵੀ ਨਿਆਣਾ ਤੂੰ ਨਾਲ ਚਾਹ ਪੀ ਲਾ। ਸਾਇੰਸ ਤਾਂ ਇਹ ਕਹਿੰਦੀ ਆ ਵੀ ਭੋਜਨ ਦੇ ਨਾਲ ਤਾਂ ਚਾਹ ਤੁਸੀਂ ਪੀਣੀ ਨਹੀਂ ਹੈਗੀ, ਪਰ ਸਾਡਾ ਤਾਂ ਸਾਰਾ ਪੰਜਾਬ ਸਵੇਰ ਨੂੰ ਉੱਠ ਕੇ ਮੱਥਾ ਹੀ ਉਹਨੂੰ ਟੇਕੀ ਜਾਂਦਾ ਆ। ਬਾਈ ਇਹ ਵੀ ਬਹੁਤ ਗਲਤ ਗੱਲ ਆ ਬਾਈ। ਜਦੋਂ ਆਪਾਂ ਸਵੇਰ ਉੱਠਣ ਸਾਰੀ ਬਾਈ ਸ਼ੁਰੂਆਤ ਹੀ ਮਾੜੀ ਕਰ ਲਈ ਤੇ ਸਾਰਾ ਦਿਨ ਆਪਾਂ ਦੇਖ ਲਓ ਕੀ ਖਾਣਾ ਕੀ ਨਹੀਂ ਪੀਣਾ। ਚਾਹ ਤਾਂ ਬਾਈ ਯਾਰ ਜ਼ਹਿਰ ਆਈ, ਤੁਹਾਨੂੰ ਪਤਾ ਹੀ ਹੈ। ਬਿਲਕੁਲ। ਵੀ ਪਹਿਲੀ ਗੱਲ ਬਾਈ, ਜਦੋਂ ਲੋਕ ਕਹਿੰਦੇ ਪੁਰਾਣੇ ਬਜ਼ੁਰਗ ਵੀ ਤਾਂ ਚਾਹ ਪੀਂਦੇ ਸੀ ਬਾਈ, ਉਦੋਂ ਸਾਰਾ ਕੁਝ ਨੈਚੁਰਲ ਸੀਗਾ ਨਾ। ਪਹਿਲੀ ਗੱਲ ਤਾਂ ਬਾਈ ਉਹ ਜ਼ੋਰ ਮਾਰ ਕੇ ਖਾਂਦੇ ਪੀਂਦੇ ਸੀ। ਉਦੋਂ ਚਾਹ ਬਾਈ, ਉਦੋਂ ਦੁੱਧ ਵੀ ਤਾਂ ਘਰ ਦਾ ਸੀ। ਉਹ ਅੱਜ ਕੱਲ ਤਾਂ ਦੁੱਧ ਤਾਂ ਬਾਈ ਪਾਣੀ ਹੋਇਆ ਪਿਆ।
ਪਰ ਮੇਰੇ ਖਿਆਲ ਬਜ਼ੁਰਗ ਅੱਜ ਵੀ ਇਹ ਕਹਿੰਦੇ ਹੁੰਦੇ ਆ ਵੀ ਨਿਰਣੇ ਕਾਲਜੇ ਚਾਹ ਅੰਦਰ ਨਹੀਂ ਪਾਉਣੀ, ਇਹਨੇ ਫੂਕ ਦੇਣਾ ਤੁਹਾਡਾ ਕਾਲਜਾ। ਸਹੀ ਗੱਲ ਆ ਬਾਈ ਇਹ। ਤੇ ਸਾਇੰਸ ਇਹ ਕਹਿੰਦੀ ਆ ਵੀ ਭੋਜਨ ਦੇ ਨਾਲ ਚਾਹ ਦਾ ਇਸਤੇਮਾਲ ਨਹੀਂ ਕਰਨਾ, ਕਿ ਕੁਝ ਕੈਫੀਨ ਹੁੰਦੀ ਆ। ਜੇ ਚਾਹ ਪੀਣੀ ਆ, ਤੁਹਾਡੀ ਮਜਬੂਰੀ ਹੋਈ ਆ ਵੀ ਤੁਹਾਡਾ ਸਵਾਦ ਬਣਿਆ ਹੋਊਗਾ, ਤਾਂ ਅੱਧਾ ਪੌਣਾ ਘੰਟਾ ਅਟਕ ਕੇ ਪੀਣੀ ਆ। ਅਟਕ ਕੇ ਪੀ ਲਓ, ਸਹੀ ਗੱਲ ਆ ਬਾਈ। ਤੇ ਜਿਹੜਾ ਫਿਰ ਬੰਦਾ ਜਿਮ ਜਾਂਦਾ ਆ, ਉਹਨੂੰ ਲੋੜ ਹੈਗੀ ਹੈ ਇਹਨਾਂ ਚਾਹਾਂ ਦੀ ਸਵੇਰੇ ਸਵੇਰੇ? ਨਹੀਂ, ਮੈਂ ਨਹੀਂ ਕਹੂੰਗਾ ਬਾਈ ਚਾਹਾਂ ਦੀ ਲੋੜ ਹੈਗੀ ਆ। ਇਹੀ ਬਾਈ ਇੱਕ ਥੋੜੀ ਗੱਲ ਰਹਿ ਗਈ ਸੀ ਪ੍ਰੀ ਵਰਕਆਊਟ ਬਾਰੇ ਵੀ, ਇਹ ਗੱਲ ਮੈਂ ਤੁਹਾਡੇ ਨਾਲ ਬਾਅਦ ਚ ਕਰਦਾ ਬਾਈ ਚਾਹ ਦੀ। ਜੇ ਬਾਈ ਮੰਨ ਲਓ ਤੁਹਾਨੂੰ ਪ੍ਰੀ ਵਰਕਆਊਟ ਦੀ ਲੋੜ ਪੈਂਦੀ ਆ, ਵੀ ਤੁਹਾਡੀ ਬੋਡੀ ਚਲੋ ਅੱਜ ਸਾਥ ਨਹੀਂ ਦਿੰਦੀ, ਕਿਤੇ ਬਾਈ ਹੋ ਜਾਂਦਾ, ਆਪਣੀ ਬੋਡੀ ਡਾਊਨ ਹੁੰਦੀ ਆ, ਤੇ ਬਾਈ ਪ੍ਰੀ ਵਰਕਆਊਟ ਘਰੇ ਬਣਾ ਸਕਦੇ ਆ। ਦੇਸੀ ਪ੍ਰੀ ਵਰਕਆਊਟ ਬਣ ਜਾਂਦਾ ਬਾਈ। ਉਹਦੇ ਬਾਈ ਤੁਸੀਂ 2 ਚੁਕੰਦਰ ਲੈ ਲਓ, 2 ਔਲੇ ਲੈ ਲਓ, ਇੱਕ ਅਦਰਕ ਦਾ ਪੀਸ ਕੱਟ ਕੇ ਪਾ ਲਓ ਬਾਈ। ਉਹ ਤੁਸੀਂ ਟਰਾਈ ਤਾਂ ਕਰਕੇ ਦੇਖੋ ਬਾਈ, ਮੈਂ ਤੁਹਾਨੂੰ ਵੀ ਕਹੂੰਗਾ ਬਾਈ ਤੁਸੀਂ ਵੀ ਟਰਾਈ ਕਰਕੇ ਦੇਖਿਓ। ਜਿਮ ਤੋਂ 20 ਮਿੰਟ ਪਹਿਲਾਂ 2 ਚੁਕੰਦਰ ਲੈ ਲਓ, 2 ਔਲੇ ਲੈ ਲਓ, ਇੱਕ ਅਦਰਕ ਦਾ ਪੀਸ ਦਾ ਬਾਈ ਤੁਸੀਂ ਰਸ ਕੱਢ ਲਓ, ਤੇ ਉਹ ਥੋੜਾ ਜਿਹਾ ਇੰਨਾ ਕੀ ਬਣ ਜਾਊਗਾ ਜਿੰਨਾ ਕੁ ਆਪਾਂ ਪ੍ਰੀ ਵਰਕਆਊਟ ਲੈਂਦੇ ਆ ਬਾਈ। ਤੇ ਉਹ ਬਾਈ ਉਦੋਂ ਦੁੱਗਣਾ ਤੁਹਾਨੂੰ ਰਿਜ਼ਲਟ ਦਊਗਾ, ਨਾਲੇ ਤੁਸੀਂ 2 ਘੰਟੇ ਥੱਕੋਗੇ ਨਹੀਂ ਜਿਮ 'ਚ ਵੀ। ਉਹ ਹੁਣ ਤੁਸੀਂ ਦੇਖ ਲਓ ਵੀ ਕਿਹੜਾ ਲੈਣਾ, ਉਹ ਤੁਹਾਡੀ ਸੋਚ ਆ ਬਾਈ। ਤੁਸੀਂ ਡੱਬੇ ਵਾਲਾ ਲੈਣਾ ਜਾਂ ਘਰੇ ਬਣਾਉਣ ਵਾਲਾ ਲੈਣਾ, ਇਹਦੇ ਨਾਲ ਤੁਸੀਂ ਸਾਰੀ ਉਮਰ ਸੇਫ। ਡੱਬੇ ਤੇ ਸਟicker ਬਹੁਤ ਚਮਕੀਲਾ ਜਿਹਾ ਹੁੰਦਾ, ਮੈਨੂੰ ਲੱਗਦਾ ਉਹ ਜ਼ਿਆਦਾ ਖਿੱਚ ਪਾਉਂਦਾ ਵੀ ਇਹ ਹੀ ਲੈ ਲੈਂਦੇ ਆ, ਫਟਾਫਟ ਘੁਲ ਜੂਗਾ। ਮੈਨੂੰ ਜਾਂਦੇ ਜਾਂਦੇ ਇਹ ਦੱਸ ਦਿਓ ਵੀ ਸਵੇਰ ਨੂੰ, ਚਲੋ ਸਾਡੇ ਵਰਗਾ ਬੰਦਾ ਕਹਿੰਦਾ ਵੀ ਕਿਰਪਾਲ ਨੇ ਕਿਹਾ ਸੀ ਚਾਹ ਨਾ ਪੀਆ ਕਰੋ ਪਤੰਦਰੋ, ਇਹਨੇ ਕਾਲਜੀ ਫੂਕ ਦੇਣਾ, ਚਲੋ ਛੱਡ ਦਿੰਦੇ ਆ ਚਾਹ। ਕੀ ਖਾਈਏ ਸਵੇਰ ਨੂੰ ਜੀ ਫਿਰ, ਤਾਂ ਕਿ ਐ ਮੇਰਾ ਘੋੜੇ ਵਰਗੇ ਰਹੀਏ? ਭਾਈ ਸਵੇਰ ਨੂੰ ਸਭ ਤੋਂ ਬੈਸਟ ਆ ਤੁਸੀਂ ਬਦਾਮ, ਰਾਤ ਨੂੰ ਬਦਾਮ ਛੋਲੇ ਭਿਉਂ ਲਓ, ਸਭ ਤੋਂ ਬੈਸਟ ਆ ਜੀ। ਨਹੀਂ ਤਾਂ ਬਾਈ ਦੁੱਧ ਪੀ ਲਓ, ਘਰ ਦਾ ਦੁੱਧ ਹੋਵੇ, ਦੁੱਧ ਪੀਓ ਤੁਸੀਂ ਘਰ ਦਾ, ਸਭ ਤੋਂ ਬੈਸਟ ਆ ਜੀ। ਜੇ ਕਿਸੇ ਨੇ ਬਾਈ ਫੈਟ ਘਟਾਉਣੀ ਆ ਬਾਈ, ਤੁਸੀਂ ਇੱਕ ਲੋਕ ਕਹਿੰਦੇ ਅੱਜ ਕੱਲ ਮੈਂ ਇਹ ਬੜਾ ਸੁਣਿਆ, ਕੌਫੀ, ਥੋੜੀ ਜਿਹੀ ਕੌਫੀ ਲੈ ਲਓ, ਕੌਫੀ 'ਚ ਚਮਚਾ ਘਿਓ ਦਾ ਪਾ ਲਓ, ਤੇ ਉਹ ਬੈਸਟ ਆ ਜੀ। ਇਦੋਂ ਬਾਈ ਤੁਸੀਂ ਕੌਫੀ ਦੇ ਨਾਲੋਂ ਕੌਫੀ ਕੱਢ ਦੋ, ਕੱਲਾ ਘਿਓ 'ਚ ਦੁੱਧ, ਕੱਲੇ ਪਾਣੀ 'ਚ ਦੁੱਧ ਘਿਓ ਦਾ ਚਮਚਾ ਪਾ ਲਓ ਤੁਸੀਂ ਬਾਈ, ਸਭ ਤੋਂ ਬੈਸਟ ਆ। ਪਰ ਕਿਰਪਾਲ ਜੀ ਕੰਪਨੀਆਂ ਨੇ ਤਾਂ ਇਹੋ ਜਿਹਾ ਪ੍ਰੋਪੋਗੰਡਾ ਕੀਤਾ, ਸਾਡੇ ਦਿਮਾਗਾਂ 'ਚ ਪਾਤਾ ਵੀ ਤੁਸੀਂ ਮਤਲਬ ਕਿ ਸਰੋਂ ਦੇ ਤੇਲ ਤੋਂ ਭੱਜ ਗਏ, ਅਸੀਂ ਸਾਨੂੰ ਦੇਸੀ ਘਿਓ ਤੋਂ ਭਜਾਤਾ, ਤੁਸੀਂ ਆਹ ਤੇਲ ਪਾ ਲਓ ਤੇ ਐ ਹੋ ਜਾਣਾ, ਉਹ ਹੋ ਜਾਣਾ। ਇਹ ਤਾਂ ਬਾਈ ਮੰਨ ਲਓ ਜਿਹਨੇ ਚੀਜ਼ ਵੇਚਣੀ ਆ ਬਾਈ, ਉਹਨੇ ਤੁਹਾਡੀ, ਮੰਨ ਲਓ ਹੁਣ ਮੈਂ ਬਾਈ ਚੀਜ਼ ਵੇਚਣੀ ਆ, ਮੈਂ ਆਪਦਾ ਕੋਈ ਪ੍ਰੋਡਕਟ ਵੇਚਣਾ, ਪਹਿਲਾਂ ਮੈਂ ਉਹਦੇ ਨੁਕਸਾਨ ਥੋੜੀ ਦੱਸੂ। ਜੇ ਮੈਂ ਨੁਕਸਾਨ ਦਾ ਬਾਈ ਉਹ ਫਿਰ ਵਿਕਣੀ ਨਹੀਂ। ਅੱਜ ਕੱਲ ਬਾਈ ਇਹ ਚੱਲਦਾ ਪਿਆ ਵੀ ਆਹ ਲੈ ਲਓ ਤੁਹਾਨੂੰ ਆਏ ਹੋ ਜੋ। ਅੱਜ ਕੱਲ ਲੋਕ ਵੀ ਬਾਈ ਭੇਡਾਂ ਵਾ ਆਪਣੇ, ਪਤਾ ਕੀ ਆ ਮੇਨ ਗੱਲ ਮੈਂ ਇਹ ਦੇਖਿਆ ਵੀ ਜਿੱਧਰ ਨੂੰ ਤੁਰ ਪੈਂਦੇ ਉਧਰ ਨੂੰ ਹੀ ਤੁਰ ਪੈਂਦੇ ਆ ਬਾਈ। ਵੀ ਇਹ ਨਹੀਂ ਦੇਖਣਾ ਵੀ ਇਹ 'ਚ ਮੇਰਾ ਚੰਗਾ ਹੋਣਾ ਜਾਂ ਮਾੜਾ ਹੋਣਾ, ਉਹ ਬਾਅਦ 'ਚ ਪਤਾ ਲੱਗਦਾ ਬਾਈ। ਤੇ ਜੇ ਮੈਂ ਹੁਣ ਜਾਂਦੇ ਜਾਂਦੇ ਫਿਰ ਵਿੱਚੋਂ ਇਹਦੀ ਸਫਾਈ ਪੁੱਛ ਲਵਾਂ, ਅਕਸਰ ਇਹ ਗੱਲ ਜਿਹਨ 'ਚ ਵੱਜ ਜਾਂਦੀ ਹੈ, ਜਿਹੜੇ ਜਿਮ ਜੁਮ ਲਾਉਂਦੇ ਆ, ਉਹ ਘੇ ਨਹੀਂ ਖਾਣਾ, ਉਹ ਐਵੇਂ ਅੰਦਰ ਧੜਾਈ ਹੋ ਜੂ, ਉਹਨਾਂ ਜੀ ਚਰਬੀ ਬਾਜੂ, ਦੇਸੀ ਤੇਲ ਦਾ ਕੋਈ ਨਹੀਂ, ਉਹ ਜੀ ਮਨਾ ਕਰਦੇ ਆ ਜੀ ਜਿਹੜੇ ਵਰਕਆਊਟ ਕਰਾਉਂਦੇ ਆ। ਦੇਸੀ ਤੇਲ ਤੇ ਘਿਓ ਦਾ ਨੁਕਸਾਨ ਆ ਸਰੀਰ ਨੂੰ? ਨਹੀਂ ਬਾਈ, ਮੈਂ ਕਹਿੰਦਾ ਵੀ ਕੋਈ ਬੰਦਾ ਕਹਿ ਦੂਗਾ ਵੀ ਇਹ ਬੈਠਾ ਛੱਡੀ ਜਾਂਦਾ, ਪਾਲੀ ਬੈਠਾ ਛੱਡੀ ਜਾਂਦਾ। ਮੈਂ ਕਹਿੰਦਾ ਮੇਰੇ ਨਾਲ ਰਹਿ ਕੇ ਦੇਖ ਲਓ ਬਾਈ, ਮੈਨੂੰ ਘਿਓ, ਇੱਕ ਬੰਦਾ ਬਾਹਰਲੀਆਂ ਚੀਜ਼ਾਂ ਖਾ ਲਵੇ ਜਿਹੜੀਆਂ ਕਹਿੰਦੇ ਆਹ ਖਾਓ ਉਹ ਖਾਓ, ਤੇ ਮੈਨੂੰ ਬਾਈ ਤੁਸੀਂ ਘਿਓ ਰੱਖ ਲਓ, ਤੇਲ ਰੱਖ ਲਓ ਸਰੋਂ ਦਾ, ਮਿੱਠਾ ਰੱਖ ਲਓ, ਸਾਰੇ ਦਿਨ ਐਂ ਖਾਣਾ ਉਹ ਖਾਣਾ, ਤੇ ਮੈਨੂੰ ਤਾਂ ਕੋਈ ਫਰਕ ਨਹੀਂ ਬਾਈ। ਮੈਂ ਘਿਓ ਕਈ ਵਾਰੀ ਦੁੱਧ 'ਚ ਪਾ ਕੇ ਵੀ ਪੀਣਾ ਬਾਈ, ਨਿਰਣੇ ਕਾਲਜੇ ਵੀ ਪੀਣਾ, ਤਾਂ ਹੀ ਤਾਂ ਬਾਈ ਇੰਨੇ ਚਿਰ ਦੇ ਹੀ ਤਕੜੇ ਪਏ ਆ, ਸਾਨੂੰ ਤਾਂ ਕੁਛ ਹੁੰਦਾ ਨਹੀਂ। ਇਹ ਥੋੜੀ ਆ ਬਾਈ ਵੀ ਲੋਕੀ ਦੇਖ ਕੇ ਕਹਿ ਦੇਣਗੇ, ਮੈਨੂੰ ਕਈ ਕਹਿ ਵੀ ਦਿੰਦੇ ਆ ਬਾਈ ਪਾਊਡਰ ਖਾਦੇ ਆ, ਡੱਬੇ ਖਾਦੇ ਆ, ਪਰ ਬਾਈ ਪਾਊਡਰ ਡੱਬੇ ਖਾਣ ਵਾਲਾ ਬਾਹਲਾ ਟਾਈਮ ਨਹੀਂ ਕੱਟਦਾ ਹੁੰਦਾ, ਤੁਹਾਨੂੰ ਇਹ ਵੀ ਪਤਾ ਹੀ ਹੈ ਵੀ ਸਾਨੂੰ ਬਾਈ 19 ਸਾਲ ਤਾਂ ਉਦਾਂ ਦੇ ਹੀ ਪਏ ਆ ਬਾਈ। ਵੀ ਜੇ ਅਸੀਂ ਬਾਈ ਘਰ ਦੀ ਖੁਰਾਕ ਖਾਂਦੇ ਤਾਂ ਹੀ ਆ, ਤੇ ਸਾਡੇ ਮਾਂ ਪਿਓ ਨੇ ਇੱਥੋਂ ਤੱਕ ਪਹੁੰਚਾਇਆ ਬਾਈ, ਘਰ ਦੀ ਖੁਰਾਕ ਆ ਕੇ ਪਹੁੰਚਾਇਆ। ਅਸੀਂ ਤਾਂ ਡੱਬੇ ਖਾਦੇ ਨਹੀਂ, ਹਾਂ ਕਿਤੇ ਬਾਈ ਇਹ ਨੀ ਗਾ ਵੀ ਜਮਾਂ ਨਹੀਂ ਖਾਦੇ, ਜਦੋਂ ਨਹੀਂ ਪਤਾ ਸੀ ਬਾਈ ਅਸੀਂ ਵੀ ਅੱਜ ਤੋਂ ਪਹਿਲਾਂ ਟ੍ਰੇਨਰਾਂ ਨੂੰ ਪੁੱਛਦੇ ਹੁੰਦੇ ਸੀ, ਉਹਨਾਂ ਮਗਰ ਲੱਗਦੇ ਹੁੰਦੇ, ਉਹ ਬਾਈ ਸਾਨੂੰ ਨਕਲੀ ਡੱਬੇ ਖਵਾਈ ਜਾਂਦੇ ਸੀ। ਮੈਨੂੰ ਖੁਦ ਨੂੰ ਪਤਾ ਬਾਈ, ਮੈਂ ਸਾਲ ਇੱਕ ਨਕਲੀ ਡੱਬੇ ਖਾਂਦਾ ਰਿਹਾ, ਜਦੋਂ ਪਤਾ ਹੀ ਨਹੀਂ ਸੀ ਬਾਈ। ਅੱਜ ਕੱਲ ਦੇ ਲੋਕ ਵੀ ਉਦਾਂ ਹੀ ਆ, ਜਦੋਂ ਆਪਾਂ ਬਾਈ ਕਿਸੇ ਨੂੰ ਨੌਲੇਜ ਹੀ ਨਹੀਂ ਦੇਣੀ, ਤੇ ਉਹ ਬੰਦੇ ਨੂੰ ਚਾਹੇ ਤੁਸੀਂ ਮਿੱਟੀ ਖਵਾਈ ਜਾਓ ਬਾਈ, ਉਹਨੇ ਮਿੱਟੀ ਖਾਈ ਜਾਣੀ ਜੀ। ਤੇ ਜਾਂਦੇ ਜਾਂਦੇ ਜੀ, ਹਾਂਜੀ ਹਾਂਜੀ ਕਰੋ ਗੱਲ ਪੂਰੀ ਆਪਣੀ। ਮੈਂ ਇਹ ਕਹੂੰਗਾ ਬਾਈ, ਤੁਸੀਂ ਪਹਿਲੀ ਗੱਲ ਤਾਂ ਸਿੱਧਾ ਹੀ ਜਾ ਕੇ ਕਿਸੇ ਨੂੰ ਕੋਚ ਨਾ ਧਾਰ ਲਿਆ ਕਰੋ ਵੀ ਉਹਦੇ ਫਲਾਨਾ। ਪਹਿਲੀ ਗੱਲ ਤਾਂ ਅੱਜ ਕੱਲ ਬਾਈ ਟ੍ਰੈਂਡ ਚੱਲਿਆ ਉਸਤਾਦ ਪੈਰੀ ਹੱਥ ਲਾਉਂਦੇ ਆ ਬਾਈ ਤੁਹਾਡੇ। ਪਹਿਲੀ ਗੱਲ ਬਾਈ ਤੁਸੀਂ ਉਸਤਾਦ ਧਾਰਨਾ,
ਵੀ ਬੰਦੇ ਦਾ ਬੈਕਗ੍ਰਾਉਂਡ ਤਾਂ ਚੈੱਕ ਕਰ ਲਓ ਵੀ ਉਹ ਬੰਦਾ ਜੀ ਕਿੱਥੋਂ ਤੱਕ ਪਹੁੰਚਿਆ, ਵੀ ਕੀ ਉਹਨੇ ਆਪਦੇ ਤੇ ਭਰਾ। ਹੁਣ ਬਾਈ ਕੋਚ ਦਾ ਐਡਾ ਢਿੱਡ ਹੁੰਦਾ, ਐਡੀਆਂ ਐਡੀਆਂ ਬਾਹਾਂ ਹੁੰਦੀਆਂ, ਉਹਨੂੰ ਤੁਸੀਂ ਉਸਤਾਦ ਕਹੀ ਜਾਂਦੇ ਵੀ। ਇਹ ਤਾਂ ਦੇਖ ਲਓ ਜੀ ਬਾਈ ਉਹ ਬੰਦਾ ਇਹ ਲਾਈਨ 'ਚ ਕਿੱਥੋਂ ਤੱਕ ਪਹੁੰਚਿਆ, ਉਹ ਬੰਦੇ ਨੂੰ ਕੋਚ ਧਾਰੋ। ਐਵੇਂ ਥੋੜਾ ਬਾਈ ਕਿਤੇ ਜਣੇ ਖਣੇ ਨੂੰ ਕੋਚ ਧਾਰ ਲੈਂਦੇ ਵੀ। ਇਹ ਤਾਂ ਦੇਖ ਲਓ ਵੀ ਆਪਾਂ ਬਾਈ ਬੰਦਾ ਕਿੱਥੋਂ ਤੱਕ ਪਹੁੰਚਿਆ, ਮਿਹਨਤ ਕੀਤੀ ਆ, ਮੈਨੂੰ ਉੱਥੋਂ ਤੱਕ ਪਹੁੰਚਾਊਗਾ। ਬਿਲਕੁਲ ਇਹ ਚਾਹੁੰਦਾ ਮੈਂ ਬਾਈ ਲੋਕਾਂ ਨੂੰ। ਜੀ। ਕਾਫੀ ਸਮਾਂ ਹੋ ਗਿਆ ਆਪਾਂ ਨੂੰ ਗੱਲਾਂ ਬਾਤਾਂ ਕਰਦੇ, ਤਕਰੀਬਨ ਘੰਟੇ ਦੀ ਗੱਲਬਾਤ ਹੋ ਗਈ। ਅੱਜ ਕੱਲ ਤਾਂ ਵੈਸੇ ਰੁਝਾਨ ਇਹੀ ਹੈ ਜੀ, ਰੀਲਾਂ ਨੇ ਇੰਨੇ ਪੜ ਦਿੱਤੇ ਆ ਜੀ, ਸਕਿੰਟਾਂ ਦੇ ਵਿੱਚ ਅਸੀਂ ਦੇਖਣੀ ਆ। ਅਸੀਂ ਜੀ ਸਮਾਂ ਬਚਾਉਣਾ ਆ। ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਆਹ ਅੱਧੇ ਮਿੰਟ ਦੀਆਂ ਰੀਲਾਂ ਦੇਖ ਕੇ, ਜੇ 200 ਰੀਲ ਤੁਸੀਂ ਦੇਖ ਕੇ ਆਪਣਾ ਘੰਟਾ 2 ਘੰਟੇ ਖਰਾਬ ਕਰ ਲੈ, ਇੱਕ ਚੱਜ ਦੀ ਵੀਡੀਓ ਦੇਖ ਲਓ ਜਿਹੜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਕੁਝ ਸਿਖਾ ਕੇ ਜਾਵੇ। ਮੇਰੀ ਕੋਸ਼ਿਸ਼ ਰਹੀ ਆ ਦਰਸ਼ਕਾਂ ਦੇ ਸਨਮੁਖ ਹੋ ਕੇ ਕਿ ਉਸ ਹਸਤੀ ਨੂੰ ਮੈਂ ਪੇਸ਼ ਕਰਾਂ ਜਿਹਨੇ ਆਪ ਖੁਦ ਇਹਨਾਂ ਚੀਜ਼ਾਂ ਦੇ ਉੱਪਰ ਕੰਮ ਕੀਤਾ ਹੈ ਔਰ ਸੱਚਾਈ ਦੇ ਨਾਲ ਕੀਤਾ, ਇਮਾਨਦਾਰੀ ਦੇ ਨਾਲ ਕੀਤਾ। ਮੈਂ ਕੋਸ਼ਿਸ਼ ਕੀਤੀ ਆ ਕਿ ਬੇਬਾਕ ਸਵਾਲ ਕੀਤੇ ਜਾਣ। ਧੰਨਵਾਦ ਕਰਦੇ ਆ। ਜਾਂਦੇ ਜਾਂਦੇ ਜੇ ਕੋਈ ਸੁਨੇਹਾ ਹੋਰ ਦੇਣਾ ਚਾਹੋ, ਖਾਸ ਕਰਕੇ ਪੰਜਾਬ ਦੇ ਨੌਜਵਾਨੀ ਦੇ ਲਈ। ਜੀ ਨੌਜਵਾਨੀ ਬਾਈ ਇਹੀ ਸੁਨੇਹਾ ਦਊਂਗਾ। ਪਹਿਲੀ ਗੱਲ ਤਾਂ ਵੀ ਆਪਦੇ ਮਾਪਿਓ ਦੀ ਕਦਰ ਕਰੋ ਬਾਈ ਜੀ। ਵੀ ਜਿਨ੍ਹਾਂ ਨੇ ਤੁਹਾਨੂੰ ਕਿਸੇ ਵੀ ਲਾਈਨ 'ਚ ਪਹੁੰਚਾਉਣਾ, ਆਪਦੇ ਮਾਪਿਓ ਦੀ ਕਦਰ ਕਰੋ। ਦੂਜੀ ਗੱਲ ਬਾਈ ਕਿਸੇ ਤੇ ਬੇਧਿਆ ਯਕੀਨ ਨਾ ਕਰੋ ਵੀ। ਅੱਜ ਕੱਲ ਬਹੁਤ ਲੋਕ ਆ ਬਾਈ, ਕੋਈ ਕਿਸੇ ਦਾ ਨਹੀਂ ਅੱਜ ਦੇ ਟਾਈਮ 'ਚ ਬਾਈ। ਤੁਸੀਂ ਆਪਦਾ ਬਾਈ ਇਕੱਲੇ ਆ, ਆਪਦਾ ਆਪ ਧਿਆਨ ਰੱਖੋ, ਆਪਦੇ ਪਰਿਵਾਰ ਨੂੰ ਟਾਈਮ ਦਿਓ। ਲੋਕ ਬਾਈ ਬਹੁਤ ਤਰ੍ਹਾਂ ਦੇ ਅੱਜ ਕੱਲ ਕੋਈ ਕਿਸੇ ਨੂੰ ਸਿੱਧੇ ਰਾਹ ਨਹੀਂ ਪਾਉਂਦਾ ਬਾਈ। ਆਪਦੀ ਤੁਸੀਂ ਮਿਹਨਤ ਤੇ ਯਕੀਨ ਰੱਖੋ। ਘਰ ਦਾ ਖਾਓ ਬਾਈ, ਚੰਗਾ ਖਾਓ ਵੀ। ਡੱਬੇ ਤੇ ਨਾਲ ਬੜਾ ਕਰੋ, ਘਰ ਦੀ ਖਾਓ ਬਾਈ ਤੇ ਮਿਹਨਤ ਲਾਓ ਬਾਈ। ਮਿਹਨਤ ਤੇ ਯਕੀਨ ਰੱਖੋ, ਬਹੁਤ ਦੂਰ ਤੱਕ ਜਾ ਵੜੋਗੇ। ਜੇ ਤੁਸੀਂ ਅੱਜ ਹੀ ਡੱਬਿਆਂ ਤੱਕ ਰਹੋਗੇ ਤਾਂ ਬਾਹਲੇ ਦੂਰ ਨਹੀਂ ਜਾਂਦੇ ਬਾਈ ਵੀ। ਮੇਰਾ ਇਹੀ ਸੁਨੇਹਾ ਬਾਈ, ਆਪਦੇ ਆਪ ਨਾਲ ਪਿਆਰ ਕਰੋ, ਮਿਹਨਤ ਲਾਓ ਵੀ। ਫਾਸਟ ਫੂਡ ਛੱਡੋ, ਘਰ ਦੀ ਖੁਰਾਕ ਵੱਲ ਲਾਓ ਵੀ। ਘਰ ਦੀ ਖੁਰਾਕ ਤੋਂ ਬਿਨਾਂ ਕੋਈ ਚੀਜ਼ ਨਹੀਂ ਜਿਹੜੀ ਤੁਹਾਨੂੰ ਤਕੜਾ ਕਰ ਦੂਗੀ। ਪੁਰਾਣੇ ਲੋਕ ਵੀ ਏਦਾਂ ਦੇ ਸੀ ਵੀ। ਬਸ ਇਹੀ ਆ ਵੀ ਮਿਹਨਤ ਲਾਓ, ਮਿਹਨਤ ਤੋਂ ਬਿਨਾਂ ਕੁਛ ਨਹੀਂ ਵੀ। ਕੋਈ ਵੀ ਐਕਟੀਵਿਟੀ ਕਰ ਲਓ ਅੱਜ ਦੇ ਟਾਈਮ 'ਚ, ਆਪਦੇ ਸਰੀਰ ਨੂੰ ਚਾਹੇ 24 ਘੰਟਿਆਂ 'ਚੋਂ 1 ਘੰਟਾ ਜ਼ਰੂਰ ਦਿਓ ਵੀ। ਮੇਰੀ ਤਾਂ ਇਹੀ ਬੇਨਤੀ ਆ ਮੇਰੇ ਸਾਰੇ ਭਰਾਵਾਂ ਨੂੰ। ਬਾਕੀ ਮਿਹਨਤ ਲਾਉਂਦੇ ਰਹੋ, ਜਿੰਨਾ ਕੁ ਹੋ ਸਕਿਆ ਉਨਾ ਕੁ ਤੁਹਾਨੂੰ ਦੱਸਦਾ ਰਹੂੰਗਾ ਮੈਂ। ਬਾਕੀ ਬਾਈ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਵੀ। ਮੇਰੇ ਵਰਗੇ ਬੰਦੇ ਨੂੰ ਮੂਹਰੇ ਲੈ ਕੇ ਆਂਦਾ ਬਾਈ ਹੁਣਾਂ ਨੇ, ਹਰਜੀਤ ਬਾਈ ਹੁਣਾਂ ਨੇ। ਤੇ ਇਹਨਾਂ ਦੇ ਚੈਨਲ ਦਾ, ਇੰਡੋ ਟੀਵੀ ਦਾ ਬਹੁਤ ਧੰਨਵਾਦ ਵੀ। ਮੇਰੇ ਵਰਗੇ ਬੰਦੇ ਨੂੰ ਮੂਹਰੇ ਲੈ ਕੇ ਆਂਦਾ ਬਹੁਤ ਵੱਡੀ ਗੱਲ ਆ ਵੀ। 19 ਸਾਲਾਂ 'ਚੋਂ ਮੈਂ ਅੱਜ ਪਹਿਲੀ ਵਾਰੀ ਆ ਵੀ ਜਿਹੜਾ ਬਾਈ ਹੁਣਾਂ ਨੇ ਸਾਹਮਣੇ ਆਇਆ ਵੀ। ਮੈਨੂੰ ਲੋਕ ਬਹੁਤ ਟਾਈਮ ਦੇ ਕਹਿੰਦੇ ਬਾਈ ਤੂੰ ਐਡਾ ਤਕੜਾ ਵਾ, ਸੋਸ਼ਲ ਮੀਡੀਆ ਤੇ ਆ, ਸੋਸ਼ਲ ਮੀਡੀਆ ਤੇ ਆ ਵੀ। ਅੱਜ ਕੱਲ ਲੋਕ ਬਾਈ ਸਾਲ ਦੇ ਹੋ ਕੇ ਇੰਨੇ ਮਿਲੀਅਨ ਕਰੀ ਜਾਂਦੇ ਆ, ਉਹ ਕਰੀ ਜਾਂਦੇ ਆ। ਪਰ ਬਾਈ ਹੁਣਾਂ ਦਾ ਬਹੁਤ ਧੰਨਵਾਦ ਵੀ ਮੈਨੂੰ ਇੱਥੋਂ ਤੱਕ ਲੈ ਕੇ ਆਂਦਾ ਬਾਈ। ਤੁਹਾਡਾ ਫੇਰ ਧੰਨਵਾਦ ਹਰਜੀਤ ਬਾਈ। ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਵੀ। ਤੁਹਾਡੇ ਨਹੀਂ ਜੀ, ਸਾਡੀ ਡਿਊਟੀ ਸੀਗੀ। ਅਸੀਂ ਕਾਫੀ ਚਿਰ ਤੋਂ ਤੁਹਾਨੂੰ ਦੇਖ ਰਹੇ ਹਾਂ ਕੰਮ ਕਰਦਿਆਂ ਨੂੰ। ਸੋਸ਼ਲ ਮੀਡੀਆ ਤੇ ਲੱਭਣ ਦੀ ਕੋਸ਼ਿਸ਼ ਕਰੀ, ਤੁਸੀਂ ਨਹੀਂ ਲੱਭੇ। ਤੇ ਫਿਰ ਮੇਰਾ ਜ਼ਿਹਨ ਬਣਿਆ ਕਿ ਨਹੀਂ, ਅਸੀਂ ਟੀਵੀ ਵੱਲੋਂ ਤੁਹਾਡੇ ਨਾਲ ਰਾਬਤਾ ਬਣਾਉਣਾ। ਤੁਹਾਡਾ ਮਿਹਨਤ ਜਿਹੜੀ ਤੁਸੀਂ ਕਰ ਰਹੇ ਹੋ, ਮੈਨੂੰ ਪਤਾ ਤੁਹਾਡੇ ਜਿਮ ਦੇ ਵਿੱਚ ਰਸ਼ ਹੁੰਦਾ ਹੈ ਤੇ ਜਦੋਂ ਕੋਈ ਨਵੀਂ ਐਂਟਰੀ ਹੋਣੀ ਹੁੰਦੀ ਹੈ ਤੁਹਾਨੂੰ ਕਈ ਵਾਰ ਲਾਈਨ 'ਚ ਵੀ ਲੱਗਣਾ ਪੈਂਦਾ ਆ। ਖੈਰ, ਜਿਮ ਦੀ ਸਮਰੱਥਾ ਵਧਾ ਲਓ। ਉਹਨਾਂ ਨੂੰ ਸਿਰਫ ਜਿਮ ਹੀ ਨਹੀਂ, ਜਿਸ ਤਰ੍ਹਾਂ ਤੁਹਾਡੀਆਂ ਕੋਸ਼ਿਸ਼ਾਂ ਚੱਲ ਰਹੀਆਂ ਉਹਨਾਂ ਨੂੰ ਐਜੂਕੇਟ ਕਰੋ, ਸਾਇੰਸ ਦੇ ਨਾਲ ਐਜੂਕੇਟ ਕਰੋ, ਪੜ੍ਹਨ ਲਿਖਣ ਵੱਲ ਵੀ ਪਾਓ, ਕਿਉਂਕਿ ਪੜ੍ਹੋਗੇ ਤਾਂ ਫਿਰ ਸਾਇੰਸ ਦਾ ਨੁਕਤਾ ਸਮਝਣਗੇ। ਅਸੀਂ ਧੰਨਵਾਦ ਕਰਦੇ ਹਾਂ। ਜਲਦੀ ਇੰਟਰਵਿਊ ਦੇ ਵਿੱਚ ਤੁਹਾਨੂੰ ਨੰਬਰ ਸਾਰੇ ਫਲੈਸ਼ ਹੋ ਜਾਣਗੇ ਜੀ। ਤੁਸੀਂ ਕਿਰਪਾਲ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਕੋਈ ਇਹਦੇ ਵਿੱਚੋਂ ਖਾਣਾ ਪੀਣਾ ਨਹੀਂ ਹੈਗਾ। ਅਸੀਂ ਇੱਕ ਸੁਨੇਹਾ ਦੇਣਾ ਸੀਗਾ ਚੰਗੀ ਸਿਹਤ ਦੇ ਨਾਲ ਕਿ ਭੁਲੇਖੇ ਦੂਰ ਹੋ ਜਾਣ ਜੀ। ਤੇ ਸ਼ੁਕਰੀਆ ਦੋਸਤੋ, ਤੁਸੀਂ ਐਂਡ ਤੱਕ ਵੀਡੀਓ ਦੇ ਨਾਲ ਬਣੇ ਰਹੇ ਹੋ ਔਰ ਇਸ ਮਿੱਥ ਨੂੰ ਵੀ ਤੋੜਿਆ ਕਿ ਬਹੁਤੀਆਂ ਰੀਲਾਂ ਕਿਉਂ ਦੇਖਣੀਆਂ। ਜੇ ਕੋਈ ਚੰਗੀ ਚੀਜ਼ ਚੱਲ ਰਹੀ ਹੈ ਦੇਖੋ, ਐਂਡ ਤੱਕ ਦੇਖੋ ਤਾਂ ਕਿ ਪਤਾ ਲੱਗੇ ਵੀ ਉਹਦੇ ਵਿੱਚ ਕੀ ਨਿਕਲਿਆ। ਤੁਹਾਡੇ ਸਵਾਲ ਮੈਂ ਨਾਲ ਨਾਲ ਲੈਂਦਾ ਰਿਹਾ ਆ ਤੇ ਸੁਝਾਅ ਜਿਹੜੇ ਤੁਸੀਂ ਹੋਰ ਦਿੱਤੇ ਨੇ ਉਹ ਵੀ ਕਿਸੇ ਅਗਲੇ ਪੋਡਕਾਸਟ ਦੇ ਵਿੱਚ ਲੈ ਕੇ ਚੱਲਾਂਗੇ ਜਦੋਂ ਕਿਰਪਾਲ ਜੀ ਸਾਡੇ ਨਾਲ ਦੁਬਾਰਾ ਰਾਬਤਾ ਬਣਾਉਣਗੇ। ਜਾਣਦੇ ਜਾਂਦੇ ਮੇਰੇ ਵੱਲੋਂ ਸੁਨੇਹਾ ਵੀ ਫਿਰ ਇਹੀ ਬਣਦਾ ਜੀ ਕਿ ਯਾਦ ਰੱਖੋ ਕਿ ਫਿਟਨੈਸ ਇੱਕ ਯਾਤਰਾ ਆ, ਇਹ ਕੋਈ ਐਂਡ ਨਹੀਂ ਹੈਗਾ। ਜਾਂ ਕਹਿ ਲਓ ਕਿ ਇਹ ਕੋਈ ਮੰਜ਼ਿਲ ਨਹੀਂ ਹੈਗੀ ਕਿ ਅਸੀਂ ਫਿਟਨੈਸ ਪਾ ਲਈ। ਨਹੀਂ, ਜਦੋਂ ਤੱਕ ਸਾਹ ਚੱਲਦੇ ਆ ਚੱਲੀ ਜਾਂਦੇ ਹੋ। ਇਹਨੂੰ ਸਟਾਪ ਕਰਨ ਦੀ ਕੋਈ ਵਜ੍ਹਾ ਨਹੀਂ ਬਣਦੀ, ਕੋਈ ਉਮਰ ਨਹੀਂ ਹੈਗੀ ਸਟਾਪ ਕਰਨ ਦੀ। ਜਿੱਦਣ ਸਟਾਪ ਕਰੋਗੇ ਫਿਰ ਬਾਡੀ ਖੜ ਜਾਏਗੀ। ਸੋ ਇਕਾਗਰਤਾ ਨਾਲ ਅੱਗੇ ਵਧਦੇ ਰਹੋ। ਤੁਹਾਨੂੰ ਪੋਡਕਾਸਟ ਪਸੰਦ ਆਇਆ ਤਾਂ ਆਪਣੇ ਦੋਸਤਾਂ ਨਾਲ ਵੀ ਜ਼ਰੂਰ ਇਹਨੂੰ ਸਾਂਝਾ ਜ਼ਰੂਰ ਕਰਿਓ। ਮਿਹਨਤ ਲੱਗਦੀ ਹੈ ਔਰ ਇੱਦਾਂ ਦੇ ਪੋਡਕਾਸਟ ਮੈਂ ਨਹੀਂ ਕਹਿੰਦਾ ਅਸੀਂ ਇਕੱਲਿਆਂ ਨੇ ਕੀਤਾ, ਪਰ ਅਸੀਂ ਉਪਰਾਲਾ ਕੀਤਾ, ਕੋਸ਼ਿਸ਼ ਕੀਤੀ ਔਰ ਉਹ ਤੁਹਾਡੇ ਜ਼ਿਹਨ ਦੇ ਸਵਾਲ ਰੱਖੇ ਨੇ। ਸੋ ਉਹਨੂੰ ਥੋੜਾ ਜਿਹਾ
ਹੱਥਾਂ ਦੇ ਨਾਲ ਹੁਲਾਰਾ ਦਿਓ। ਤੁਹਾਡੀਆਂ ਸੁਝਾਅ ਸਿਰ ਮੱਥੇ, ਤੁਹਾਡੇ ਸਵਾਲ ਸਿਰ ਮੱਥੇ, ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਆਓ ਇਕੱਠੇ ਹੋ ਕੇ ਇੱਕ ਮਜ਼ਬੂਤ ਭਾਈਚਾਰਾ ਸਿਰਜੀਏ। ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਤੇ ਕਿਰਪਾਲ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਬਾਈ ਬਹੁਤ ਬਹੁਤ ਤੁਹਾਡਾ ਜੀ, ਤੁਹਾਡੇ ਚੈਨਲ ਦਾ। ਤੇ ਜਿਹੜੇ ਮੇਰੇ ਵੀਰ ਮੈਨੂੰ ਦੇਖਦੇ ਆ ਜਾਂ ਮੈਨੂੰ ਫੋਲੋ ਕਰਦੇ ਆ, ਬਾਈ ਹਰਜੀਤ ਹੋਣਾ ਦੇ ਚੈਨਲ ਨੂੰ ਸਪੋਰਟ ਕਰਿਓ। ਤੇ ਮੈਨੂੰ ਤਾਂ ਕਰਦੇ ਹੀ ਆ, ਬਹੁਤ ਵਧੀਆ ਇਨਸਾਨ ਆ ਬਾਈ ਨਾਲ। ਅੱਜ ਮੈਂ ਪਹਿਲੀ ਵਾਰੀ ਫੇਸ ਟੂ ਫੇਸ ਮਿਲਿਆ, ਪਹਿਲੀ ਵਾਰੀ ਫੋਨ ਤੇ ਗੱਲ ਹੋਈ ਆ ਬਾਈ ਨਾਲ, ਪਰ ਐਂ ਲੱਗਿਆ ਵੀ ਜਿਵੇਂ ਬਾਈ ਵੱਡਾ ਭਰਾ ਹੀ ਹੁੰਦਾ ਵੀ ਆਪਾਂ ਨੂੰ, ਕਿਉਂਕਿ ਮੈਂ ਪਹਿਲੀ ਵਾਰੀ ਏਦਾਂ ਕੈਮਰਾ ਫੇਸ ਕੀਤਾ। ਅਜੇ ਤੱਕ ਮੈਂ ਕੈਮਰਾ ਫੇਸ ਨਹੀਂ ਕੀਤਾ ਸੀ, ਪਰ ਬਾਈ ਨਾਲ ਇੰਨਾ ਕੰਫਰਟੇਬਲ ਰਿਹਾ ਵੀ ਮੈਨੂੰ ਪਹਿਲਾਂ ਹੁੰਦਾ ਸੀ ਵੀ ਜਦੋਂ ਬਾਈ ਨੇ ਗੱਲ ਕੀਤੀ 2-3 ਦਿਨ ਮੈਨੂੰ ਆਇਆ ਹੁੰਦਾ ਵੀ ਕਿਵੇਂ ਕਰੂੰਗਾ, ਪਰ ਬਾਈ ਨੇ ਇੰਨਾ ਕੰਫਰਟੇਬਲ ਕੀਤਾ ਵੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਚੈਨਲ ਦਾ ਰੱਬ ਤੁਹਾਨੂੰ ਬਹੁਤ ਤਰੱਕੀ ਦੇਵੇ ਤੇ ਏਦਾਂ ਹੀ ਰਹੋ ਬਾਈ। ਸ਼ੁਕਰਾਨੇ ਜੀ, ਸ਼ੁਕਰਾਨੇ। ਤੁਸੀਂ ਵਧੀਆ ਬੋਲ ਕੇ ਸਾਡੀ ਹੌਸਲਾ ਅਫਜ਼ਾਈ ਕੀਤੀ ਆ। ਸ਼ੁਕਰਾਨੇ ਆ ਜੀ ਤੁਹਾਡੇ, ਧੰਨਵਾਦ। ਧੰਨਵਾਦ ਵੱਡੇ ਬਾਈ ਤੁਹਾਡਾ ਜੀ, ਠੀਕ ਹੈ ਜੀ।